ਅੱਜ ਆਪਾਂ 319 ਅੰਕ ਤੋਂ ਗਿਆਨ ਸ਼ੁਰੂ ਕਰ ਰਹੇ ਹਾਂ ਜੀ। 8ਵੀਂ ਜਿਹੜੀ ਹੈਗੀ ਆਪਾਂ ਪੌੜੀ ਲੈ ਰਹੇ ਹਾਂ। ਪੰਜਵੀਂ ਪਾਤਸ਼ਾਹੀ ਦੀ ਵਾਰ ਜਿਹੜੀ ਗੌੜੀ ਰਾਗ ਦੇ ਵਿੱਚ ਹੈਗੀ, ਉਹਦੀ 8ਵੀਂ ਪੌੜੀ, ਅੰਗ 319 319। ਇਸ ਤੋਂ ਪਹਿਲਾਂ ਮਹਾਰਾਜ ਨੇ ਜਿਹੜਾ ਹੈਗਾ ਗਿਆਨ ਦਿੱਤਾ ਸੀ, ਇਸ ਤੋਂ ਪਹਿਲੀ ਪੌੜੀ ਦੇ ਵਿੱਚ, ਕਿ ਉਹ ਸੁੱਖਾਂ ਦਾ ਖਜ਼ਾਨਾ ਜਿਹੜਾ ਹੈਗਾ ਉਹ ਮਾਲਕ ਪਰਮਾਤਮਾ ਹੈਗਾ। ਸੁੱਖ ਨਿਦਾਨ ਪ੍ਰਭ ਏਕ ਹੈ, ਅਬਨਾਸੀ ਸੁਣਿਆ, ਔਰ ਉਹੀ ਅਬਨਾਸੀ ਹੈਗਾ, ਹਮੇਸ਼ਾ ਰਹਿਣ ਵਾਲਾ ਹੈਗਾ। ਔਰ ਸਾਰੇ ਜਿਹੜੇ ਹੈਗੇ ਧਾਰਮਿਕ ਗ੍ਰੰਥ ਸਾਰੇ ਉਹੀ ਉਹਦੇ ਮਾਲਕ ਪਰਮਾਤਮਾ ਦੀ ਗੱਲ ਕਰਦੇ ਆ। ਔਰ ਹਰੇਕ ਜਗ੍ਹਾ 'ਤੇ ਹੈਗਾ, ਉਹ ਪੂਰੀ ਤਰ੍ਹਾਂ ਰਵਿਆ ਹੋਇਆ ਹੈ। ਔਰ ਜਿੰਨੇ ਵੀ ਜੀਵ ਹੈਗੇ ਸਾਰਿਆਂ ਦੇ ਵਿੱਚ ਉਹ ਮਾਲਕ ਪਰਮਾਤਮਾ, ਕੀੜੀ ਤੋਂ ਲੈ ਕੇ ਹਾਥੀ ਤੱਕ ਸਾਰਿਆਂ ਦੇ ਵਿੱਚ ਹੈਗੇ। ਔਰ ਜਿੰਨੇ ਵੀ ਆਪਣੇ ਮਿੱਤਰ ਸਖਾ ਬੱਚੇ ਜਿਹੜੇ ਹੈਗੇ ਸੰਬੰਧੀ ਭਰਾ ਭੈਣ, ਸਾਰੇ ਉਸ ਮਾਲਕ ਪਰਮਾਤਮਾ ਨੇ ਹੀ ਆਪਾਂ ਨੂੰ ਦਿੱਤੇ ਹੋਏ ਆ, ਉਹਦੇ ਹੀ ਜਣੇ ਹੋਏ ਆ, ਉਹਦੇ ਹੀ ਪੈਦਾ ਕੀਤੇ ਹੋਏ ਆ। ਅਤੇ ਉਹ ਪਰਮਾਤਮਾ ਦਾ ਜਿਹੜਾ ਅਸਲੀ ਜਿਹੜਾ ਹੈਗਾ ਰੰਗ, ਅਸਲੀ ਜਿਹੜਾ ਹੈਗਾ ਉਸ ਮਾਲਕ ਪਰਮਾਤਮਾ ਦਾ ਜਿਹੜਾ ਦੁਨੀਆ ਦੇ ਵਿੱਚ ਆਨੰਦ, ਉਹੀ ਮਾਣ ਸਕਦਾ ਆ, ਜਿਸ ਨੂੰ ਕਿ ਖੁਸ਼ ਹੋ ਕੇ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਉਹ ਨਾਮ ਪਦਾਰਥ ਦੇ ਦਿੰਦਾ ਹੈ। ਔਰ ਉਹ ਮਾਲਕ ਖੁਸ਼ ਕਿਵੇਂ ਹੁੰਦਾ? ਜਿਹੜਾ ਹੈਗਾ ਉਸ ਮਾਲਕ ਪਰਮਾਤਮਾ ਤੋਂ ਨਾਮ ਮੰਗਦਾ ਹੈ, ਜਿਹੜਾ ਆਪਣੇ ਜੀਵਨ ਨੂੰ ਜਿਹੜਾ ਹੈਗਾ ਮਾਇਆ ਦੇ ਸਮਰਪਿਤ ਨਹੀਂ ਕਰਦਾ, ਜਿਹਦਾ ਦੁਨੀਆ ਦੇ ਪਦਾਰਥ ਜਿਹੜੇ ਹੈਗੇ ਭੋਗ ਵਿਲਾਸ, ਇਹਨਾਂ ਦੇ ਵਿੱਚ ਹੀ ਜਿਹੜਾ 24 ਘੰਟੇ ਗਲਤਾਨ ਨਹੀਂ ਹੁੰਦਾ, ਜਿਹਦੇ ਜੀਵਨ ਦੇ ਵਿੱਚ ਭਗਤੀ ਹੈਗੀ, ਪ੍ਰੇਮਾ ਭਗਤੀ ਹੁੰਦੀ ਆ, ਉਸ ਨੂੰ ਉਹ ਤੋਂ ਹੋ ਕੇ ਖੁਸ਼ ਹੋ ਕੇ ਉਹ ਨਾਮ ਬਖਸ਼ਦਾ ਹੈ। ਜਿਹੜਾ ਨਾਮ ਦੇ ਵਾਸਤੇ ਜਿਹੜਾ ਹੈਗਾ ਸਵਾਸ ਨਾਮ ਦੇ ਵਾਸਤੇ ਮੰਗ ਕਰਦਾ ਹੈ। ਇਹ ਮਾਇਆ ਜਿਹੜੀ ਹੈਗੀ ਆਪਣੇ ਵਿਚਾਰ ਬੰਦ ਕਰਨੇ, ਇਹ ਹੈ ਮਾਲਕ ਦੇ ਦਰ 'ਤੇ ਬੈਠਣਾ। ਔਰ ਮਾਲਕ ਦੇ ਦਰ 'ਤੇ ਬੈਠ ਕੇ ਜਿਹੜਾ ਹੈਗਾ ਮੰਗਤੇ ਵਾਂਗੂ ਜਿਹੜਾ ਹੈਗਾ ਉਡੀਕ ਕਰਨੀ, ਕਿ ਦਾਤਾ ਜਿਹੜਾ ਹੈਗਾ, ਮਾਲਕ ਜਿਹੜਾ ਹੈਗਾ ਮੇਰੇ ਵੱਲ ਵੀ ਧਿਆਨ ਕਰੇ ਔਰ ਮੈਨੂੰ ਦਾਤ ਦੇਵੇ। ਆਹੀ ਭਗਤੀ ਹੈਗੀ, ਇਹਨੂੰ ਕਹਿੰਦੇ ਪ੍ਰੇਮਾ ਭਗਤੀ। ਸ਼ਲੋਕ ਮਹੱਲਾ ਪੰਜਵਾਂ। ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨਿ ਮੰਤ। ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨਿ ਮੰਤ। ਸਵਾਸ ਲੈ ਰਹੇ ਹਾਂ ਆਪਾਂ, ਹਮੇਸ਼ਾ ਚੱਲ ਰਹੇ ਸਵਾਸ, ਗਿਰਾਸ ਖਾਣਾ ਵੀ ਖਾ ਰਹੇ ਹਾਂ ਆਪਾਂ, ਭੋਜਨ ਮਿਲ ਰਿਹਾ ਆਪਾਂ ਨੂੰ, ਮਾਲਕ ਪਰਮਾਤਮਾ ਦੇ ਰਿਹਾ ਹੈ। ਕਹਿੰਦੇ ਜਿਹੜੇ ਆਪਣੇ ਜੀਵਨ ਦੇ ਵਿੱਚ ਪਰਮੇਸ਼ਰ ਦਾ ਨਾਮ ਜਿਹੜਾ ਹੈਗਾ, ਜਿਨ੍ਹਾਂ ਨੂੰ ਨਹੀਂ ਭੁੱਲਦਾ, ਜਿਨ੍ਹਾਂ ਨੂੰ ਯਾਦ ਰਹਿੰਦਾ ਹੈ ਵੀ ਮੈਂ ਇਸ ਕੰਮ ਵਾਸਤੇ ਆਇਆ ਹਾਂ, ਮੈਂ ਇਹ ਨਾਮ ਪ੍ਰਗਟ ਕਰਨ ਵਾਸਤੇ ਆਇਆ ਹਾਂ। ਇਹ ਨਾਮ ਜਦ ਤੱਕ ਪ੍ਰਗਟ ਨਹੀਂ ਹੋਏਗਾ, ਨਾਮ ਪਦਾਰਥ ਜਦ ਤੱਕ ਮੈਨੂੰ ਮਿਲੇਗਾ ਨਹੀਂ, ਤਦ ਤੱਕ ਜਿਹੜੀ ਹੈਗੀ ਇਹ ਮਾਇਆ ਦੀ ਖਿੱਚ, ਮਾਇਆ ਦੇ ਜਿਹੜੇ ਹੈਗੇ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਹੈਗੇ, ਇਹ ਅਵਗੁਣ ਜਿਹੜੇ ਹੈਗੇ ਕਰਨੋਂ ਇਹ ਮਨ ਜਿਹੜਾ ਹੈਗਾ ਬਾਜ ਨਹੀਂ ਆਏਗਾ। ਆਹ ਗੱਲ ਜਿਨ੍ਹਾਂ ਨੂੰ ਨਹੀਂ ਭੁੱਲਦੀ, ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨਿ ਮੰਤ, ਮਨ ਤੋਂ ਨਹੀਂ ਭੁੱਲਦੀ। ਤਨ ਸੇ ਸਈ ਨਾਨਕਾ, ਪੂਰਨ ਸੋਈ ਸੰਤ। ਜੇ ਆਪਾਂ ਕਹੀਏ ਇੱਥੇ ਹਰ ਨਾਮਾ ਲਿਖਿਆ ਹੈ, ਵਾਹਿਗੁਰੂ ਵਾਹਿਗੁਰੂ ਨਹੀਂ ਭੁੱਲਦਾ, ਹਰੀ ਓਮ ਨਹੀਂ ਭੁੱਲਦਾ, ਭਾਈ ਇਹ ਜਿਹੜਾ ਹੈਗਾ ਇਹਦੇ ਨਾਲ ਜਿਹੜਾ ਹੈਗਾ ਇਹ ਕਾਰਵਾਈ ਪੂਰਨ ਨਹੀਂ ਹੁੰਦੀ। ਇਹ ਜਿਹੜੇ ਹੈਗੇ ਇਹ ਧਿਆਨ ਔਰ ਇਸ ਤੋਂ ਬਾਅਦ ਐਕਸ਼ਨ, ਕਰਮ, ਗਿਆਨ ਧਿਆਨ, ਕਿਛ ਕਰਮ ਨਾ ਜਾਣਾ, ਉਹ ਕਰਮ ਤਨ ਸੇ ਨਾਨਕਾ, ਉਹੀ ਤਨਤਾ ਦੇ ਯੋਗ ਹੈ, ਉਹੀ
ਉਹੀ ਇਨਸਾਨ ਜਿਹੜੇ ਹੈਗੇ, ਉਹੀ ਜਨ ਜਿਹੜੇ ਹੈਗੇ, ਧਨ ਸੇ ਸਈ ਨਾਨਕਾ, ਉਹੀ ਤਨਤਾ ਜੇ ਜੋ ਗਿਆ ਜਿਨ੍ਹਾਂ ਨੂੰ ਆਹ ਕਾਰਵਾਈ ਜਿਹੜੀ ਹੈਗੀ, ਜਿਨ੍ਹਾਂ ਦੇ ਜੀਵਨ ਦੇ ਵਿੱਚ ਜਿਨ੍ਹਾਂ ਨੂੰ ਨਹੀਂ ਭੁੱਲਦੀ, ਆਹ ਭਗਤੀ ਨਹੀਂ ਭੁੱਲਦੀ, ਪੂਰਨ ਸੋਈ ਸੰਤ। ਔਰ ਉਹੀ ਇਨਸਾਨ ਜਿਹੜਾ ਹੈਗਾ ਪੂਰਾ ਹੈਗਾ ਭਾਈ, ਔਰ ਉਹੀ ਇਨਸਾਨ ਜਿਹੜਾ ਹੈਗਾ ਸੰਤ ਹੈਗਾ। ਸੰਤ ਜਿਹੜਾ ਹੈਗਾ ਜਿਹਦੇ ਅੰਦਰ ਸ਼ਾਂਤੀ ਵਰਤ ਰਹੀ ਹੈ। ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਤਨ ਸੇ ਸਈ ਨਾਨਕਾ, ਪੂਰਨ ਸੋਈ ਸੰਤ। ਇਹ ਜਿਹੜਾ ਹੈਗਾ ਦੇਖ ਲਓ, ਆਹ ਹੈਗੀ ਆਪਣਾ ਟਾਰਗੇਟ। ਗੁਰ ਕੀ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਿਜਰ ਸਾਹਿਬ, ਹਾਂਜੀ ਡੇਟ ਆਪ ਸ਼ੁਰੂ ਕਰੋ, ਕੰਟੀਨਿਊ ਕਰੋ ਸਰ। ਹਾਂਜੀ ਹਾਂਜੀ ਵੀਰ ਜੀ, ਸ਼ਲੋਕ ਹੈ ਪੰਜਵੀਂ ਪਾਤਸ਼ਾਹੀ ਦਾ, 2 ਲਾਈਨਾਂ ਦਾ। ਪੂਰਨ ਕਹਿੰਦੇ ਆ, ਪੂਰਨ ਸੰਤ ਕੌਣ ਆ? ਤਨਤਾ ਦੇ ਪਾਤਰ ਕੌਣ ਆ? ਕਹਿੰਦੇ ਜਿਨ੍ਹਾਂ ਨੂੰ, ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨੇ ਮੰਤ। ਜਿਨ੍ਹਾਂ ਨੂੰ ਜਿਹੜਾ ਹੈਗਾ 24 ਘੰਟੇ ਦੇ ਵਿੱਚ ਆਹ ਜਿਹੜੀ ਹੈਗੀ ਕਾਰਵਾਈ ਨਹੀਂ ਭੁੱਲਦੀ। ਜਿਹੜੇ ਸਾਹ ਤਾਂ ਮਾਲਕ ਪਰਮਾਤਮਾ ਹਮੇਸ਼ਾ ਦੇ ਰਿਹਾ ਹੈ, ਔਰ ਖਾਣ ਨੂੰ ਵੀ ਮਾਲਕ ਪਰਮਾਤਮਾ ਲਾਈਫ ਲੌਂਗ ਦੇ ਰਿਹਾ। ਕਹਿੰਦੇ ਜਿਨ੍ਹਾਂ ਨੂੰ ਸਾਰੀ ਉਮਰ ਜਿਹੜੀ ਹੈਗੀ ਆਹ ਗੱਲ ਨਹੀਂ ਭੁੱਲਦੀ ਕਿ ਮੈਂ ਪਰਮੇਸ਼ਰ ਦਾ ਨਾਮ ਜਿਹੜਾ ਹਰ ਨਾਮਾ ਮਨੇ ਮੰਤ, ਮੈਂ ਭਗਤੀ ਕਰਨ ਵਾਸਤੇ ਆਇਆ ਦੁਨੀਆ ਦੇ ਵਿੱਚ। ਮੈਂ ਜਿਹੜਾ ਹੈਗਾ ਇਸ ਮਾਇਆ, ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹਨਾਂ ਦੇ ਨਾਲ ਜਿਹੜਾ ਹੈਗਾ, ਇਹਨਾਂ ਦੇ ਨਾਲ ਇਹਨਾਂ ਨੂੰ ਜਿੱਤਣ ਵਾਸਤੇ ਆਇਆ ਮੈਂ। ਇਹਨਾਂ ਦੇ ਨਾਲ ਮੇਰਾ ਮਾਲਕ ਨੇ ਮੇਰਾ ਯੁੱਧ ਜਿਹੜਾ ਹੈਗਾ ਇਹਨਾਂ ਦੇ ਨਾਲ ਰੱਖਿਆ ਹੋਇਆ, ਮੇਰਾ ਮੈਚ। ਆਹ ਗੱਲ ਜਿਨ੍ਹਾਂ ਨੂੰ ਨਹੀਂ ਭੁੱਲਦੀ, ਹਰ ਨਾਮਾ ਮਨੇ ਮੰਤ, ਮਨ ਤੋਂ ਆਹ ਮੰਤਰ ਨਹੀਂ ਭੁੱਲਦਾ ਇਹਨਾਂ ਦੇ, ਜਿਨ੍ਹਾਂ ਨੂੰ ਤਨ ਸੇ ਸਈ ਨਾਨਕਾ, ਉਹੀ ਧਨਤਾ ਦੇ ਪਾਤਰ ਹੈਗੇ, ਪੂਰਨ ਸੋਈ ਸੰਤ। ਔਰ ਉਹੀ ਜਿਹੜਾ ਹੈਗਾ ਪੂਰਨ ਹੈਗਾ ਭਾਈ, ਜਿਹਨੂੰ ਹਮੇਸ਼ਾ ਆਹ ਗੱਲ ਯਾਦ ਰਹਿੰਦੀ ਆ ਵੀ ਮੈਂ ਇਸ ਕੰਮ ਵਾਸਤੇ ਆਇਆ ਦੁਨੀਆ ਦੇ ਵਿੱਚ। ਹਾਂਜੀ ਵੀਰ ਜੀ। ਬਿਲਕੁਲ ਠੀਕ ਹੈ ਜੀ। ਬਾਣੀ ਚ ਉਹ ਸਮਝਾ ਰਹੇ ਨੇ ਕਿ ਜਿਹਨੂੰ ਸਾਸ ਤੇ ਗਰਾਸ ਵਿਸਰਦਾ ਨਹੀਂ ਹੈ, ਹਾਂ, ਪਰਮਾਤਮਾ ਉਹਦੇ ਲਈ ਵੱਡੀ ਗੱਲ ਹੈ। ਉਹ ਇੱਕ ਬਹੁਤ ਵੱਡੀ ਗੱਲ ਹੈ। ਸਾਸ ਤੇ ਗਰਾਸ ਦਾ ਮਤਲਬ ਇਹ ਆ ਕਿ ਦੇਖੋ, ਪਤਾ ਕੀ ਹੈ, ਜਿਹੜਾ ਨਾ ਤੇ ਅੱਗੇ ਜਾਂਦਾ ਤੇ ਨਾ ਪਿੱਛੇ ਆਉਂਦਾ। ਨਿਜਰ ਸਾਹਿਬ, ਇਹ ਵਿਸਰਨ ਦਾ ਮਤਲਬ ਤੁਸੀਂ ਕਿ ਇੰਨਾ ਯਾਦ ਥੋੜੀ ਕਰ ਸਕਦੇ ਹੋ। ਯਾਦ ਕਰਨਾ ਇੱਕ ਅਲੱਗ ਚੀਜ਼ ਆ। ਵਿਸਰਨ ਦਾ ਮਤਲਬ ਕਿ ਉਹ ਬੰਦਾ ਵਰਤਮਾਨ ਕਾਲ ਰੂਪੀ ਧਾਰਾ 'ਚ ਬੈਠਾ ਹੈ, ਔਰ ਉਹ ਨਾ ਅੱਗੇ ਜਾਂਦਾ ਨਾ ਪਿੱਛੇ ਜਾਂਦਾ। ਉਹ ਹਰ ਪਲ, ਜਿੱਦਾਂ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਨਾ ਕਿ ਹਮ ਆਦਮੀ ਹਾਂ ਇੱਕ ਦਮੀ, ਇੱਕ ਜੋ ਵਰਤਮਾਨ ਰੂਪੀ ਧਾਰਾ ਹੈ ਉਹਦੇ ਵਿੱਚ ਹੀ ਉਹ ਜੀਵਨ ਬਤੀਤ ਕਰਦਾ ਹੈ। ਹਾਂ, ਕਹਿਣ ਦਾ ਭਾਵ ਹੈ ਵੀ ਮਾਲਕ ਦੇ ਭੈ ਦੇ ਵਿੱਚ ਜੀਵਨ ਬਤੀਤ ਕਰਦਾ ਹੈ, ਹਮੇਸ਼ਾ ਸਿਰ ਦੇ ਉੱਤੇ ਮਾਲਕ ਨੂੰ ਦੇਖਦਾ ਹੈ। ਆਤਮਾ ਮੈਨੂੰ ਦੇਖ ਰਹੀ ਹੈ। ਹਾਂਜੀ ਵੀਰ ਜੀ। ਹਾਂਜੀ ਨਿਜਰ ਸਾਹਿਬ, ਇੱਕ ਤੇ ਆਪਾਂ ਹੁੰਦਾ ਨਾ ਕਿ ਆਪਾਂ, ਚਲੋ ਮੈਂ ਜਸਟ ਥੋੜਾ ਜਿਹਾ ਇਹਨੂੰ ਹੋਰ ਐਕਸਪੈਂਡ ਕਰਦਾ, ਥੋੜਾ ਜਿਹਾ ਈਜ਼ੀ ਕਰਦਾ। ਇੱਕ ਤੇ ਸਾਧ ਸੰਗਤ ਜੀ, ਇੱਕ ਤੇ ਹੁੰਦਾ ਨਾ ਆਪਾਂ ਜਿੱਦਾਂ ਬੱਚਿਆਂ ਨੂੰ ਮਾਂ ਬਾਪ ਦਾ ਭੈ ਹੁੰਦਾ ਹੈ, ਪਰ ਉਹ ਇੱਕ ਅਲੱਗ ਚੀਜ਼ ਆ। ਇੱਥੇ ਭੈ ਮਤਲਬ ਉਹਨੂੰ ਵੇਂਦਾ ਕੋਈ ਨਹੀਂ ਪਿਆ ਬੰਦੇ ਨੂੰ। ਬਸ ਬਿਲਕੁਲ ਸਹੀ ਗੱਲ ਹੈ। ਨਹੀਂ ਤਾਂ ਉਹਨਾਂ ਨੇ ਕੀ ਕਰਨਾ, ਜੇ ਆਪਾਂ ਜ਼ਬਰਦਸਤੀ ਕਰਾਂਗੇ ਨਾ, ਕਿਸੇ ਤੇ ਭੈ ਡਰ ਰੱਖਾਂਗੇ, ਉਹਨੇ ਚੋਰੀ ਕਰ ਲੈਣੀ, ਉਹ ਕੰਮ ਚੋਰੀ ਕਰ ਲੂਗਾ ਉਹ ਕੰਮ। ਹਾਂ, ਉਹ ਤੇ ਨਿਜਰ ਸਾਹਿਬ ਹੋਰ ਅੰਦਰੋਂ ਤੇ ਕੁਝ ਹੋਰ ਚੱਲਦਾ ਪਿਆ ਭੈ ਦੇ ਕਰਕੇ। ਹੁਣ ਵੇਖੋ, ਸਾਰੇ ਬੰਦੇ ਚੋਰੀ ਨਹੀਂ ਕਰ ਸਕਦੇ, ਸਾਰੇ ਬੰਦੇ ਰਿਸ਼ਵਤ ਨਹੀਂ ਲੈ ਸਕਦੇ। ਲੋਕਾਂ ਦੇ ਅੰਦਰ ਮਨ 'ਚ ਵਿਚਾਰ ਜ਼ਰੂਰ ਚੱਲਦਾ ਹੈ, ਪਰ ਉਹ ਡਰਦੇ ਨਹੀਂ ਲੈਂਦੇ, ਖੜੇ ਨਾ ਜਾਈਏ। ਹਾਂ, ਬਸ ਪਰ ਇਹ ਜਿਹੜਾ ਮਨੁੱਖ ਆ, ਇਹਨੂੰ ਡਰ ਨਹੀਂ ਹੈਗਾ। ਨਾ ਡਰ ਨਹੀਂ ਹੈ। ਇਹਨੇ ਹਰ ਟਾਈਮ ਜਿਹੜਾ ਹੈਗਾ, ਹਰ ਟਾਈਮ ਕਿਸੇ ਵੀ ਟਾਈਮ ਇਹਨੇ ਅਵਗੁਣ ਨਹੀਂ ਕਰਨਾ। ਕਿਸੇ ਵੀ ਟਾਈਮ ਜਿਹੜਾ ਇਹਨੇ ਮਾਲਕ ਨੂੰ, ਹਮੇਸ਼ਾ ਇਹਨੂੰ ਮਾਲਕ ਦਾ ਡਰ ਰਹੂਗਾ। ਹਾਂ, ਤੇ ਉਹੀ ਬੰਦਾ ਜਿਹੜਾ ਵਾ, ਉਹੀ ਪ੍ਰਮਾਤਮਾ ਦੇ ਦਰ ਦੇ ਵਿੱਚ ਇਨਸਾਨ ਆ। ਬਿਲਕੁਲ, ਉਹ ਨਰ ਤੋਂ ਨਰੈਣ ਬਣ ਗਿਆ। ਬਸ ਪੂਰਨ ਸੋਈ ਸੰਤ ਕਹਿੰਦੇ ਆ। ਬਾਣੀ ਕਹਿੰਦੀ ਪੂਰਨ ਆ ਭਾਈ, ਸੰਤ ਆ ਉਹ।
ਹਾਂ ਹੁਣ ਤੁਸੀਂ ਦੇਖ ਲਓ, ਹੁਣ ਤੁਸੀਂ ਸੰਤ ਜੋ ਕੀ ਜੋ ਇਹ ਤੇ ਹੁਣ ਆਪਣਾ ਜੀਵਨ ਵੇਖੋ ਤੁਸੀਂ। ਬਿਲਕੁਲ। ਮੈਂ ਆਪਣਾ ਜੀਵਨ ਦੇਖਾਂ, ਪਰ ਇਹ ਬਹੁਤ ਆਸਾਨ ਕੰਮ ਆ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਤੁਸੀਂ ਬੁੱਧੀ ਨਾਲ ਥੋੜੀ ਕਰ ਸਕਦੇ ਏਦਾਂ ਨਾ, ਪਿਆਰ ਨਾ ਕਰ ਸਕਦੇ ਆ ਭਾਈ। ਮਾਲਕ ਦਾ ਪਿਆਰ ਹੋਏ ਤੇ ਮਾਲਕ ਦਾ ਡਰ ਹੋਏ। ਹਾਂਜੀ, ਤੁਸੀਂ ਭਗਤੀ ਕਰੋ ਬਸ ਭਾਈ, ਬਾਕੀ ਜੋ ਕੁਝ ਵੀ ਹੈ। ਹੁਣ ਦੇਖੋ ਆਪਣਾ ਕੰਮ ਹੈ ਬੀਜ ਲਾਉਣਾ, ਉਸ ਤੋਂ ਬਾਅਦ ਉਹ ਰੁੱਖ ਨੂੰ ਵੱਡਾ ਕਰਨਾ ਹੈ। ਕਿੱਦਾਂ ਵੱਡਾ ਕਰਨਾ ਹੈ, ਸੂਰਜ ਕਿੱਦਾਂ ਸ਼ਕਤੀ ਭੇਜਦਾ, ਉਹ ਸਭ ਕੁਝ ਅਦ੍ਰਿਸ਼ ਹੈ, ਉਹ ਦਿਖਾਈ ਨਹੀਂ ਦੇਵੇਗਾ। ਹੁਣ ਜਿੱਦਾਂ ਹੁਣ ਅੰਬ ਦੇ ਫਰੂਟ ਦੇ ਵਿੱਚ ਕਿੱਦਾਂ ਮਿੱਠਾ ਜਾਂਦਾ ਹੈ, ਉਹ ਅਦ੍ਰਿਸ਼ ਹੈ, ਦਿਖਾਈ ਥੋੜੀ ਦਿੰਦਾ ਨਾ। ਤੁਸੀਂ ਅੰਬ ਨੂੰ ਸਾਰਾ ਵੱਢ ਕੇ ਵੇਖ ਲਓ, ਉਹਦੇ ਚ ਮਿੱਠਾ ਹੈਗਾ ਨਹੀਂ। ਹੁਣ ਇੱਕ ਮਿੱਠੇ ਤੋਂ ਹੀ ਗਾਂ ਮਿੱਠਾ ਬਣੂਗਾ। ਹੁਣ ਜਿੱਦਾਂ ਆਪਾਂ ਆਪਣੇ ਦਹੀਂ ਆ, ਹੁਣ ਦਹੀਂ ਚ ਮਿੱਠਾ ਪਾਉਣਾ ਹੈ, ਇਹਦਾ ਮਤਲਬ ਘਰੇ ਸ਼ੂਗਰ ਮਿੱਠੇ ਖੰਡ ਹੋਣੀ ਜ਼ਰੂਰੀ ਆ, ਉਹਨੂੰ ਟਰਾਂਸਫਰ ਕਰਦੇ ਆ। ਪਰ ਉਹ ਜਿਹੜਾ ਅੰਬ ਆ, ਅੰਬ ਦੇ ਵਿੱਚ ਮਿੱਠਾ ਹੈਗਾ ਹੈ, ਪਰ ਉਹ ਮਿੱਠਾ ਟਰਾਂਸਫਰ ਕਿੱਦਾਂ ਹੁੰਦਾ ਵਾ, ਉਹ ਟਰਾਂਸਫਰ ਕਿੱਦਾਂ ਹੁੰਦਾ ਉਹਦੇ ਬਾਰੇ ਕਿਸੇ ਨੂੰ ਕੁਝ ਨਹੀਂ ਪਤਾ। ਗੰਨੇ ਦੇ ਵਿੱਚ ਵੇਖ ਲਓ, ਗੰਨੇ 'ਚ ਜਿਹੜਾ ਰਸ ਹੈ ਨਿੱਜਰ ਸਾਹਿਬ, ਉਹਦਾ ਤੁਸੀਂ ਧਰਤੀ 'ਚ ਲੱਭੋ ਤੇ ਉੱਥੇ ਕੋਈ ਮਿੱਠਾ ਹੈ ਹੀ ਨਹੀਂ। ਨਾ ਨਾ ਨਾ, ਬਿਲਕੁਲ ਨਹੀਂ। ਹੁਣ ਖਜੂਰ ਦੇਖ ਲਓ ਗੋਰਖੀ ਸਾਹਿਬ, ਕਿੰਨਾ ਉੱਚਾ ਦਰਖਤ ਹੈ, ਉੱਥੇ ਰੇਗਿਸਤਾਨ ਦੇ ਵਿੱਚ ਪਤਾ ਨਹੀਂ ਕਿੱਥੋਂ ਮਿੱਠਾ ਔਰ ਕਿੰਨੀ ਮਿੱਠੀ ਹੁੰਦੀ ਹੈ। ਹਾਂ, ਇਹ ਜਸਟ ਚੀਜ਼ਾਂ ਸੋਚਣ ਵਾਲੀਆਂ ਨੇ ਕਿ ਉਹ ਮਿੱਠਾ ਆਇਆ ਕਿੱਥੋਂ। ਇਹ ਚੀਜ਼ਾਂ ਜਿਹੜੀਆਂ ਨੇ, ਇਹਦਾ ਮਤਲਬ ਕਿ ਉਹ ਕਹਿੰਦੇ ਤੂੰ ਖਜੂਰ ਦਾ ਬੂਟਾ ਲਾ, ਤੂੰ ਅੰਬ ਦਾ ਬੂਟਾ ਲਾ, ਉਹਨੂੰ ਫਲ ਲੱਗਣਾ ਹੀ ਆ। ਚੰਗਿਆਈ ਬੀਜੇਗਾ ਤੇ ਚੰਗਿਆਈ ਨੂੰ ਫਲ ਤੈਨੂੰ ਲੱਗਣਾ ਹੀ ਲੱਗਣਾ। ਤੂੰ ਟੈਨਸ਼ਨ ਨਾ ਲੈ, ਕਿਉਂਕਿ ਇਹ ਪ੍ਰਕਿਰਤੀ ਦਾ ਨਿਯਮ ਆ। ਬਸ ਬਸ ਬਸ, ਇਹ ਜਿਹੜਾ ਹੈ ਨਾ ਉਗਣਾ ਹੈਗਾ, ਇਹ ਚੀਜ਼ ਉਗਣੀ ਹੈ, ਇਹ ਚੀਜ਼ ਉਗਣੀ ਹੈ, ਪੈਦਾ ਹੋਣੀ। ਹਾਂਜੀ ਹਾਂਜੀ। ਇੱਥੇ ਤੁਸੀਂ ਕਿਹਦੀ ਮਦਦ ਕਰ ਦੋ, ਪੈਸੇ ਕਿਤੇ ਵੇਸਟ ਜਾਣੇ ਆ? ਹਾਂ ਨਹੀਂ, ਕਿਉਂਕਿ ਭੰਡਾਰੀਆਂ ਦਾ ਪਿਆ, ਕਿਉਂਕਿ ਉਹਨੇ ਵੇਖਣਾ ਕਿ ਤੇ ਮੇਰਾ ਕੰਮ ਹੈ ਲੋਕਾਂ ਨੂੰ ਰਿਜ਼ਕ ਦੇਣਾ ਹੈ ਤੇ ਮੇਰਾ ਕੰਮ ਕਰਦਾ। ਫਿਰ ਉੱਥੇ ਉਹ ਫਿਰ ਬਾਣੀ ਕਹਿੰਦੀ ਸੰਤਾਂ ਕੇ ਕਾਰਜ ਆਪ ਖਲੋ ਕੇ ਹਰ ਕੰਮ ਕਰਾਵਨ ਆਇਆ ਰਾਮ। ਸੰਤਾਂ ਕੇ ਕਾਰਜ ਆਪ ਖਲੋਇਆ, ਬਿਲਕੁਲ ਸਹੀ ਗੱਲ ਹੈ। ਉਹ ਆਪਣਾ ਭੰਡਾਰਾ ਖੋਲ ਦਿੰਦਾ ਹੈ। ਹਾਂ, ਉੱਥੇ ਕੰਮ ਗਲਤ ਹੈ ਨਾ ਨਿੱਜਰ ਸਭ। ਸੱਚ ਚੱਲਣ ਦੇ, ਸੱਚ ਦੇ ਮੋਢੇ ਲੱਗਣੇ ਨਹੀਂ। ਹਾਂ, ਸੱਚ ਬੋਲ ਕੇ ਵੇਖੋ, ਤੁਹਾਡਾ ਜੀਵਨ ਆਪਣੇ ਆਪ ਹੀ ਸ਼ੁੱਧ ਹੋ ਜਾਣਾ ਵਾ। ਸੱਚ ਕਿਤੇ ਐਵੇਂ ਬਾਣੀ ਰੌਲਾ ਪਾਉਂਦੀ, ਸੱਚ ਨੂੰ ਲੈ ਕੇ ਆਓ, ਸੱਚ ਨੂੰ ਲੈ ਕੇ ਆਓ। ਉਹ ਸਾਡਾ ਭਲਾ ਚਾਹੁੰਦੇ ਆ। ਬੰਦਾ ਪੁੱਛੇ ਇਹਨਾਂ ਜਿਹੜੀ ਬਾਣੀ ਲਿਖੀ ਹੈ, ਇਹਨਾਂ ਨੂੰ ਕੋਈ ਕਮਿਸ਼ਨ ਜਾਣਾ ਹੈ, ਇਹਨਾਂ ਨੂੰ ਕੋਈ ਆਪਾਂ ਹਿੱਸਾ ਭੇਜਣਾ ਕਿ ਚਰਨਜੀਤ ਜਾਂ ਨਿੱਜਰ ਸਾਹਿਬ ਜਾਂ ਤੁਸੀਂ ਬ੍ਰਹਮ ਗਿਆਨ ਪ੍ਰਾਪਤ ਕਰ ਲੋਗੇ ਤੇ ਬਈ ਉਹਨਾਂ ਦੇ ਖਾਤੇ 'ਚ ਪੈਸੇ ਲਿਖ ਦੋ। ਉਹਦੇ ਚਲ ਗਏ ਵਿਚਾਰੇ। ਉਹ ਸਾਨੂੰ ਲੱਗੇ ਕਿ ਬਈ ਜੇ ਕੋਈ ਵਿਰਲਾ, ਕੋਈ ਟਾਵਾਂ ਇੱਕ ਅੱਧਾ ਹੁੰਦਾ ਹੀ ਇਹਦਾ ਮਹਾਤਮਾ ਬੁੱਧ ਵਾਂਗੂ ਸ਼ਾਇਦ, ਜਿਹੜਾ ਧੱਕਾ ਧੁੱਕਾ ਮਾਰ ਕੇ ਹੀ ਛਾਲ ਮਾਰਦੇ। ਬਿਲਕੁਲ ਬਿਲਕੁਲ ਸਹੀ ਗੱਲ ਹੈ। ਉਹ ਐਸੇ ਇਹਨਾਂ ਬੰਦਿਆਂ ਵਾਸਤੇ ਬਾਣੀ ਲਿਖ ਕੇ ਗਏ। ਵੈਸੇ ਵੀ ਸੰਤੋ ਸਾਧੋ ਇਹਨਾਂ ਨੂੰ ਹੀ ਪ੍ਰਚਾਰ ਕੀਤਾ ਹੈ, ਸੰਸਾਰੀ ਮਨੁੱਖ ਨੂੰ ਕਿਤੇ ਪ੍ਰਚਾਰ ਨਹੀਂ ਕੀਤਾ। ਨਾ 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 ਨਾ, ਹਾਂ, ਜਿਹੜਾ ਇਸ ਪਾਸੇ ਹੈ ਹੀ ਨਹੀਂ, ਜਿਹਦਾ ਪ੍ਰਯੋਜਨ ਹੀ ਜਿਹੜਾ ਹੈਗਾ ਰਾਉਂਡ ਦੀ ਕਲੌਕ 8 ਪੈਰ, ਜਿਹੜੇ ਜਿਹਨੇ ਦੁਨੀਆ ਦੇ ਪਦਾਰਥ ਤੇ ਦੁਨੀਆ ਦੇ ਰਸ ਭੋਗਣੇ ਆ, ਉਹਦੇ ਵਾਸਤੇ ਥੋੜੀ ਨਾ ਹੈਗੀ ਹੈ ਭਾਈ। ਹੁਣ ਇੱਥੇ ਪਲੀਜ਼ ਆਪ ਅੰਡਰਸਟੈਂਡ ਕਰੋ, ਇੱਥੇ ਕਹਿਣ ਤੋਂ ਭਾਵ ਆ, ਉੱਥੇ ਉਹਨਾਂ ਨੇ ਇਹ ਨਹੀਂ ਕਿਹਾ ਕਿ ਬਾਹਰੀ ਉਹਨੇ ਕੀ ਭੇਸ ਧਾਰਿਆ, ਕੀ ਰੂਪ ਧਾਰਿਆ। ਜਿਹਨੂੰ ਸਾਸ ਤੇ ਗਿਰਾਸ ਪ੍ਰਮਾਤਮਾ ਨਹੀਂ ਵਿਸਰਦਾ, ਜਿਹਦੇ ਜੀਵਨ 'ਚ ਸੱਚ ਇੰਨਾ ਜ਼ਿਆਦਾ ਮਜ਼ਬੂਤ ਆ, ਉਹ ਸੱਚ ਤੋਂ ਇਲਾਵਾ ਜੀਵਨ ਨਹੀਂ ਬਤੀਤ ਕਰਦਾ, ਉਹ ਸੰਤ ਆ। ਜੇ ਕੋਈ ਬਾਹਰ ਕਿਸੇ ਨੇ ਉਹ ਹਿਪੋਕ੍ਰੇਸੀ ਕੀਤੀ ਹੈ, ਕੁਝ ਦਿਖਾਵਾ ਕੀਤਾ ਹੈ, ਤੇ ਉਹਨੂੰ ਸੰਤ ਨਹੀਂ ਕਿਹਾ ਉਹਨਾਂ ਨੇ। ਠੀਕ ਹੈ, ਪਲੀਜ਼ ਆਪ ਅੰਡਰਸਟੈਂਡ ਕਰੋ। ਹਾਂਜੀ, ਅੱਗੇ ਚਲੀਏ। ਹਾਂ, ਮਹੱਲਾ ਪੰਜਵਾਂ। ਹੁਣ ਜਿਹੜਾ ਹੈਗਾ ਦੂਸਰੀ ਕੈਟਾਗਰੀ ਆ ਗਈ, ਜਿਹਦੀ ਆਪਾਂ ਗੱਲ ਕਰ ਰਹੇ ਸੀਗੇ ਬਈ ਜਿਹਨੂੰ ਜਿਹੜਾ ਹੈਗਾ 8 ਪੈਰ, ਮਹੱਲਾ ਪੰਜਵਾਂ, 8 ਪੈਰ ਪਾਉਂਦਾ ਫਿਰੈ ਖਾਵਣ ਸੰਦੜੈ ਸੂਲ। ਖਾਵਣ ਸੰਦੜੈ ਸੂਲ ਦਾ ਕੀ ਮਤਲਬ ਆ? ਜਿਹਨੂੰ ਸਿਰਫ ਭੋਗ ਚਾਹੀਦੇ ਆ, ਪਦਾਰਥ ਚਾਹੀਦੇ ਆ, ਰੂਪ ਚਾਹੀਦਾ ਹੈ, ਸਾਰੇ ਜਿਹੜੇ ਹੈਗੇ ਇੰਦਰੀਆਂ ਦੇ ਸੁੱਖ ਚਾਹੀਦੇ ਆ। 8 ਪੈਰ, 8 ਪੈਰ ਪੂਰੇ ਦੇ ਪੂਰਾ ਸਮਾਂ ਬਥੇਰੇ, ਸਾਰੀ ਮੈਜੋਰਟੀ ਇਸੇ ਕੰਮ 'ਚ ਹੈਗੀ ਆ। 8 ਪੈਰ ਪਾਉਂਦਾ ਫਿਰੇ ਪੂਰਾ, ਦੇਖ ਲਓ ਰਾਤ ਦਿਨ ਜਿਹੜਾ ਹੈਗਾ ਇਨਸਾਨ ਇੱਕ ਕਰ ਦਿੰਦਾ ਆਪਣੇ ਸ਼ੌਕ ਦੇ ਵਾਸਤੇ। 8 ਪੈਰ ਪਾਉਂਦਾ ਫਿਰੇ ਖਾਵਨ ਸੰਦਰੇ ਸੂਲ। ਸੂਲ ਕਹਿੰਦੇ ਦੁੱਖ, ਖਾਲੀ ਆਪਣੇ ਭੋਗਾਂ ਨੂੰ ਭੋਗਣ ਵਾਸਤੇ ਦੁੱਖ ਵੀ ਉਠਾ ਲੈਂਦਾ ਹੈ। 8 ਪਹਿਰ। ਫਿਰ ਕਹਿੰਦੇ ਉਹਦਾ ਕੀ ਹੋਊਗਾ ਮਹਾਰਾਜ ਜੀ? ਦੋਜਕ ਪਾਉਂਦਾ ਕਿਉਂ ਰਹੇ ਜਾਂ ਚਿੱਤ ਨਾ ਹੋਏ ਰਸੂਲ। ਰਸੂਲ ਦਾ ਮਤਲਬ ਪਰਮਾਤਮਾ ਨਹੀਂ ਹੁੰਦਾ। ਰਸੂਲ ਦਾ ਮਤਲਬ ਹੁੰਦਾ, ਦੇਖੋ
ਇਹਨਾਂ ਦੀ ਨਮਾਜ਼ ਜਿਹੜੀ ਹੈ ਇਹ ਉਹ ਕਰਦੇ ਆ ਜਿਹੜੇ ਹੈਗੇ ਇਹ ਜਿਹੜਾ ਉਹ ਕਹਿੰਦੇ ਕਿ ਯਾ ਇਲਾਹੀ ਇल्लल्लाह ਮੁਹੰਮਦ ਰਸੂਲillah। ਮੁਹੰਮਦ ਕੌਣ ਹੈ? ਕਹਿੰਦੇ ਉਹ ਪਰਮਾਤਮਾ ਨਹੀਂ ਹੈ ਮੁਹੰਮਦ ਰਸੂਲillah। ਰਸੂਲ ਕਹਿੰਦੇ ਆ ਪੈਗੰਬਰ ਹੈਗਾ, ਪਰਮਾਤਮਾ ਦਾ ਪੈਗਾਮ ਲਿਆਉਣ ਵਾਲਾ ਹੈਗਾ ਉਹ। ਕਹਿੰਦੇ ਜੇ ਤੈਨੂੰ ਚਿੱਤ ਦੇ ਵਿੱਚ ਤੇਰਾ ਗੁਰੂ ਨਹੀਂ ਹੈਗਾ, ਉਹਨੂੰ ਇਹ ਮੁਹੰਮਦ ਕਹਿੰਦੇ ਆ, ਆਪਣੇ ਜਿਹੜੇ ਹੈਗੇ ਪੈਗਾਮ ਲਿਆਉਣ ਵਾਲੇ ਨੂੰ ਪੈਗੰਬਰ, ਤੇ ਆਪਾਂ ਜਿਹੜੇ ਹੈਗੇ ਉਹਨੂੰ ਗੁਰੂ ਕਹਿੰਦੇ ਆ, ਗੁਰੂ ਜਾਂ ਸਤਿਗੁਰੂ। ਕਹਿੰਦੇ ਜੇ ਸਤਿਗੁਰੂ ਤੇਰੇ ਚਿੱਤ 'ਚ ਨਹੀਂ ਹੈਗਾ, ਸਤਿਗੁਰੂ ਦਾ ਮਤਲਬ ਉਹਦਾ ਉਪਦੇਸ਼ ਨਹੀਂ ਹੈਗਾ ਤੇਰੇ ਕੋਲ, ਬ੍ਰਹਮ ਗਿਆਨੀਆਂ ਦਾ ਉਪਦੇਸ਼ ਨਹੀਂ ਹੈਗਾ, ਤੈਨੂੰ ਦੋਜ਼ਖ ਕਹਿੰਦੇ ਆ। ਦੋਜ਼ਖ ਦਾ ਮਤਲਬ ਨਰਕ ਦਾ ਮਤਲਬ 84 ਲੱਖ ਜੂਨਾਂ। ਤੈਨੂੰ ਉਹਦੇ ਵਿੱਚੋਂ ਪਾਉਣੋਂ ਕੌਣ ਰੋਕ ਸਕਦਾ ਹੈ? ਪੈਣੋਂ ਕੌਣ ਰੋਕ ਸਕਦਾ ਹੈ? ਦੋਜ਼ਖ ਪਾਉਂਦਾ ਕਿਉਂ ਰਹੇ? ਕਿਵੇਂ ਬਚੂਗਾ ਉਹ ਇਨਸਾਨ ਜਾਂ ਚਿੱਤ ਨਾ ਹੋਏ ਰਸੂਲ, ਜਿਹਦੇ ਚਿੱਤ ਦੇ ਵਿੱਚ ਆਪਣੇ ਗੁਰੂ ਦਾ ਉਪਦੇਸ਼ ਨਹੀਂ ਹੈਗਾ। ਹਾਂਜੀ ਵੀਰ ਜੀ। ਹਾਂਜੀ, ਉਹ ਕਹਿੰਦੇ ਆ ਕਿ 2 ਤਰੀਕੇ ਨਾਲ ਜੀਵਨ ਨੂੰ ਉੱਚਾ ਕੀਤਾ ਜਾ ਸਕਦਾ ਹੈ। 2 ਤਰੀਕੇ ਹਨ। ਇੱਕ ਤਰੀਕੇ ਨਾਲ ਜਿਹੜਾ ਜੀਵਨ ਨੀਵਾਂ ਹੋ ਜਾਂਦਾ ਹੈ ਤੇ ਦੂਜੇ ਤਰੀਕੇ ਦਾ ਇਸਤੇਮਾਲ ਕਰੀਏ ਤੇ ਜੀਵਨ ਜਿਹੜਾ ਉੱਚਾ ਹੋ ਜਾਂਦਾ ਹੈ। ਇੱਕ ਕਹਿੰਦੇ ਵਿਦਿਆ ਤੇ ਦੂਜੀ ਕਹਿੰਦੇ ਅਵਿਦਿਆ। ਇੱਕ ਗਿਆਨ ਦੇ ਨਾਲ ਤੇ ਦੂਜਾ ਤੁਸੀਂ ਅਗਿਆਨ ਦੇ ਨਾਲ ਜੀਵਨ ਬਤੀਤ ਕਰਨਾ ਹੈ। ਕੁਛ ਕਰਨ ਦੀ ਲੋੜ ਨਹੀਂ। ਆੜਾ ਭਟਕਦਾ ਫਿਰਦਾ ਹੈ, ਇਹ ਕੌਣ ਹੈ? ਇਹਦੇ ਕੋਲ ਅਗਿਆਨ ਹੈ, ਇਹਦੇ ਕੋਲ ਨਜ਼ਰ ਹੀ ਨਹੀਂ ਹੈਗੀ। ਜੀਵਨ ਕਿੱਦਾਂ ਬਤੀਤ ਕਰਨਾ ਉਹਨੂੰ ਕਿਸੇ ਨੇ ਦੱਸਿਆ ਨਹੀਂ, ਨਾ ਉਹਨੂੰ ਉਹਦਾ ਖੁਦ ਦਾ ਇੰਟਰਸਟ ਹੈਗਾ। ਬਿਲਕੁਲ। ਔਰ ਫਿਰ ਕੀ ਹੋਊਗਾ? ਜਿਹੜੇ ਬੰਦੇ ਨੇ ਜੀਵਨ ਨੂੰ ਸਹੀ ਤਰੀਕੇ ਨਾਲ ਨਹੀਂ ਬਤੀਤ ਕੀਤਾ, ਆਪ ਜਸਟ ਸੋਚੋ ਕੀ ਹੋਵੇਗਾ? ਉਹ ਖਤਮ ਹੋ ਜਾਏਗਾ। ਇੱਥੇ ਨਾ ਮੰਡੀ ਮੈਂ ਨਾ ਗੁਰਵੀਰ ਦੇ ਨਾਲ ਵਾਕ ਕਰਨ ਗਿਆ, ਉੱਥੇ ਨਿੱਜਾ ਸਾਹਿਬ ਸਾਡੇ ਨਾ ਨਹਿਰ ਤੇ ਨਾ ਜਿਹੜੇ ਬਜ਼ੁਰਗ ਸੀ, ਕੋਈ ਪੁਰਾਣੇ ਬਜ਼ੁਰਗ ਸੀ, ਵੈਸੇ ਤੇ ਨਾਰਮਲੀ ਨਹਿਰਾਂ ਦੇ ਕੰਢਿਆਂ ਤੇ ਲੋਕੀ ਲਾਉਂਦੇ ਆ ਦੂਜੇ ਰੁੱਖ। ਉਹ ਪਤਾ ਨਹੀਂ ਕੋਈ ਬੰਦੇ ਦੀ ਸੋਚ ਸੀ, ਉਹਨੇ ਜਾਮ ਨੂੰ ਤੇ ਅੰਬ ਲਾਏ ਤੇ ਉਹ ਰੁੱਖ ਬੜੇ ਵੱਡੇ ਹੋ ਗਏ। ਹੁਣ ਕਈਆਂ ਲੋਕਾਂ ਨੂੰ ਫਲ ਲਾ ਲਓ, ਭਾਵੇਂ ਤੁਸੀਂ ਅੰਬ ਵੀ ਲਾ ਲਓ, ਭਾਵੇਂ ਤੁਸੀਂ ਉਹ ਲਾ ਲਓ, ਕੀ ਕਹਿੰਦੇ ਨੇ, ਸਪੈਦਾ ਲਾ ਲਓ। ਵੈਸੇ ਮੋਸਟਲੀ ਸਪੈਦੇ ਲੱਗੇ ਆ। ਹਾਂਜੀ। ਪਰ ਉਸ ਬੰਦੇ ਨੇ ਪਤਾ ਨਹੀਂ ਕਿਉਂ, ਉਹਨੇ ਆਪ ਤੇ ਖਾਧੇ ਨਹੀਂ, ਪਰ ਉਹ ਲਾ ਗਿਆ। ਹੁਣ ਉੱਥੇ ਨਾ ਬੜੇ ਅੰਬਾਂ ਦੇ ਬੂਟੇ ਆ ਤੇ ਬੜੇ ਹੀ ਜਾਮਨਾਂ ਦੇ ਬੂਟੇ ਆ। ਉਹ ਜਦੋਂ ਵੀ ਸੀਜ਼ਨ ਆਉਂਦਾ ਹੈ ਸਾਰੇ ਟੁੱਟ ਕੇ ਅੰਮ੍ਰਿਤਸਰ ਚ ਵੇਚਦੇ ਆ। ਚਲੋ ਵੇਖੋ ਬੰਦੇ ਦੀ ਸੋਚ, ਉਸ ਬੰਦੇ ਦੀ ਸੋਚ ਨੇ ਕਿੱਡਾ ਵੱਡਾ ਪਰਿਵਰਤਨ ਕੀਤਾ, ਬਦਲਾਅ ਲਿਆਂਦਾ। ਹੁਣ ਮੈਂ ਇਹ ਚੀਜ਼ ਕਹਿਣਾ ਚਾਹੁੰਦਾ ਕਿ ਉਹਦੇ ਨਾਲ ਨਾ 8-10 ਕਿੱਲਿਆਂ ਦਾ ਨਾ ਤੂਤਾਂ ਦਾ ਬਾਗ ਸੀ। ਸਤੂਤ ਜਿੱਥੇ ਨਾ ਸ਼ਮਕਾਂ ਵੱਢੀਆਂ ਜਾਂਦੀਆਂ ਤੇ ਉਹਦੀਆਂ ਬਣਦੀਆਂ ਟੋਕਰੀਆਂ। ਹੁਣ ਵੇਖੋ, ਗਿਆਨ ਤੋਂ ਬਿਨਾਂ ਜਿਹੜਾ ਜੀਵਨ ਬਤੀਤ ਕਰਨਾ ਨਾ, ਉਹ ਜੀਵਨ ਕਿਸੇ ਕੰਮ ਦਾ ਨਹੀਂ। ਉੱਥੇ ਕੀ ਕੀਤਾ ਕਿ ਉੱਥੇ ਦਾ ਬੜਾ ਸਤੂਤ ਦਾ ਉਹ ਡਾਂਗ ਹਰ ਸਾਲ ਠੇਕੇ ਤੇ ਜਾਂਦਾ ਸੀ, ਉਹਨੂੰ ਵੱਢੀਦਾ ਸੀ ਤੇ ਵੱਢ ਕੇ ਤੇ ਵਿਕਦੀਆਂ ਸੀ। ਹੁਣ ਇਹਨਾਂ ਨੇ ਕੀ ਕੀਤਾ, ਨਿੱਜਾ ਸਾਹਿਬ ਸਤੂਤ ਦੇ ਬੂਟੇ ਹੋ ਗਏ ਬੁੱਢੇ। ਇਹਨਾਂ ਨੂੰ ਧਿਆਨ ਸੀ ਫਲ ਦੇ ਵੱਲ ਕਿ ਵੱਢ ਕੇ ਲੈ ਜਾਓ, ਪਰ ਉਹਨਾਂ ਨੇ ਕਿਤੇ ਸੋਚਿਆ ਹੀ ਨਹੀਂ ਕਿ ਵਿੱਚ ਨਵੇਂ ਬੂਟੇ ਲਾਉਣੇ ਜ਼ਰੂਰੀ ਆ। ਬੁੱਧੀ ਦਾ ਇਸਤੇਮਾਲ ਨਹੀਂ ਕੀਤਾ। ਹੁਣ ਇਹ ਨਹੀਂ ਸੋਚਦੇ ਕਿ ਬੇਵਕੂਫ ਹੋ ਤੁਸੀਂ, ਦੁੱਧ ਤੇ ਚੋਈ ਜਾਂਦੇ ਜੇ। ਮੱਝ ਦਾ ਵੀ ਧਿਆਨ ਰੱਖੋ, ਗਾਂ ਦਾ ਵੀ ਧਿਆਨ ਰੱਖੋ। ਬਿਲਕੁਲ, ਕਿਉਂਕਿ ਦੁੱਧ ਤੇ ਉਹ ਦੇ ਦਿੰਦੀ ਆ। ਹੁਣ ਤੁਹਾਡਾ ਕੰਮ ਆ ਕਿ ਬਸ ਦੁੱਧ ਚੋ ਲਿਆਂਦਾ, ਪੱਠੇ ਪਾਏ, ਪਰ ਉਹਦੀ ਸਿਹਤ ਦਾ ਤੁਸੀਂ ਧਿਆਨ ਨਹੀਂ ਦਿੱਤਾ। ਹੁਣ ਮੈਂ ਗਿਆ ਤੇ ਨਿੱਜਾ ਸਾਹਿਬ ਉਹ ਨਾ ਬੀਆਬਾਨ ਹੋ ਗਿਆ, ਖਤਮ। ਇਸੇ ਤਰ੍ਹਾਂ ਜੀਵਨ ਹੈ। ਜੇਕਰ ਤੁਸੀਂ ਆਪਣੇ ਜੀਵਨ ਨੂੰ ਨਹੀਂ ਦੇਖਦੇ ਨਾ ਤੇ ਸਤੂਤਾ ਦੇ ਬਾਗ ਵਾਂਗੂ ਉਹ ਦੁੱਜਕਲ ਹੀ ਤੁਰਪਣਾ ਤੁਸੀਂ। ਕਿਉਂਕਿ ਟਾਈਮ ਪੀਰੀਅਡ ਹੁੰਦਾ ਵਾ ਸਾਡੇ ਕੋਲ ਨਿੱਜਾ ਸਾਹਿਬ ਉਹ ਚੀਜ਼ ਨੂੰ ਸਹੀ ਕਰਨ ਦਾ। ਬਿਲਕੁਲ। ਪਰ ਜਦੋਂ ਸਭ ਕੁਝ ਖਤਮ ਹੋ ਜਾਂਦਾ ਫਿਰ ਨਵੀਂ ਚੀਜ਼ ਨਿੱਜਾ ਸਾਹਿਬ ਪੈਦਾ ਕਰਨੀ ਬੜੀ ਔਖੀ ਹੈ। ਫਿਰ ਉਹਨੂੰ ਉੱਗਣ ਦੇ ਲਈ 4-5 ਸਾਲ ਚਾਹੀਦੇ। ਬਿਲਕੁਲ। ਇਸੇ ਲਈ ਜੀਵਨ ਨੂੰ ਜਿੱਦਾਂ ਤੁਸੀਂ ਚਲਾਉਂਦੇ ਜਾਓ ਨਾ, ਉਹਨੂੰ ਇੱਕਦਮੀ ਦਾ ਮਤਲਬ ਹੈ ਕਿ ਨਾਲ ਹੀ ਐਡਜਸਟ ਕਰੀ ਜਾਓ। ਕਿਉਂਕਿ ਬੱਚਿਆਂ ਦਾ ਹੋਮਵਰਕ ਨਹੀਂ ਵੇਖਿਆ ਤੁਸੀਂ? ਜਿਹੜੇ ਬੱਚੇ ਨੇ ਕੱਲ ਦਾ ਹੋਮਵਰਕ ਨਹੀਂ ਕੀਤਾ, ਅੱਜ ਦਾ ਵੀ ਨਹੀਂ ਕੀਤਾ, ਪਰਸੋਂ ਵੀ ਨਹੀਂ ਕੀਤਾ, 3 ਦਿਨ ਦਾ ਹੋਮਵਰਕ ਸਟੈਂਡ ਬਾਈ ਹੋ ਗਿਆ ਵਾ। ਬਾਣੀ ਤਾਂ ਹੀ ਉਹ ਕਹਿੰਦੀ ਆ ਸਵੇਰੇ ਤੇ ਸ਼ਾਮ 2 ਟਾਈਮ ਭਗਤੀ ਕਰਨੀ ਆ। ਕਿਉਂ? ਉਹ ਕਹਿੰਦੇ ਪੋਸਟਪੋਨ ਨਹੀਂ ਕਰਨਾ ਕੰਮ। ਤੇਰਾ ਮਨ ਤੇ ਤੇਰਾ ਚਿੱਤ ਕਿਉਂਕਿ ਸੰਸਾਰ ਦੇ ਵਿੱਚ ਜਾਵੇਂਗਾ ਨਾ ਤੇ ਥੋੜਾ ਬਹੁਤਾ ਗੰਦ ਤੇਰੇ ਅੰਦਰ ਵੜ ਜਾਣਾ ਹੈ। ਉਹਨੂੰ ਹਰ ਦਿਨ ਕਲੀਨ ਕਰਨਾ ਜ਼ਰੂਰੀ ਹੈ। ਉਹ ਪਰਮਾਤਮਾ ਨੇ ਸਾਡੀ ਭਗਤੀ ਤੋਂ ਕੁਝ ਲੈਣਾ ਦੇਣਾ ਨਹੀਂ ਹੈਗਾ।
ਪਰਮਾਤਮਾ ਨੂੰ, ਉਹ ਪਰਮਾਤਮਾ ਕੋਈ ਫੋਕੀ ਤਾਰੀਫ ਥੋੜੀ ਚਾਹੁੰਦਾ ਹੈ। ਨਾ ਨਾ ਮੈਂ ਨਾ ਕਹੀ ਜਾਵਾਂ ਕਿ ਤੂੰ ਬੜਾ ਵੱਡਾ ਵਾ, ਤੂੰ ਬੜਾ ਧਰਤੀਆਂ ਬਣਾਈਆਂ, ਸੂਰਜ ਬਣਾਇਆ, ਚੰਦਰਮਾ ਤਾਰੇ ਬਣਾਏ, ਕਿ ਸੱਚੀ ਪਰਮਾਤਮਾ ਮੇਰੇ ਮੂੰਹ 'ਚ ਇਹ ਸੁਣਨਾ ਚਾਹੁੰਦਾ ਹੈ? ਨਹੀਂ, ਉਹਨੂੰ ਕੋਈ ਲੋੜ ਨਹੀਂ ਹੈ ਭਗਤੀ ਭੁਗਤੀ ਦੀ। ਉਹ ਭਗਤੀ ਹੀ ਆਪਣੇ ਲਈ ਕਰਨੀ ਆ। ਬਿਲਕੁਲ ਸਹੀ ਗੱਲ ਹੈ। ਪਰਮਾਤਮਾ ਤਾਂ ਬਹੁਤ ਵੱਡਾ ਹੈ। ਉਹ ਜਿੱਥੇ ਇਹ ਬ੍ਰਹਿਮੰਡ 'ਚ ਰੇਤਾ ਦੇ ਕਣਕੇ ਜਿੱਡੀ ਇਹ ਧਰਤੀ ਹੈ, ਤੇ ਮੈਂ ਤੇ ਤੁਸੀਂ ਤੇ ਬਹੁਤ ਛੋਟੇ ਆ। ਅਸੀਂ ਕੇਵਲ ਆਪਣੀ ਯਾਤਰਾ ਨੂੰ ਪੂਰਾ ਕਰੀਏ ਬਸ 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 ਬਸ। ਹਾਂ, ਬਹੁਤਾ ਲੰਮੇ ਚੌੜੇ ਚੱਕਰਾਂ 'ਚ ਨਾ ਪੈ ਜਾਈਏ। ਫਿਰ ਇਸੇ ਲਈ ਬਾਣੀ ਸਾਨੂੰ ਇਹ ਸਮਝਾਉਂਦੀ ਹੈ ਕਿ ਆਹ ਦੇਖੋ, ਜਿਹੜੇ ਬੰਦੇ ਇੱਥੇ ਭਟਕਦੇ ਫਿਰਦੇ ਆ ਨਾ, ਉਹ ਫਿਰ ਦੋ ਜਗ੍ਹਾ 'ਚ ਚੱਲ ਜਾਂਦੇ ਆ। ਕਿਉਂ? ਕਿਉਂਕਿ ਉਹਨਾਂ ਨੇ ਧਿਆਨ ਹੀ ਨਹੀਂ ਦਿੱਤਾ। ਜਿਹੜੀ ਉਹਨਾਂ ਨੇ ਵੇਖਿਆ ਹੀ ਨਹੀਂ ਕਿ ਜੀਵਨ ਦੇ ਵਿੱਚ ਮੇਰੀ ਆਊਟਪੁੱਟ ਕੀ ਹੈ। ਬਿਨਾਂ ਗਿਆਨ ਤੋਂ, ਹੁਣ ਦੇਖੋ ਤੁਹਾਡੇ ਕੋਲ ਗੱਡੀ ਹੈ, ਬੜੀ ਵਧੀਆ ਗੱਡੀ ਰੱਬ ਨੇ ਦਿੱਤੀ ਤੁਹਾਨੂੰ, 20-25 ਲੱਖ ਦੀ ਕਾਰ ਹੈ। ਹੁਣ ਤੁਸੀਂ ਧਿਆਨ ਹੀ ਨਹੀਂ ਦਿੱਤਾ, ਉਹਦੀ ਕੋਈ ਮੇਨਟੇਨੈਂਸ ਨਹੀਂ ਕੀਤੀ, ਕਿਤੇ ਸੜਕ ਵੱਲ ਨਹੀਂ ਸੋਚਿਆ, ਜਿੱਥੇ ਮਰਜ਼ੀ ਤੁਸੀਂ ਇਹਨੂੰ ਭਜਾਉਂਦੇ ਰਹੇ, ਜੋ ਮਰਜ਼ੀ ਲੱਦਦੇ ਰਹੇ। ਇੱਕ ਸਮਾਂ ਆਉਣਾ ਹੈ, ਉਹਨੇ ਜਵਾਬ ਦੇ ਜਾਣਾ ਹੈ। ਉਸ ਤੋਂ ਬਾਅਦ ਫਿਰ ਤੁਰੇ ਰਹੋ ਮਕੈਨਿਕਾਂ ਦੇ ਕੋਲ। ਪਰ ਜੇ ਆਪਾਂ ਸਹੀ ਤਰੀਕੇ ਨਾਲ ਚਲਾਈਏ ਤੇ ਗੱਡੀ ਭਾਵੇਂ ਜਿੰਨਾ ਚਿਰ ਮਰਜ਼ੀ ਚਲਾਓ, ਜੋ ਉਹ ਖਰਾਬ ਥੋੜੀ ਹੋ ਚੱਲੀ ਹੈ। ਬਿਲਕੁਲ ਇਸੇ ਤਰ੍ਹਾਂ ਜੀਵਨ ਹੈ। ਜਿਹੜੇ ਬੰਦੇ ਗਲਤ ਤਰੀਕੇ ਨਾਲ ਜੀਵਨ ਬਤੀਤ ਕਰਦੇ ਆ, ਧਿਆਨ ਨਹੀਂ ਦਿੰਦੇ, ਉਹ ਫਿਰ ਉਹਨਾਂ ਨੂੰ ਦੋਜਕ 'ਚ ਜਾਣਾ ਪੈਂਦਾ, ਕਿਉਂਕਿ ਉਹ ਕਰਮ ਹੀ ਏਦਾਂ ਦੇ ਕਰ ਲੈਂਦੇ ਨੇ। ਕੋਈ ਵਿਵੇਕ ਨਹੀਂ, ਕੋਈ ਗਿਆਨ ਨਹੀਂ, ਉਹ ਬਦਲੇ ਲੈਂਦੇ ਰਹਿੰਦੇ ਲੋਕਾਂ ਤੋਂ। ਹੁਣ ਅੱਜ ਮੈਂ ਇੱਕ ਚੀਜ਼ ਪੜ੍ਹ ਰਿਹਾ ਸਾਂ, ਬੜੀ ਵਧੀਆ ਗੱਲ ਸੀ। ਇਹ ਜਿਹੜੀ ਸ਼ੂਗਰ, ਇਹ ਜਿਹੜੀਆਂ ਦਿਲ ਦੀਆਂ ਬਿਮਾਰੀਆਂ, ਇਹ ਡਿਪਰੈਸ਼ਨ, ਇਹ ਐਂਗਜ਼ਾਇਟੀ, ਤੁਸੀਂ ਕੋਈ ਵੀ ਬਿਮਾਰੀ ਲਾ ਲਓ, ਇਹਦਾ ਕਾਰਨ ਹੈਗਾ ਤੁਹਾਡਾ ਮਨ। ਅੱਜ ਇਨਸਾਨ ਇੰਨੀ ਈਰਖਾ ਦੇ ਵਿੱਚ ਬੈਠਾ। ਨਿੱਜਰ ਸਾਹਿਬ, ਅੱਜ ਤੋਂ 35 ਸਾਲ ਪਹਿਲੀ ਇੰਨੀ ਜੈਲਸੀ ਨਹੀਂ ਸੀਗੀ। ਮੈਂ ਅੱਜ ਆਪ ਜੀ ਨੂੰ ਦੱਸਣਾ ਚਾਹੁੰਦਾ ਤੁਹਾਨੂੰ, ਤੁਸੀਂ ਸਾਰੇ ਮੇਰੇ ਤੋਂ ਵੱਡੇ ਜੋ, ਹੋ ਸਕਦਾ ਇੱਕ ਦਾ ਸ਼ਾਇਦ ਛੋਟਾ ਹੋਵੇ, ਪਰ ਮੈਨੂੰ ਲੱਗਦਾ ਤੁਸੀਂ ਸਾਰੇ ਮੇਰੇ ਤੋਂ ਵੱਡੇ ਜੋ। ਇਹ ਅੱਜ ਤੋਂ 25 ਸਾਲ 30 ਸਾਲ ਪਹਿਲਾਂ ਨਾ, ਜਦੋਂ ਵਿਆਹ ਤੇ ਲੋਕੀ ਮੇਲ ਆਉਣੇ, ਨਾਨਕਾ ਮੇਲ ਆਉਣਾ, ਤੇ ਉਹਨਾਂ ਨੇ ਕੀ ਕਰਨਾ, ਉਹਨਾਂ ਵੇਖਣਾ ਕਿ ਕਿਹੜਾ ਨਾਰਾਜ਼ ਆ, ਕਿਹੜਾ ਲੜਿਆ ਪਿੰਡ ਦਾ। ਉਹਨਾਂ ਨੇ ਰਾਤ ਨੂੰ ਜਾਣਾ, ਉਹ ਚਲੋ ਬਈ ਤੁਸੀਂ ਆਏ ਨਹੀਂ ਵਿਆਹ ਤੇ, ਅਗਲਿਆਂ ਨੇ ਉਸੇ ਟਾਈਮ ਨਾਲ ਤੁਰ ਪੈਣਾ ਕਿ ਲੜਾਈ ਖਤਮ। ਜੋ ਗੱਲ ਬੀਤ ਗਈ ਉੱਥੇ ਮਿੱਟੀ ਪਾਤੀ ਆ, ਭਾਵੇਂ ਜੋ ਮਰਜ਼ੀ ਹੋ ਗਿਆ। ਬਜ਼ੁਰਗ ਸਾਡੇ ਘਰ ਆ ਗਏ, ਰਿਸ਼ਤੇਦਾਰ ਆ ਗਿਆ, ਉਹਨਾਂ ਨੇ ਨਹੀਂ ਕਹਿਣਾ ਕਿ ਇਹਨੇ ਮੈਨੂੰ ਫਲਾਨਾ ਕਿਹਾ, ਮੈਨੂੰ ਟਿਮਕਾ ਕਿਹਾ, ਚਲੋ ਵੀ ਮਨ ਮਿਟਾਵਾ ਕਰੋ, ਚਲੋ ਆਓ ਉੱਥੇ। ਹੁਣ ਅਗਲੇ ਦੇ ਘਰ ਪ੍ਰੋਗਰਾਮ ਬਣਿਆ, ਵੀ ਇੱਥੇ ਮੂੰਹ ਪੱਟ ਕੇ ਬੈਠੇ, ਅਗਲੇ ਨਾਲ ਤੁਰ ਪੈਣਾ। ਬਿਲਕੁਲ। ਨਾਲੇ ਹੁਣ ਤੁਸੀਂ ਲੋਕਾਂ ਨੂੰ ਮਨਾ ਕੇ ਲੈ ਆਓ, ਉਹ ਨਹੀਂ ਆਉਣੇ। ਹੁਣ ਅਗਲੇ ਵੀ ਇਹ ਜਿਹੜੇ ਅਗਲੇ ਵੀ ਉਡੀਕ ਕਰਦੇ ਹੁੰਦੇ ਸੀ ਰਿਸ਼ਤੇਦਾਰ, ਬਈ ਹੁਣ ਜਿਹੜਾ ਇਹਦੇ ਵਿਆਹ ਆ, ਹੁਣ ਆਊਗਾ, ਇਹ ਹੁਣ ਮਨਾਉਣ ਆਊਗਾ। ਹਾਂਜੀ, ਤੇ ਸਭ ਇਹੋ ਤਰੀਕਾ ਸੀ। ਉਹ ਕਹਿੰਦਾ ਜੇ ਤੂੰ ਇੱਕ ਜਿਹੜਾ ਤੇਰਾ ਚੁੱਲ੍ਹਾ ਟੁੱਟਿਆ, ਉਹ ਥੋੜਾ ਬਹੁਤਾ ਮਾੜਾ ਮੋਟਾ ਕਰੈਕ ਆਇਆ, ਇੱਥੇ ਸਾਡੇ ਕੋਲ ਪਿਆ ਵਾ, ਭਾਵੇਂ ਸੀਮਟ ਦਾ ਸੀ ਨਿੱਜਰ ਸਾਹਿਬ, ਉਹਨੂੰ ਵੀ ਥੋੜਾ ਲਿਪਣ ਦੀ ਲੋੜ ਪੈਂਦੀ ਆ। ਬਿਲਕੁਲ, ਟੱਚਅਪ ਦੀ ਲੋੜ ਪੈਂਦੀ ਆ। ਤੇ ਜੇ ਕੰਧ ਚਾਹੀ ਤਰੇੜ, ਅਸੀਂ ਉੱਥੇ ਟੱਚਅਪ ਕਰਦੇ ਆ, ਰੰਗ ਕਰਾਉਂਦੇ ਆ, ਤੇ ਰਿਸ਼ਤਿਆਂ ਦੇ ਵਿੱਚ ਕਿਉਂ ਨਹੀਂ ਟੱਚਅਪ ਕਰ ਸਕਦੇ ਆਪਾਂ? ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ। ਏਦਾਂ ਤੇ ਫਿਰ ਇਕੱਲੇ ਹੀ ਰਹਿ ਜਾਣਾ ਤੁਸੀਂ, ਬੈਠੇ ਰਹੋ ਕਮਰੇ ਦੇ ਵਿੱਚ। ਇਕੱਲੇ ਰਹਿ ਜਾਣਾ, ਬਿਲਕੁਲ ਰਹਿ ਜਾਂਦੇ ਇਕੱਲੇ। ਬਿਲਕੁਲ ਦੇਖ ਲਓ, ਜਿਹੜਾ ਇਨਸਾਨ ਜਿਹੜਾ ਹੈਗਾ ਹਰੇਕ ਦੇ ਨਾਲ ਤੋੜ ਲੈਂਦਾ, ਫਿਰ ਇਕੱਲਾ ਰਹਿ ਕੇ ਫਿਰ ਇਕੱਲਾ ਰਹਿ ਕੇ ਵੀ ਚੈਨ ਨਹੀਂ ਆਉਂਦਾ ਬੰਦੇ ਨੂੰ। ਆਹੋ, ਫਿਰ ਐਸੇ ਬੰਦੇ ਹੁੰਦੇ ਆ। ਉਦੋਂ ਮੈਂ ਉੱਥੇ ਮਿਲਿਆ ਤੇ ਉਹ ਕਹਿੰਦਾ, ਭਾਜੀ ਇੱਥੇ 2 ਰੁੱਖ ਹੀ, ਇਹਨੂੰ ਮਕਾਨ ਮਾਲਕ ਨੂੰ ਪਤਾ ਨੀ ਕੀ ਸੁਝਿਆ, ਇਹਨੇ ਦੋਵੇਂ ਵੜਦੇ। ਐਸੇ ਬੰਦੇ ਤੋਂ ਰੁੱਖ ਵੀ ਨਹੀਂ ਵੱਜਦੇ, ਐਸੇ ਬੰਦੇ ਹੁੰਦੇ ਨੇ। ਤੋ ਇਹ ਪਲੀਜ਼ ਆਪ ਨੋਟ ਕਰੋ, ਇਹ ਜਿਹੜੀਆਂ ਤੁਹਾਡੇ ਸਰੀਰ 'ਚ ਬਿਮਾਰੀਆਂ ਨੇ, ਇਹ ਕਿਉਂ ਨੇ? ਕਿਉਂਕਿ ਅੰਦਰ ਕੁਛ ਨਾ ਕੁਛ ਤੁਸੀਂ ਕਰ ਰਹੇ ਜੋ, ਕੁਛ ਤਾਂ ਕੁਛ ਏਦਾਂ ਦਾ ਤੁਸੀਂ ਕਰ ਰਹੇ ਜੋ, ਉਹ ਤੁਹਾਡੇ ਸਰੀਰ 'ਚ ਪ੍ਰਗਟ ਹੋ ਰਿਹਾ ਹੈ। ਇਸੇ ਕਰਕੇ ਬਾਣੀ 'ਚ ਇੱਕ ਬੜਾ ਸੋਹਣਾ ਇੱਕ ਸਾਨੂੰ ਸਮਝਾਇਆ ਗਿਆ ਹੈ ਕਿ ਮਾਫ਼ ਕਰ ਦਿਓ, ਪਲੀਜ਼ ਮਾਫ਼ ਕਰ ਦਿਓ। ਓਏ ਤੁਸੀਂ ਉਹਨੂੰ ਨਹੀਂ ਮਾਫ਼ ਕਰਨਾ, ਤੁਸੀਂ ਆਪਣੇ ਆਪ ਨੂੰ ਮਾਫ਼ ਕਰਨਾ। ਉਹ ਕਮ ਸੇ ਕਮ ਜਿਹੜਾ ਤੁਹਾਡੇ ਅੰਦਰ ਹੀਟਰ ਚੱਲਣ ਦਿਆ, ਉਹ ਬੰਦ ਹੋ ਜੇ। ਉਸ ਹੀਟਰ ਨੇ ਤੁਹਾਨੂੰ ਸਾੜ ਦੇਣਾ, ਖੁਸ਼ਬੂ ਨਹੀਂ ਦੇਣੀ, ਠੰਡਕ ਨਹੀਂ ਦੇਣੀ, ਉਹਨੇ ਤੁਹਾਨੂੰ ਸਾੜਨ ਦੇ ਅੰਦਰ। ਬਿਲਕੁਲ ਸਾੜ ਰਿਹਾ ਹੈ। ਤੁਸੀਂ ਦਿਨ ਰਾਤ ਸੋਚਦੇ ਜੇ ਮੇਰੇ ਤੋਂ ਬਦਲਾ ਲਊਂਗਾ, ਇਹਦਾ ਉਹ ਹੋ ਜੇ, ਉਹਦਾ ਉਹ ਹੋ ਜੇ। ਉਹ ਇਹੀ ਕੋਈ ਰੱਬ ਥੋੜੀ ਹੈਗੀ ਹੈ। ਉਹ ਕ੍ਰਿਸਚਨ ਲੋਕ ਕਹਿੰਦੇ ਆ ਡੋਂਟ ਜੱਜ। ਉਹ ਕਹਿੰਦਾ ਤੂੰ ਜੱਜ ਨਾ ਕਰ, ਜੇ ਤੂੰ ਕਿਸੇ ਨੂੰ ਜੱਜ ਕਰੇਗਾ ਤੇ ਰੱਬ ਤੈਨੂੰ ਵੀ ਜੱਜ ਕਰੂਗਾ। ਬਿਲਕੁਲ ਕਰੂਗਾ ਜੀ, ਬਿਲਕੁਲ ਕਰੂਗਾ। ਸਹੀ ਹੈ। ਇਸ ਕਰਕੇ ਬਾਣੀ ਕਹਿੰਦੀ ਹੈ
ਹਮ ਨਹੀਂ ਚੰਗੇ ਤੇ ਬੁਰਾ ਨਹੀਂ ਕੋਈ। ਦੇਖੋ ਬਾਣੀ ਕਿੰਨੀ ਪਿਆਰੀ ਹੈ। ਉਹ ਕਿੱਡੇ ਵਧੀਆ ਸਾਡੇ ਲਈ ਨਾ ਹੈਂਡ ਨੋਟ ਦੇ ਕੇ ਗਏ ਨੇ। ਹੈਂਡ ਨੋਟ ਦਾ ਮਤਲਬ ਹੁੰਦਾ ਲਿਖਤੀ ਗੱਲਾਂ। ਚਰਨਜੀਤ ਤੂੰ ਕੱਲਾ ਗੱਲਾਂ ਨਾ ਕਰੀ ਛੱਡੀ, ਇਹਨਾਂ ਨੂੰ ਪ੍ਰੈਕਟੀਕਲ ਤੂੰ ਆਪਣੀ ਲਾਈਫ 'ਚ ਇੰਪਲੀਮੈਂਟ ਕਰ ਦੇ, ਤੂੰ ਸੁਖੀ ਹੋ ਜਾਏਗਾ। ਕਿਉਂਕਿ ਤੂੰ ਕਿਉਂ ਪਰੇਸ਼ਾਨ ਹੈ? ਉਹ ਨਹੀਂ ਚੰਗਾ, ਆਹ ਨਹੀਂ ਚੰਗਾ, ਉਹਨੇ ਮੈਨੂੰ ਆਹ ਕੀਤਾ। ਉਹ ਠੀਕ ਕੀਤਾ, ਪਰ ਉਸ ਗੱਲ ਨੂੰ ਬੀਤਿਆਂ ਬਹੁਤ ਸਾਲ ਹੋ ਗਏ ਆ। ਪਰ ਤੂੰ ਅੱਜ ਵੀ ਉਸ ਗੱਲ ਨੂੰ ਚੇਤੇ ਕਰ ਕਰਕੇ ਆਪਣੇ ਚਿੱਤ ਦੇ ਵਿੱਚ ਗੜਬੜ ਕਰ ਰਿਹਾ, ਔਰ ਫਿਰ ਤੂੰ ਅੰਦਰੋਂ ਉਹਨੂੰ ਵਾਈਬ੍ਰੇਸ਼ਨ ਭੇਜ ਰਿਹਾ, ਬੈਡ ਵਾਈਬ੍ਰੇਸ਼ਨ। ਜਿੱਦਾਂ ਤੁਹਾਡੇ ਟੀਵੀ ਦੇ ਸਿਗਨਲ ਜਾਂਦੇ ਆ ਨਾ, ਇਸੇ ਤਰ੍ਹਾਂ ਸਾਡੇ ਚੋਂ ਸਿਗਨਲ ਨਿਕਲਦੇ ਨੇ। ਔਰ ਮੈਂ ਕਈ ਵਾਰੀ ਅਜਮਾਇਆ, ਕਈ ਵਾਰੀ ਕਈਆਂ ਨੂੰ ਯਾਦ ਕੀਤਾ, ਉਹ ਅਗਲਾ ਆ ਜਾਂਦਾ ਨਿਜਮ ਸਾਹਿਬ। ਬਿਲਕੁਲ। ਔਰ ਤੁਹਾਡੇ ਨਾਲ ਵੀ ਵਾਪਰਦਾ ਹੋਊਗਾ। ਇਹਦਾ ਮਤਲਬ ਕਿ ਵੀ ਆਰ ਕਨੈਕਟਡ ਈਚ ਅਦਰ। ਤੇ ਜੇ ਅਸੀਂ ਚੰਗੀ ਗੱਲ ਵੀ ਭੇਜ ਸਕਦੇ ਹਾਂ, ਤੇ ਜੇਕਰ ਮਾੜਾ ਵੀ ਸੋਚਾਂਗੇ ਉਹ ਵੀ ਉਹਦੇ ਕੋਲ ਪਹੁੰਚੇਗਾ। ਸੋ ਪਲੀਜ਼ ਸਾਨੂੰ ਕੋਈ ਲੋੜ ਹੀ ਨਹੀਂ ਸੋਚਣ ਦੀ ਮਾੜਾ। ਆਪਾਂ ਉਹਨੂੰ ਮਾਫ਼ ਕਰੀਏ, ਉਹਨੂੰ ਕਹੀਏ ਭਾਈ ਉਹਦਾ ਜੋ ਕਰਮ ਸੀ ਉਹਨੇ ਕਰਤਾ, ਮੇਰਾ ਕਰਮ ਹੈਗਾ ਉਹਨੂੰ ਮਾਫ਼ ਕਰਨਾ। ਮੈਂ ਬੋਝ ਨਹੀਂ ਰੱਖਣਾ ਮਨ ਤੇ, ਮੈਂ ਉਸ ਗੱਲ ਨੂੰ ਵਿਚਾਰ ਹੀ ਨਹੀਂ ਕਰਨਾ ਚਾਹੁੰਦਾ। ਮਨ ਨੇ ਕਹਿਣਾ ਨਹੀਂ ਨਹੀਂ ਉਹ ਤੂੰ ਕਿਉਂ ਮਾਫ਼ ਕਰਤਾ, ਤੂੰ ਭੁੱਲ ਗਿਆ। ਔਰ ਕੋ ਮੋਟਰਸਾਈਕਲ ਮੰਗਿਆ ਸੀ, ਉਹਨੇ ਜਵਾਬ ਦੇਤਾ ਸੀ, ਤੂੰ ਭੁੱਲ ਗਿਆ। ਉਹਨੇ ਤੂੰ ਕਾਰ ਮੰਗੀ ਸੀ ਨਾ, ਹਾਂ ਤੂੰ ਭੁੱਲ ਗਿਆ। ਤੇਰੇ ਬੱਚਿਆਂ ਦੇ ਲਈ ਤੂੰ ਉਹਦੇ ਕੋਲ ਲੱਖ ਰੁਪਇਆ ਮੰਗਿਆ ਸੀ, 50,000, ਉਹਦੇ ਕੋਲ ਕਰੋੜਾਂ ਰੁਪਏ ਸੀ, ਉਹਨੇ ਨਹੀਂ ਦਿੱਤੇ। ਉਹ ਨਹੀਂ ਦਿੱਤੇ ਤਾਂ ਠੀਕ ਹੈ, ਉਹਦੇ ਕਰਮਾਂ 'ਚ ਨਹੀਂ ਸੀ ਉਸ ਚੀਜ਼ ਦੇ ਵਿੱਚ ਹਿੱਸਾ ਪਾਉਣਾ। ਉਹ ਕਿੱਥੋਂ ਪਾ ਦਿੰਦਾ? ਕਈ ਵਾਰੀ ਲੋਕ ਏਦਾਂ ਦੇ ਹੁੰਦੇ ਨੇ, ਉਹ ਤੋਕੜ ਮੱਝਾਂ ਵਾਂਗੂ ਹੁੰਦੇ ਨੇ, ਜਾਂ ਫੰਡਰ ਮੱਝਾਂ ਹੁੰਦੀਆਂ ਨੇ, ਉਹਨਾਂ ਕੋਲ ਦੁੱਧ ਹੁੰਦਾ ਹੀ ਨਹੀਂ। ਕਿੱਥੋਂ ਦੇ ਦੇਣ ਤੁਹਾਨੂੰ? ਤੁਸੀਂ ਉਹਨੂੰ ਕੁੱਟੀ ਜਾ ਰਹੇ ਜੋ। ਨਹੀਂ ਸਾਨੂੰ ਦੁੱਧ ਚਾਹੀਦਾ ਹੀ ਆ। ਉਹ ਕਹਿੰਦੇ ਠੀਕ ਹੈ ਤੈਨੂੰ ਚਾਹੀਦਾ ਹੈ, ਪਰ ਉਹ ਕੋ ਹੈ ਨਹੀਂ। ਉਹਦੇ ਕਰਮਾਂ 'ਚ ਨਹੀਂ, ਉਹਦਾ ਪੈਸਾ ਕਿਸੇ ਦੇ ਕੰਮ ਆ ਹੀ ਨਹੀਂ ਸਕਦਾ। ਤੂੰ ਕਿੱਥੋਂ ਲੈ ਆਏਂਗਾ? ਉਹ ਤੋਕੜ ਮੱਝ। ਬਿਲਕੁਲ ਗੋਰਖੀ ਸਾਹਿਬ, ਸਾਡੇ ਜਿਹੜਾ ਨਾ ਇੱਕ ਜਿਹੜਾ ਹੈਗਾ ਮੈਂ ਦੇਖਿਆ ਮੇਰੇ ਬਿਲਕੁਲ ਜਿਹੜਾ ਨਾ ਸਿੰਘ ਹੈਗੇ, ਉਹਨਾਂ ਨੇ ਜਿਹੜਾ ਹੈਗਾ ਮੱਝ ਨੂੰ ਐਸਾ ਸੋਟਾ ਮਾਰਿਆ, ਪਤਾ ਨਹੀਂ ਸਿਰ ਦੇ ਵਿੱਚ, 7ਵੇਂ ਦਿਨ ਮੱਝ ਮਰ ਗਈ ਵਿਚਾਰੀ। ਦੇਖੋ। ਹਾਂ ਨਿਜਰ ਸਾਹਿਬ, ਮੈਂ ਵੀ ਕਈ ਵਾਰੀ ਬੇਵਕੂਫੀਆਂ ਬਹੁਤ ਕੀਤੀਆਂ, ਕਿਉਂਕਿ ਮੈਂ ਗਾਵਾਂ ਦੇ ਨਾਲ ਰਿਹਾ। ਮੈਂ 12ਵੀਂ ਤੱਕ ਪੜ੍ਹਦਾ ਸਾਂ, ਮੈਂ ਆਪ ਹੀ ਗੋਹਾ ਸੁੱਟਦਾ ਰਿਹਾ। ਮਾਤਾ ਮੇਰੀ ਸ਼ਾਇਦ ਕਥਾ ਸੁਣਦੀ ਹੋਵੇ। ਮਤਲਬ ਕਈ ਵਾਰੀ ਗਲਤੀਆਂ ਕਰਦਾ ਹੈ ਬੰਦਾ, ਪਰ ਮੈਂ ਸੋਚਦਾ ਉਹ ਜਿਹੜੇ ਪਸ਼ੂਆਂ ਨੂੰ ਮੈਂ ਨਵਾਉਂਦਾ ਰਿਹਾ ਨਾ, ਉਹਨਾਂ ਨੂੰ ਸਾਬਣ ਦੇ ਨਾਲ ਨਵਾਉਂਦਾ ਆ। ਸਾਬਣ ਦੇ ਨਾਲ ਨਿਜਰ ਸਾਹਿਬ, ਸਾਬਣ ਨਾਲ ਰੋਜ਼ ਨਵਾਉਣਾ। ਤੇ ਮੈਂ ਅੱਜ ਵੀ ਯਾਦ ਕਰਦਾ, ਜੇ ਮੈਨੂੰ ਭਾਗ ਲੱਗੇ ਆ ਨਾ, ਉਹਦੇ ਪਿੱਛੇ ਉਹਨਾਂ ਗਊਆਂ ਦਾ ਪੱਕਾ ਹੱਥ ਆ। ਕਿਉਂਕਿ ਉਹ ਜਾਨਵਰ ਆ, ਉਹਨੂੰ ਨਹੀਂ ਪਤਾ, ਪਰ ਪ੍ਰਕਿਰਤੀ ਨੂੰ ਤਾਂ ਪਤਾ ਨਾ। ਤੁਸੀਂ ਉਹਨੂੰ ਗੰਦਾ ਪਾਣੀ ਪਿਆਓਗੇ, ਤੁਸੀਂ ਉਹਨੂੰ ਗੇੜ ਕੇ, ਨਲਕਾ ਗੇੜ ਕੇ ਅਸੀਂ ਪਾਣੀ ਪਿਆਉਂਦੇ ਰਹੇ। ਉਹ ਕਿਤੇ ਜਾਨਵਰ ਭੁੱਲਦੇ ਥੋੜੀ ਆ। ਲੋਕੀ ਵੇਖੋ ਕਿੱਦਾਂ ਗੰਦਾ ਪਾਣੀ ਪਿਆ ਦਿੰਦੇ ਆ, ਛੱਪੜ ਦਾ। ਬਿਲਕੁਲ ਪਿਆ ਦਿੰਦੇ ਲੋਕ। ਪਰ ਜੇਕਰ ਤੁਸੀਂ ਸੱਚੀ ਉਹਨੂੰ ਜੀਵ ਸਮਝੋ, ਉਹ ਹੈ ਬੋਲ ਨਹੀਂ ਸਕਦੇ, ਪਰ ਗੱਲ ਸਾਰੀ ਸਮਝਦੇ। ਹੁਣ ਤੁਸੀਂ ਛੱਪੜ 'ਚ ਖੜਨਾ ਵਾ, ਤੁਸੀਂ ਪਹਿਲਾਂ ਪਾਣੀ ਪਿਆਓ ਇਹਨੂੰ, ਘਰੋਂ ਫਿਰ ਲੈ ਜਾਓ ਉੱਥੇ। ਇਹ ਗੱਲਾਂ ਜਿਹੜੀਆਂ ਨੇ, ਗੱਲਾਂ ਤੇ ਕੁਛ ਵੀ ਨਹੀਂ ਆ। ਗੱਲਾਂ ਦੇਖੋ, ਗੱਲਾਂ ਵੇਖਣ ਨੂੰ ਨਿੱਕੀਆਂ ਗੱਲਾਂ ਨੇ। ਹੁਣ ਤੁਸੀਂ ਜਦੋਂ ਗੁਰਦੁਆਰੇ ਜਾ ਕੇ ਜਿੰਨੀ ਮਰਜ਼ੀ ਸੇਵਾ ਕਰੀ ਜਾਓ, ਤੁਸੀਂ ਘਰ ਦੀ ਰੋਟੀ ਨਾ ਜਦੋਂ ਤੁਸੀਂ ਪਕਾਉਂਦੇ ਜੋ ਨਾ, ਤੁਸੀਂ ਇਹ ਨਾ ਸੋਚੋ ਕਿ ਇਹ ਫਲਾਨਾ ਬੰਦਾ ਆ ਗਿਆ, ਟਿਮਕਾ ਆ ਗਿਆ, ਸੱਸ ਹੈ ਸਹੁਰਾ ਮੈਨੂੰ ਪਸੰਦ ਨਹੀਂ, ਇਹ ਮੈਨੂੰ ਬੁੱਢਾ ਬੁੱਢੀ ਗਾਲਾਂ ਕੱਢੀ ਜਾਂਦੇ ਆ। ਤੇ ਉਹਦੀ ਰੋਟੀ ਬਣਾਈ ਨਾ ਜ਼ਹਿਰ ਆ। ਕਿ ਤੁਸੀਂ ਅੱਜ ਇੱਥੇ ਨਾ ਆਪਣੇ ਗਰੁੱਪ 'ਚ ਇੱਕ ਹੈਗੇ ਨੇ, ਉਹਨਾਂ ਦਾ ਮੈਨੂੰ ਫੋਨ ਆਇਆ, ਕਹਿੰਦੇ ਕਿ ਮਤਲਬ ਫੈਮਿਲੀ ਦੇ ਵਿੱਚ ਉਹਨਾਂ ਮੈਨੂੰ ਸੱਦਿਆ ਨਹੀਂ, ਕੋਈ ਫੰਕਸ਼ਨ ਤੇ ਜਾਣਾ ਸੀ, ਤੇ ਮੈਨੂੰ ਕਹਿੰਦੇ ਆ ਕਿ ਤੁਸੀਂ ਸਾਨੂੰ ਨਾ ਵਧਾਈ ਨਹੀਂ ਦਿੱਤੀ। ਤੇ ਉਹ ਕਹਿੰਦੀ ਮੈਂ ਕਿੱਥੋਂ ਦੇਣੀ ਸੀ, ਕਿ ਮੈਨੂੰ ਤੇ ਸੱਦਿਆ ਨਹੀਂ। ਮੈਨੂੰ ਉਹਨਾਂ ਨੇ ਫੋਨ ਕੀਤਾ ਕਿ ਦੱਸੋ ਮੈਂ ਕੀ ਕਰਾਂ। ਮੈਂ ਜੋ ਸਹੀ ਹੈ ਤੁਸੀਂ ਉਹ ਕਰੋ, ਠੀਕ ਹੈ। ਤੇ ਕਹਿੰਦੇ ਕਿ ਮੈਂ ਆਪਣੇ ਹਸਬੈਂਡ ਨੂੰ ਦੱਸਿਆ, ਕਹਿੰਦਾ ਮੈਂ ਤੇਰੇ ਨਾਲ ਆ, ਜੋ ਵੀ ਕੀਤਾ ਠੀਕ ਕੀਤਾ, ਤੇਰੀ ਮਰਜ਼ੀ। ਕਿਉਂਕਿ ਵਿਚਾਰੇ ਨੇ ਉਹਨੂੰ ਕੀ ਕਹਿਣਾ ਉਹਨੂੰ। ਉਹਨਾਂ ਨੇ ਕੀਤਾ। ਫਿਰ ਜਾ ਕੇ ਉਹਨਾਂ ਕੋਲ ਮਾਫੀ ਮੰਗੀ ਕਿ ਮੈਂ ਮਤਲਬ ਮੇਰਾ ਕੋਈ ਕਸੂਰ ਨਹੀਂ ਹੈਗਾ, ਬਟ ਮੈਨੂੰ ਤੁਹਾਡੇ ਹਸਬੈਂਡ ਨੇ ਸੱਦਿਆ ਹੀ ਨਹੀਂ। ਜਿਹੜੇ ਤੇਰੇ ਹਸਬੈਂਡ ਨੇ ਮੈਨੂੰ ਕਿਹਾ ਹੀ ਨਹੀਂ, ਇਨਵਾਈਟ ਨਹੀਂ ਕੀਤਾ। ਤੇ ਉਹ ਅਗਲੀ ਕਹਿੰਦੀ ਮੈਨੂੰ ਪਤਾ ਹੀ ਨਹੀਂ, ਮੈਂ ਸੋਚਦੀ ਸਾਂ ਕਿ ਮੈਨੂੰ ਤੁਸੀਂ ਜਾਣ ਕੇ ਹੀ ਨਹੀਂ ਆਏ ਕਿ ਮੇਰੇ ਬੱਚੇ ਦਾ ਵਿਆਹ ਵਾ, ਤੁਹਾਡਾ ਫਰਜ਼ ਬਣਦਾ ਸੀ ਨਾਲ ਆਉਣਾ। ਉਹ ਕਹਿੰਦੇ ਠੀਕ ਸੀ, ਪਰ ਮੈਨੂੰ ਕਿਸੇ ਨੇ ਇਨਵਾਈਟ ਨਹੀਂ ਕੀਤਾ। ਤੇ ਉਹ ਕਹਿੰਦੇ ਕਿ ਮੈਂ ਝੁਕ ਗਈ ਆ,
ਮੈਂ ਝੁਕੇ ਨਹੀਂ। ਤੁਸੀਂ ਜਿਹੜਾ ਬੰਦਾ ਦੇਖੋ, ਜਿਹੜੀ ਡਾਣੀ ਨੂੰ ਫਰੂਟ ਲੱਗਦਾ ਨਾ ਉਹੀ ਝੁਕਦਾ ਹੈ, ਕਿਤੇ ਬੂਟੇ ਬਿਲਕੁਲ ਥੋੜ੍ਹੀ ਝੁਕਦੇ ਆ। ਬਾਣੀ ਕਹਿੰਦੀ ਹੈ ਨਿਵੇ ਸੋ ਗੌਰਾ ਹੋਏ, ਜਿਹੜਾ ਨਿਵ ਗਿਆ ਉਹੀ ਵੱਡਾ ਹੈਗਾ, ਉਹੀ ਵੱਡਾ ਹੈਗਾ। ਹਾਂ, ਔਰ ਤੁਸੀਂ ਨੀਵੀਂ ਹੋ ਜਾਓ ਯਾਰ, ਕੀ ਫਰਕ ਪੈਂਦਾ? ਜੇ ਮੈਨੂੰ ਕੋਈ ਇੱਥੇ ਬੂਹੇ ਗੜੀ ਗਾਲਾਂ ਕੱਢ ਜੇ ਤੇ ਮੈਂ ਕੀ ਕਹੂੰਗਾ? ਉਹਨੂੰ ਕੁਛ ਵੀ ਨਹੀਂ ਕਹਿਣਾ। ਮੈਂ ਕਹੂੰਗਾ ਭਰਾ 2-4 ਹੋਰ ਕੱਢਦਾ, ਕੀ ਲੈ ਜਾਏਗਾ? ਮੈਂ ਹੌਲਾ ਹੋਊਗਾ, ਸ਼ਾਂਤ ਹੋ ਜਾਊਗਾ। ਅਗਲੇ ਨੇ ਸਗੋਂ ਕਹਿਣਾ ਸ਼ੁਕਰ ਹੈ ਭਰਾਵੇ ਨੇ ਮੇਰੀਆਂ ਗਾਲਾਂ ਸੁਣ ਲਈਆਂ। ਜੇ ਇੱਧਰੋਂ ਡਾਂਗ ਡੂੰਗ ਲਿਆਉਂਦਾ, ਕੋਈ ਡੰਡਾ ਮਾਰਦਾ ਤੇ ਮੇਰਾ ਨੁਕਸਾਨ ਕਰਦਾ, ਉਹਨੂੰ ਸ਼ਰਮ ਆਉਣੀ ਆ। ਇਹੋ ਹੀ ਜੀਵਨ ਆ। ਆਪਾਂ ਕਿਸੇ ਨਾਲ ਲੜ ਕੇ ਕਿਸੇ ਨੂੰ ਸੁਧਾਰ ਨਹੀਂ ਸਕਦੇ, ਪਰ ਅਸੀਂ ਉਹਨੂੰ ਸੁਧਾਰ ਸਕਦੇ ਹਾਂ। ਚੁੱਪ ਰਹਿ, ਉਹਨੂੰ ਕਹੇ ਭਰਾਵਾ ਤੈਨੂੰ, ਫਿਰ 2-4 ਦਿਨ ਬਾਅਦ ਉਹਨੂੰ ਪੁੱਛੋਗੀ ਭਾਈ ਤੈਨੂੰ ਕੀ ਪ੍ਰੋਬਲਮ ਸੀ, ਤੂੰ ਕਿਉਂ ਇੰਨਾ ਬੋਲਿਆ? ਜੇ ਕੋਈ ਗੱਲਬਾਤ ਹੈਗੀ ਆਪਾਂ ਬਹਿ ਕੇ ਡਿਸਕਸ ਕਰਦੇ ਹਾਂ ਤੇ ਸ਼ਾਰਟ ਆਊਟ ਕਰ ਲੈਂਦੇ ਹਾਂ। ਜੇ ਕੋਈ ਮੇਰੇ 'ਚ ਕਮੀ ਹੈ ਤੇ ਉਹਨੂੰ ਮੈਂ ਸਹੀ ਕਰ ਲੈਂਦਾ। ਦੇਖੋ ਪਤਾ ਕੀ, ਇੱਕ ਨੇ ਕਹੀ ਤੇ ਦੂਜੇ ਨੇ ਮੰਨੀ, ਦੋਨੋਂ ਬ੍ਰਹਮ ਗਿਆਨੀ। ਬਾਣੀ ਤੇ ਇਹ ਕਹਿੰਦੀ ਹੈ, ਬਿਲਕੁਲ ਹੈ ਨਾ ਨਿਜਰ ਸਾਹਿਬ? ਬਿਲਕੁਲ। ਹਾਂਜੀ, ਅੱਗੇ ਚਲੀਏ ਨਿਜਰ ਸਾਹਿਬ। ਹਾਂਜੀ, ਅੱਗੇ ਪੌੜੀ। ਤਿਸੇ ਸਰੇਵ ਹੋ ਪ੍ਰਾਣੀ ਹੋ, ਜਿਸ ਦੇ ਨਾਉ ਪੱਲੇ। ਕਹਿੰਦੇ ਉਸ ਮਾਲਕ ਪਰਮਾਤਮਾ ਦੀ ਭਗਤੀ ਕਰੋ, ਉਹਨੂੰ ਸਮਰਨ ਕਰੋ। ਉਸ ਮਾਲਕ ਪਰਮਾਤਮਾ ਨੂੰ ਯਾਦ ਰੱਖੋ ਹਮੇਸ਼ਾ। ਸਰੇਵੋ ਦਾ ਮਤਲਬ ਹੈ ਯਾਦ ਰੱਖੋ ਉਹਨੂੰ ਹਰ ਟਾਈਮ। ਮਾਲਕ ਸਿਰ ਤੇ ਰਹੇ, ਮਾਲਕ ਦੇਖ ਰਿਹਾ ਹੈ। ਆਇਆ ਸਰੇਵੋ ਦਾ ਮਤਲਬ ਤਿਸੇ ਸਰੇਵ ਹੋ ਪ੍ਰਾਣੀ ਹੋ, ਜਿਸ ਦੇ ਨਾਮ ਪੱਲੇ। ਜਿਹਦੇ ਕੋਲ ਨਾਮ ਹੈਗਾ ਪੱਲੇ, ਉਸੇ ਨੂੰ ਜਿਹੜਾ ਓਮਨੀ ਪ੍ਰੈਜ਼ੈਂਟ ਹੈ, ਜਿਹੜਾ ਹਰ ਜਗ੍ਹਾ ਤੇ ਪ੍ਰੈਜ਼ੈਂਟ ਹੈ, ਉਸੇ ਨੂੰ ਸੇਵੋ ਪਾਈ। ਉਸੇ ਦੇ ਪੱਲੇ ਨਾਮ ਆ, ਉਸੇ ਨੇ ਦੇਣਾ ਹੈ, ਉਹੀ ਦਾਤਾ ਹੈਗਾ। ਫਿਰ ਕੀ ਹੋਏਗਾ? ਇੱਥੇ ਰਹੋ ਸੁਹੇਲਿਆ, ਅੱਗੇ ਨਾਲ ਚੱਲੇ। ਕਹਿੰਦੇ ਇੱਥੇ ਵੀ ਤੁਹਾਨੂੰ ਖੁਸ਼ਹਾਲ ਜੀਵਨ ਹੋ ਜਾਏਗਾ ਤੁਹਾਡਾ, ਔਰ ਤੁਹਾਡੇ ਅੱਗੇ ਜਿਹੜਾ ਇਹ ਭਗਤੀ ਕੀਤੀ ਹੋਈ, ਇਹ ਤੁਹਾਡੇ ਅੱਗੇ ਵੀ ਨਾਲ ਜਾਊਗੀ ਤੁਹਾਡੇ। ਘਰ ਬੰਦੋ ਸੱਚ ਧਰਮ ਕਾ, ਗੱਡ ਥੰਮ ਅਹੱਲਾ। ਕਹਿੰਦੇ ਐਸੇ ਥੰਮਲੇ ਗੱਡੋ, ਐਸੇ ਪਿਲਰ ਗੱਡੋ ਕਿ ਹਿਲਾ ਹੀ ਨਾ ਸਕੇ ਕੋਈ। ਸੱਚੇ ਧਰਮ ਦਾ ਘਰ, ਐਸਾ ਘਰ ਬਣਾਓ ਸੱਚ ਦਾ ਕਿ ਕਦੀ ਉਹ ਕਿਤੇ ਹਿੱਲ ਹੀ ਨਾ ਸਕੇ। ਸੱਚ ਜਿਹੜਾ ਹੈਗਾ ਉਹਨੇ ਕਿਤੇ ਜਾਣਾ ਹੀ ਨਹੀਂ। ਸੱਚ ਦਾ ਮਤਲਬ ਹੈ ਹਮੇਸ਼ਾ ਰਹਿਣ ਵਾਲਾ। ਘਰ ਬੰਦੋ ਸੱਚ ਧਰਮ ਕਾ, ਧਰਮ ਦਾ, ਸੱਚੇ ਧਰਮ ਦਾ। ਗੱਡ ਥੰਮ ਅਹੱਲਾ, ਐਸੇ ਥੰਮਲੇ ਗੱਡੋ ਕਿ ਹਿੱਲ ਹੀ ਨਾ ਸਕਣ। ਓਟ ਲਹੋ ਨਾਰਾਇਣ, ਦੀਨ ਦੁਨੀਆ ਝੱਲਾ। ਕਹਿੰਦੇ ਉਸ ਮਾਲਕ ਪਰਮਾਤਮਾ ਦੀ ਓਟ ਲਓ ਭਾਈ, ਉਹਦਾ ਆਸਰਾ ਲਓ, ਜਿਹੜਾ ਸਾਰੀ ਦੀਨ ਦੁਨੀਆ ਜਿਹੜੀ ਹੈ ਉਹਨੂੰ ਝੱਲਦਾ ਹੈ, ਸਾਰੀ ਦੀਨ ਦੁਨੀਆ ਨੂੰ ਆਸਰਾ ਦਿੰਦਾ ਹੈ। ਨਾਨਕ ਪਕੜੇ ਚਰਨ ਹਰ, ਤਿਸ ਦਰਗਹਿ ਮੱਲਾ ਹੈ। ਮਹਾਰਾਜ ਕਹਿੰਦੇ ਆ, ਮੈਂ ਤਾਂ ਉਸ ਮਾਲਕ ਪਰਮਾਤਮਾ ਦੇ ਚਰਨ, ਆ ਧਿਆਨ ਰੂਪੀ, ਆ ਭਗਤੀ ਰੂਪੀ ਚਰਨ ਫੜ ਲਏ ਭਾਈ। ਉਹਦੀ ਦਰਗਾਹ ਜਿਹੜੀ ਹੈਗੀ, ਤੇ ਉੱਥੇ ਜਿਹੜਾ ਹੈਗਾ ਉਹ ਮਾਲਕ ਨੇ ਕੀ ਕਰਤਾ? ਤਿਸ ਦਰਗਹਿ ਮੱਲਾ। ਕਹਿੰਦੇ ਮੈਂ ਤਾਂ ਉਹਦੀ ਦਰਗਾਹ ਮੰਨ ਲਈ, ਉੱਥੇ ਮੇਰੀ ਜਗ੍ਹਾ ਬਣ ਗਈ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਦੇਖੋ ਪਹਿਲੀ ਤੁਕ 'ਚ ਉਹ ਕਹਿ ਰਹੇ ਨੇ ਕਿ ਉਹਦੀ ਭਗਤੀ ਕਰੋ ਜਿਹਦੇ ਪੱਲੇ ਆ ਕੁਛ। ਹਾਂ, ਉਹ ਪਰਮਾਤਮਾ ਦੇ ਪੱਲੇ ਆ, ਨਾ ਤੇ ਤੁਹਾਡੇ ਪੱਲੇ ਕੁਝ ਤੇ ਨਾ ਮੇਰੇ ਪੱਲੇ ਕੁਝ। ਸਾਨੂੰ ਤੇ ਇਹ ਨਹੀਂ ਪਤਾ ਕਿ ਆਉਣ ਵਾਲੇ ਪਲ 'ਚ ਕੀ ਹੋਣਾ। ਉਹ ਕਹਿੰਦੇ ਭਗਤੀ ਕਿਹਦੀ ਕਰਨੀ ਹੈ? ਪਰਮਾਤਮਾ ਦੀ। ਕਿਸੇ ਮੂਰਤੀ ਦੀ, ਕਿਸੇ ਆਕਾਰ ਦੀ ਭਗਤੀ ਨਹੀਂ ਕਰਨੀ। ਠੀਕ ਹੈ ਨਿਜਰ ਸਾਹਿਬ? ਬਿਲਕੁਲ। ਸੇਵੀਏ ਦਾ ਮਤਲਬ ਉਹਨੂੰ ਸੇਵੋ, ਉਹਦੀ ਬੰਦਗੀ ਕਰੋ। ਠੀਕ ਹੈ ਜੀ। ਜਿੱਥੋਂ ਕੁਛ ਮਿਲਣਾ, ਜਿਹਦੇ ਪੱਲੇ ਆ ਨਾਉ, ਜਿੰਨੇ ਹੀ ਤੇ ਸਾਡੇ ਜੀਵਨ 'ਚ ਉਹ ਵਿਵੇਕ ਬੁੱਧੀ ਰੂਪੀ ਜਿਹੜਾ ਦੀਪਕ ਆ, ਉਹਨੂੰ ਪ੍ਰਕਾਸ਼ਮਾਨ ਕਰ ਦੇਣਾ। ਬਾਣੀ ਤੇ ਕਹਿੰਦੀ ਹੈ ਕਿਰਤ ਤੇ ਕਰਮ ਦੇ ਨਾਲ ਬੰਦਾ ਕੀ ਕਰਦਾ ਹੈ? ਪਰਮਾਤਮਾ ਤੋਂ ਬੇਮੁਖ ਹੋ ਜਾਂਦਾ ਹੈ। ਔਰ ਫਿਰ ਕੀ ਕਰਦਾ ਹੈ? ਉਹ ਅਵਿਦਿਆ ਦਾ ਰਸਤਾ ਅਖਤਿਆਰ ਕਰਕੇ ਫਿਰ ਉਸ ਰਸਤੇ ਤੇ ਤੁਰ ਪੈਂਦਾ ਹੈ ਜਿੱਥੇ ਇਹਦੇ ਅੰਦਰ ਗਿਆਨ ਦਾ ਦੀਪਕ ਨਹੀਂ ਆ। ਹੁਣ ਬਾਣੀ ਕਹਿੰਦੀ ਹੈ ਕਿ ਸੰਸਾਰ ਭਵ ਸਾਗਰ ਹੈ। ਭਵ ਸਾਗਰ ਦਾ ਮਤਲਬ ਕਿ ਇੱਥੇ ਤੈਨੂੰ ਪਤਾ ਹੀ ਨਹੀਂ ਤੂੰ ਕਿੱਧਰ ਡੁੱਬ ਜਾਣਾ। ਔਰ ਇਨਸਾਨ ਕੀ ਕਰਦਾ ਕਿ ਆਪਣੀ ਕਿਸ਼ਤੀ ਦੇ ਵਿੱਚ ਨਾ 5 ਕਿਸਮ ਦੇ ਨਾ ਛੇਕ ਕਰ ਲੈਂਦਾ, ਕਾਮ ਦੇ, ਕ੍ਰੋਧ ਦੇ, ਲੋਭ ਦੇ, ਮੋਹ ਦੇ, ਹੰਕਾਰ ਦੇ। ਹੁਣ ਤੁਹਾਡੀ ਕਿਸ਼ਤੀ 'ਚ 5 ਛੇਕ ਹੋਣ ਤੇ ਤੁਸੀਂ ਕੀ ਕਰੋਗੇ? ਜਿਹੜਾ ਬ੍ਰਹਮ ਗਿਆਨੀ ਆ ਉਹਨੇ ਕੀ ਕੀਤਾ? ਨੇ ਛੇਕ ਬੰਦ ਕਰ ਲਏ। ਬਸ।
ਉਹ ਪਾਣੀ ਭਰਨਾ ਬੰਦ ਹੋ ਗਿਆ, ਕਿਸ਼ਤੀ ਭਰਨੀ ਬੰਦ ਹੋ ਗਈ। ਫਿਰ ਉਹ ਕਹਿੰਦੇ ਜੇ ਛੇਕ ਬੰਦ ਹੋ ਗਏ ਤੇ ਫਿਰ ਕਹਿੰਦੇ ਆ ਕਿ ਉਹ ਕਹਿੰਦੇ ਮਨ ਨਿਰਮਲ ਹੋਇਆ ਜੈਸੇ ਗੰਗਾ ਨੀਰ। ਉਹ ਜਦੋਂ ਕਹਿੰਦੇ ਛੇਕ ਬੰਦ ਹੋਣੇ ਵੇਖਿਆ ਇੱਥੇ ਸਾਡੇ ਲਾਗੇ ਨਹਿਰ 'ਚ ਕਿਸ਼ਤੀ ਉਹ ਡੁੱਬੀ ਪਈ, ਕਿਉਂਕਿ ਉਹਨਾਂ ਨੂੰ ਟੈਕਨੀਕ ਦਾ ਨਹੀਂ ਪਤਾ ਕਿਸ਼ਤੀ ਬੰਦ ਹੀ ਕਿੱਦਾਂ ਵਾ। ਹੁਣ ਉਹੋ ਹੀ ਤਰੀਕਾ ਵਾ ਕਿ ਜਿਹੜਾ ਬੰਦਾ ਅਗਿਆਨੀ ਆ, ਜਿਹੜਾ ਬੰਦਾ ਨਹੀਂ ਸਮਝਦਾ, ਜੋ ਨਹੀਂ ਸਮਝਦਾ ਕਿ ਤੂੰ ਨਹੀਂ ਸਮਝਦਾ ਇਹ ਸੰਸਾਰ ਇਹ ਰਚਿਆ ਹੋਇਆ ਹੈ ਕਿਸੇ ਨੇ, ਔਰ ਤੇਰੀ ਬੇਵਕੂਫੀ ਵਾਸਤੇ ਮਾਸਾ ਵੀ ਜਗ੍ਹਾ ਨਹੀਂ ਹੈਗੀ। ਤੂੰ ਘਾਟਾ ਖਾਲਾ, ਗੱਲ ਖਤਮ ਹੋ ਗਈ। ਬਾਣੀ ਤੇ ਕਹਿੰਦੀ ਤੂੰ ਭੀਖ ਮੰਗ ਲਈ। ਬਾਣੀ ਕਹਿੰਦੀ ਆ ਕਿ ਤੂੰ ਮਾੜਾ ਕੰਮ ਨਾ ਕਰ, ਤੂੰ ਨਹੀਂ ਕੁਛ ਕਰ ਸਕਦਾ, ਠੀਕ ਹੈ, ਛੱਡ ਖੜਾ ਯਾਰ, ਉਹ ਜਾ ਕੇ ਭੀਖ ਮੰਗ ਲਾ, ਜੀਵਨ ਬਤੀਤ ਕਰ ਲਾ, ਫਿਰ ਵੀ ਤੂੰ ਮੁਕਤ ਹੋ ਜਾਏਗਾ ਨਿਜਰ ਸਾਹਿਬ। ਉਹ ਪਰ ਤੂੰ ਰੋਟੀ ਜੋਗੇ ਤੇ ਪੈਸੇ ਬਣਾ ਸਕਦਾ ਨਾ, ਤੇ ਥੋੜੀ ਬਹੁਤੀ ਕਹਿੰਦੇ ਕਿ ਉਹ ਪਤਾ ਨਹੀਂ ਕਿਹੜਾ ਜੀਵ ਮੈਨੂੰ ਨਾਮ ਭੁੱਲ ਗਿਆ, ਉਹਦੇ ਕਹਿੰਦੇ ਅੰਦਰ ਇੱਕ ਨਿਊਰੋਨ ਹੁੰਦਾ ਵਾ, ਮੈਨੂੰ ਨਾਮ ਨਹੀਂ ਲੈਣਾ ਦਾ ਨਿਜਰ ਸਾਹਿਬ। ਨਿਊਰੋਨ ਕੀ ਕਹਿੰਦੇ? ਨਿਊਰੋਨ ਮੇਰੇ ਵੀ ਅੱਖਰ ਉਦਾਂ ਦੇ ਹੀ ਆ, ਦੇਸੀ ਬੰਦਾ। ਨਿਊਰੋਨ ਉਹਦੇ ਅੰਦਰ ਇੱਕ ਆ। ਉਹ ਜਿਹੜਾ ਜੀਵ ਹੈ ਨਾ, ਉਹ ਕਹਿੰਦੇ ਕਿ ਰੋਟੀ ਹੈ ਨਾ ਆਪਣੇ ਜੋਗੀ ਅਰੇਂਜਮੈਂਟ ਕਰ ਲੈਂਦਾ ਹੈ ਤੇ ਪਤਾ ਨਹੀਂ 100 ਸਾਲ ਤੱਕ ਜਿੰਦਾ ਰਹਿੰਦਾ ਹੈ। ਔਰ ਸਾਡੇ ਅੰਦਰ ਬਿਲੀਅਨ ਆ, ਮਿਲੀਅਨ। ਅਸੀਂ ਰੋਟੀ ਨਹੀਂ ਪੈਦਾ ਕਰ ਸਕਦੇ ਯਾਰ ਆਪਣੇ ਜੋਗੀ, ਕਿੰਨਾ ਵੱਡਾ ਕੰਮ ਹੈ ਰੋਟੀ ਪੈਦਾ ਕਰਨੀ। ਇਹ ਸਰੀਰ ਦਾ ਸੁੱਖ ਭਾਜੀ 5-10% ਹੈ, 90% ਤੇ ਤੁਹਾਡਾ ਜੀਵਨ ਹੈ ਉਹ ਅਗਲੇ ਬੰਨੇ ਹੋਰ ਪਿਆ। ਔਰ ਬੰਦਾ ਹੈ ਨਿਜਰ ਸਾਹਿਬ 5-10% ਉਹ ਕੀ ਹੈ? 2 ਟਾਈਮ ਦੀ ਰੋਟੀ ਤੇ ਹੈਗੀ, ਹੋਰ ਕੀ ਹੈ? ਮੈਨੂੰ ਤੇ ਲੱਗਦਾ ਨਹੀਂ ਕਿ ਵੱਡਾ ਸੀਨ ਹੈਗਾ ਨਿਜਰ ਸਾਹਿਬ। ਚਲੋ ਆਪਾਂ ਕਹਿੰਦੇ ਗੁਰਕੀ ਸਾਹਿਬ 8 ਘੰਟੇ ਕੰਮ ਕਰ ਲਿਆ, ਚੱਲ ਫਿਰ ਵੀ ਜਿਹੜੇ ਹੈਗੇ ਆਪਣੇ ਕੋਲ 16 ਘੰਟੇ ਪਏ ਹੋਏ ਆ। ਮੈਂ ਤੇ ਉਹ ਕਹਿੰਦਾ ਵਾਂ ਕਿ ਠੀਕ ਹੈ, ਰੋਟੀ ਦਾ ਮਸਲਾ ਹੈਗਾ, ਕੋਈ ਵੱਡੀ ਕਹਾਣੀ ਨਹੀਂ ਹੈਗੀ। ਉਹਨੂੰ ਕਹੋ ਕਿ ਬਈ ਮੈਨੂੰ ਨਹੀਂ ਪਤਾ, ਮੈਨੂੰ ਸੱਚੀ ਰੋਟੀ ਚਾਹੀਦੀ ਹੈ। ਮੈਂ ਤੁਹਾਨੂੰ ਦੱਸਿਆ ਤੇ ਹੈਗਾ ਸੀ ਕਿ ਮੈਂ ਤੇ ਰੱਬ ਨੂੰ ਕਿਹਾ ਸੀ, ਉਹ ਮੈਂ ਨਹੀਂ ਚੋਰੀ ਚਾਰੀ ਕਰਨੀ ਬਿਜਲੀ ਦੀ, ਮੈਨੂੰ ਨਹੀਂ ਲੋੜ ਇਹਦੇ ਪੈਸਿਆਂ ਦੀ, ਮੈਨੂੰ ਮੇਰਾ ਬਿੱਲ ਭੇਜ, ਮੈਂ ਬਿੱਲ ਪੇ ਕਰਾਂਗਾ। ਮੈਨੂੰ ਲੱਗਦਾ ਹੁਣ ਆਈ ਥਿੰਕ 1.5 ਸਾਲ ਹੋ ਗਿਆ ਮੈਂ ਬਿੱਲ ਦੇ ਰਿਹਾ। ਬਿੱਲ ਕਿਤੇ 50 ਲੱਖ ਆ ਚੱਲਿਆ, ਉਹ ਬਿੱਲ ਵੀ ਘਟ ਗਿਆ ਵਾ। ਮੇਰੀ ਇਹ ਗੱਲ ਕਹਿਣ ਦੇ ਨਾਲ ਨਿੱਜਰ ਸਾਹਿਬ ਕਿੱਥੇ ਮੇਰਾ 40-50 ਹਜ਼ਾਰ ਬਿੱਲ ਆਉਂਦਾ ਸੀ, ਹੁਣ ਮੇਰਾ 8-10 ਹਜ਼ਾਰ ਬਿੱਲ ਆਉਂਦਾ। ਉਹ ਮੇਰੇ ਹਿਸਾਬ ਨਾਲ ਉਹ ਵੀ ਨਹੀਂ ਘੱਟ ਆਉਂਦੇ, ਕਈ 6500 ਆਉਂਦੇ ਆ। ਐਰਕੀ ਸ਼ਾਇਦ ਗਰਮੀਆਂ ਆਈਆਂ, ਸ਼ਾਇਦ 10 ਹਜ਼ਾਰ ਆ ਜਾਏ। ਉਹ ਨਹੀਂ ਲੋੜ ਇਹ ਚੀਜ਼ਾਂ ਦੀ, ਪਲੀਜ਼ ਅੰਡਰਸਟੈਂਡ ਕਰੋ। ਤੁਸੀਂ ਜਦੋਂ ਇਹ ਗੱਲ ਕਹਿੰਦੇ ਜੋ ਨਾ ਪ੍ਰਕਿਰਤੀ ਨੂੰ, ਪ੍ਰਕਿਰਤੀ ਤੇ ਕਹਿੰਦੀ ਹੈ ਇਹ ਬੰਦਾ ਕਿੱਡਾ ਖਤਰਨਾਕ ਆ, ਇਹ ਡਿਮਾਂਡ ਕਰ ਰਿਹਾ। ਤੁਸੀਂ ਉਹਨੂੰ ਕਹੋ ਕਿ ਮੈਂ ਨਹੀਂ ਬੇਈਮਾਨੀ ਨਾਲ ਜੀਵਨ ਬਤੀਤ ਕਰਨਾ, ਮੈਨੂੰ ਮੇਰਾ ਰਿਜ਼ਕ ਦਿਓ। ਜਿੱਥੇ ਇੰਨੀ 84 ਲੱਖ ਜੂਨ ਬੈਠੀ ਆ, ਉਹਨੂੰ ਰਿਜ਼ਕ ਮਿਲਣ ਡਿਆ ਤੇ ਮੈਨੂੰ ਕੋਈ ਨਹੀਂ ਮਿਲਣ ਡਿਆ। ਬਾਣੀ ਕਹਿੰਦੀ ਆ ਜਿੰਨਾ ਚਿਰ ਤੂੰ ਮੰਗੇਗਾ ਨਹੀਂ ਮਿਲਣਾ ਨਹੀਂ। ਨਿਜਰ ਸਾਹਿਬ ਬਿਲਕੁਲ ਸੱਚਾ ਜੀਵਨ ਉਸੇ ਡਿਮਾਂਡ ਕਰਨੀ ਪੈਣੀ ਨਾ, ਰੁਕੋ ਬਿਲਕੁਲ ਕਰਨੀ ਪੈਣੀ ਆ, ਬਿਲਕੁਲ ਕਰਨੀ ਪੈਣੀ ਆ ਗੁਰਕੀ ਸਾਹਿਬ। ਜਾਚਨਾ ਜਾ ਕੇ ਮੰਗਣਾ ਪੈਣਾ ਤੁਹਾਨੂੰ, ਜਾਚਕ ਦੇ ਵਾਂਗੂ। ਉੱਥੇ ਭਿਖਾਰੀ ਬਣ ਕੇ ਕਹੋ ਕਿ ਮੈਨੂੰ ਮੇਰਾ ਰਿਜ਼ਕ ਦਿਓ। ਫਿਰ ਉਹ ਕਹਿੰਦਾ ਹੋਰ ਕੀ ਲੈ ਲੈ, ਤੂੰ ਬੇਈਮਾਨੀ ਨਾਲ ਮਹਿਲ ਬਣਾ ਲਾ। ਉਹਨੂੰ ਕੋਈ ਨਹੀਂ ਚਾਹੀਦਾ। ਉਹ ਕਹਿੰਦਾ ਤੂੰ ਝੂਠ ਮਾਰ, ਤੈਨੂੰ 20-25 ਕਿੱਲੇ 50 ਕਿੱਲੇ ਪੈਲੀ ਮਿਲ ਜੂ, ਫਿਰ ਤੈਨੂੰ ਕੰਮ ਕਰਨ ਦੀ ਲੋੜ ਨਹੀਂ। ਉਹਨੂੰ ਕੋਈ ਨਹੀਂ ਚਾਹੀਦੀ, ਤੂੰ ਮੈਨੂੰ ਮੇਰਾ ਰਿਜ਼ਕ ਦੇ ਬਸ। ਫਿਰ ਬਾਣੀ ਕਹਿੰਦੀ ਬਿਨਾਂ ਮੰਗਿਆ ਤੇ ਮਿਲਣਾ ਨਹੀਂ। ਉਹ ਕਹਿੰਦੇ ਤੂੰ ਰਿਜ਼ਕ ਮੰਗਣ ਆ ਗਿਆ ਇੱਥੇ ਤਾਂ ਕੋਈ ਆਉਂਦਾ ਹੀ ਨਹੀਂ। ਉਹ ਤਾਂ ਮਹਾਰਾਜ ਕਹਿੰਦਾ ਛੱਡੋ ਖੜਾ ਭਾਈ, ਤੁਸੀਂ ਕਿੱਧਰ ਆ ਗਏ ਜੋ, ਇਹ ਤੂੰ ਗਲਤ ਰਸਤੇ ਚ ਆਏ ਹੋ, ਐ ਲੈ ਲਓ ਬੇਈਮਾਨੀ, ਇੱਥੇ ਸਾਈਨ ਕਰੋ, ਗੱਲ ਖਤਮ। ਥੋੜਾ ਝੂਠ ਬੋਲੋ ਭਾਜੀ, ਤੁਹਾਡੇ ਖਾਤੇ 'ਚ ਕਰੋੜਾਂ ਰੁਪਏ ਆ ਜਾਣੇ ਆ, ਤੁਸੀਂ ਕੋਈ ਨਹੀਂ ਚਾਹੀਦੇ। ਫਿਰ ਬਾਣੀ ਕਹਿੰਦੀ ਆ ਕਿ ਫਿਰ ਐਸੀ ਵਸਤੂ ਤੋਂ ਮੰਗਣਾ ਆ ਗਿਆ, ਸੱਚ ਮੰਗਣਾ ਆ ਗਿਆ। ਗੁਰਕੀ ਸਾਹਿਬ ਪਰਮਾਤਮਾ ਵੀ ਹੈਰਾਨ ਹੋ ਜਾਂਦਾ ਹੈ ਨਿਜਰ ਸਾਹਿਬ। ਬਿਲਕੁਲ ਗੁਰਕੀ ਸਾਹਿਬ, ਅਗਲੀ ਪੌੜੀ ਆਪਾਂ ਨੂੰ ਲੈਣੀ ਪੈਣੀ ਆ, ਬਸ ਆਹੀ ਕੁਛ ਹੈ ਉਹਦੇ ਵਿੱਚ। ਚਲੋ ਚੱਕੋ ਜੀ, ਅੱਜ ਬੰਨੀ ਅੱਜ ਕੋਈ ਗੱਲ ਮੈਂ ਤੇ ਤੁਹਾਨੂੰ ਕਹਿ ਰਿਹਾ, ਮੈਂ ਤੇ ਮੰਗਿਆ, ਉਹ ਦੇਣ ਦਿਆ। ਉਹ ਤੇ ਦਿੰਦਾ। ਉਹ ਕਹਿੰਦਾ ਤੂੰ ਮੰਗਣ ਕਿੱਥੋਂ ਆ ਗਿਆ, ਮੈਂ ਨਹੀਂ ਚਾਹੀਦਾ, ਇਹ ਨਹੀਂ ਚਾਹੀਦਾ ਮੈਨੂੰ ਸ਼ਾਰਟਕਟ, ਮੈਨੂੰ ਮੇਰਾ ਰਿਜ਼ਕ ਦੇ। ਉਹ
ਟੈਨਸ਼ਨ ਉਹਦੀ ਹੈ, ਉਹ ਕੰਮ ਕੋਈ ਰੁਕਿਆ ਥੋੜੀ ਹੈ। ਨਾ। ਕੰਮ ਕਿੱਥੇ ਰੁਕਿਆ? ਚਰਨਜੀਤ 8-9 ਮਹੀਨੇ ਹੋ ਗਏ ਘਰੇ ਬੈਠਾ ਤੇ ਉਹ ਰਿਜਕਾਉਂਦੇ ਆ। ਬਿਲਕੁਲ ਉਹਦੀ ਜ਼ਿੰਮੇਵਾਰੀ ਆ, ਬਿਲਕੁਲ ਉਹਦੀ ਜ਼ਿੰਮੇਵਾਰੀ ਹੈ ਜੀ। ਜਦ ਤੱਕ ਤੁਸੀਂ ਮੰਗੋਗੇ ਨਹੀਂ ਮਿਲਣਾ ਨਹੀਂ। ਅੱਛਾ ਨੇ ਜੀ ਸਰ। ਸ਼ਲੋਕ ਮਹਲਾ ਪੰਜਵਾਂ। ਜਾਚਕ ਮੰਗੇ ਦਾਨ ਦੇ ਪਿਆਰਿਆ। ਲਓ, ਜਾਚਕ ਮੰਗੇ ਦਾਨ ਦੇ ਪਿਆਰਿਆ, ਦੇਵਨਹਾਰ ਦਾਤਾਰ ਮੈਂ ਨਿੱਤ ਚਿਤਾਰਿਆ। ਨਿੱਤ ਮੰਗਣਾ ਆ। ਕਹਿੰਦੇ ਦੇਣ ਵਾਲਾ ਦਾਤਾ ਤਾਂ ਉਹ ਹੈਗਾ, ਮੈਂ ਉਹਨੂੰ ਹੀ ਪੁੱਛਦਾ ਹਾਂ, ਉਹਨੂੰ ਹੀ ਚਿਤਾਰਦਾ ਹਾਂ, ਉਹਦੇ ਤੋਂ ਹੀ ਮੰਗ ਕਰਦਾ ਹਾਂ। ਨਿਖੁੱਟ ਨਾ ਜਾਏ ਮੂਲ ਅਤੁਲ ਭੰਡਾਰਿਆ। ਕਹਿੰਦੇ ਉਹਦੇ ਤਾਂ ਭੰਡਾਰੇ ਕਦੀ ਖੁੱਟਦੇ ਹੀ ਨਹੀਂ ਆ। ਅਤੁਲ ਇੰਨੇ ਉਹਦੇ ਤੋਲੇ ਹੀ ਨਹੀਂ ਜਾ ਸਕਦੇ, ਐਸੇ ਭੰਡਾਰੇ ਆ ਮਾਲਕ ਦੇ। ਫਿਰ ਮਾਲਕ ਦੇ ਦਿੰਦਾ ਹੈ, ਨਾਨਕ ਸ਼ਬਦ ਅਪਾਰ ਤਿਨੇ ਸਭ ਕੀ ਸਾਰਿਆ। ਕਹਿੰਦੇ ਆ ਭਗਤੀ ਜਿਹੜੀ ਮੈਨੂੰ ਦਿੱਤੀ ਆ, ਆਹ ਜਿਹੜਾ ਹੈਗਾ ਇਹ ਗਿਆਨ ਧਿਆਨ ਤੇ ਕਰਮ, ਕਹਿੰਦੇ ਇਹਨੇ ਸਾਰਾ ਕੁਛ ਮੇਰਾ ਸਾਰ ਦਿੱਤਾ ਬਈ, ਸਾਰਾ ਕੁਛ ਸਾਰ ਦਿੱਤਾ, ਰਜਾ ਦਿੱਤਾ ਇਹਨੇ। ਹਾਂਜੀ ਗੁਰਕੀ ਸਾਹਿਬ। ਹਾਂਜੀ, ਮੈਂ ਤਾਂ ਦੱਸਿਆ ਹੀ ਨਾ ਕਿ ਬੰਦੇ 'ਚ ਹਰ ਕਿਤੇ ਕੋ ਗੁਣ ਹੁੰਦਾ। ਹੋਰ ਬਾਕੀ ਜੀਵਨ ਮੇਰਾ ਪਰਫੈਕਟ ਸੀ, ਇਹ ਇੱਕ ਔਗਣ ਸੀ। ਹੁਣ ਉਹ ਬੰਦਾ ਆਉਂਦਾ ਸੀ, ਕਹਿੰਦਾ ਭਾਈ ਛੱਡੋ ਖੜਾ, ਕੀ ਲੋੜ ਪਈ ਬਿੱਲ ਭਰਨ ਦੀ, ਕਹਿੰਦੇ ਇੰਜ ਕਰ ਲਿਆ ਕਰੋ, ਇੰਜ ਕਰ ਦਿੰਦੇ। ਪਰ ਆ ਕੇ ਸੋਚਿਆ ਕੋਈ ਨਹੀਂ ਵਹਿੰਦਾ, ਕੋਈ ਫਰਕ ਨਹੀਂ ਪੈਂਦਾ, ਪਰ ਕੀ ਲੋੜ ਪਈ ਆ? ਜਿਹੜੀ ਚੀਜ਼ ਮੈਂ ਹਵਾ ਲੈ ਆਉਂਦੇ ਆ, ਮੈਂ ਉਹਦੇ ਪੈਸੇ ਨਹੀਂ ਦੇ ਰਿਹਾ, ਮੈਂ ਕਿਉਂ ਲਵਾਂ? ਬਾਣੀ ਇਹੋ ਤੇ ਸਮਝਾਉਂਦੀ ਹੈ। ਹੁਣ ਆਹ ਤੁਕ ਚ ਵੇਖੋ, ਜੇ ਮੈਂ ਗੱਲ ਕਹੀ ਤਾਂ ਬਾਣੀ ਉੱਥੇ ਤਸਦੀਕ ਕਰ ਰਹੀ ਹੈ। ਅਗਲੇ ਬੰਨੇ ਦੇਖੋ, ਆਵੇ ਬਾਣੀ ਕਹਿ ਰਹੀ ਨਾ, ਜਾਚਕ ਮੰਗੇ ਦਾਨ ਦੇ ਪਿਆਰਿਆ, ਦੇਵਨਹਾਰ ਮੰਗੋ ਭੀਖ। ਹਾਂ, ਦੇਵਨਹਾਰ ਦਾਤਾਰ ਮੈਂ ਨਿੱਤ ਚਿਤਾਰਿਆ। ਨਿੱਤ ਮੰਗਣਾ ਹੈ। ਉਹਨੂੰ ਕਹੋ ਕਿ ਵੀ ਦੋ ਵੀ ਮੇਰਾ ਰਿਜ਼ਕ ਦੋ, ਮੈਂ ਨਹੀਂ ਇਹ ਟਗੀਆਂ ਟੁਗੀਆਂ ਮਾਰਿਆ, ਮੈਨੂੰ ਕੋਈ ਲੈਣਾ ਦੇਣਾ ਨਹੀਂ, ਮੈਂ ਕਿਉਂ ਮੰਗਾ? ਮੈਂ ਕਿਉਂ ਬੇਈਮਾਨੀ ਕਰਾਂ? ਤੇਰਾ ਭੰਡਾਰੀ ਹੈਗਾ, ਉਹਨੂੰ ਭੇਜ, ਉਹਦੀ ਜ਼ਿੰਮੇਵਾਰੀ ਆ। ਬਾਕੀ ਕਹਿੰਦਾ ਭੁੱਖਾ, ਮੈਂ ਭੁੱਖਾ ਰਹਿ ਲੈਂਦਾ, ਗੱਲ ਖਤਮ। ਇਹ ਦਊਗਾ ਉਹ ਭੰਡਾਰੀ ਦੀ ਭਾਦੀ ਬਣ ਜਾਣੀ ਆ। ਭੰਡਾਰੀ ਕਹਿੰਦਾ ਕਿ ਉਹ ਪਹਿਲਾਂ ਉਹ ਕਹਿੰਦਾ ਛੱਡੋ ਖੜਾ ਜਨਾਬ, ਤੁਸੀਂ ਕਿਹੜੇ ਚੱਕਰ ਚ ਆ ਗਏ ਜੋ? ਆ ਲਓ ਮਾਲ, ਤੁਸੀਂ ਕਿਉਂ ਇੱਧਰ ਆ ਗਏ ਜੋ? ਉਹ ਛੱਡੋ ਖੜਾ, ਤੁਸੀਂ ਸੱਚ ਸੁੱਚ ਨੂੰ ਕੀ ਲੈਣਾ ਦੇਣਾ? ਆਹ ਵੇਖੋ, ਉਹ ਸੱਚ ਦੇ ਵਿੱਚ ਤੇ ਸਾਦੀ ਰੋਟੀ ਮਿਲਣੀ। ਇੱਥੇ ਵੇਖੋ ਕਿੰਨੇ ਗੁਲਾਬ ਜਾਮਨ, ਜੇ ਉਹ ਐਰਾ ਵਗੈਰਾ ਮਠਿਆਈਆਂ, ਕਈ ਕੁਝ ਤੁਹਾਡੇ ਘਰ ਆ ਰਿਹਾ, ਤੁਹਾਡੇ ਘਰ ਦੁਨੀਆ ਭਰ ਦੀਆਂ ਸਹੂਲਤਾਂ ਵਾ। ਉਹਨੂੰ ਕਹੋ ਕਿ ਭਾਈ ਇੱਥੇ ਸੁੱਖ ਨਹੀਂ ਆ। ਕਿੰਨਾ ਜੀਵਨ ਤੇ ਮੇਰਾ ਲੰਘ ਚੁੱਕਿਆ, ਮੈਨੂੰ ਪਤਾ ਉੱਥੇ ਸੁੱਖ ਨਹੀਂ ਹੈਗਾ। ਬਾਣੀ ਤੇ ਕਹਿੰਦੀ ਸਰਬ ਜਗਤ ਕਾ ਰਾਜਾ ਦੁਖੀਆ। ਜੇ ਉੱਚ ਸੁੱਖ ਹੁੰਦਾ ਤੇ ਮੈਨੂੰ ਮਿਲ ਜਾਂਦਾ, ਪਰ ਮੈਂ ਨਹੀਂ ਹੁਣ ਲੈਣਾ, ਮੈਨੂੰ ਓਰੀਜਨਲ ਚੀਜ਼ ਚਾਹੀਦੀ ਹੈ। ਭਾਈ ਮੈਨੂੰ ਸੱਚ ਦੋ। ਵੀਰ ਜੀ, ਉਹ ਬਾਣੀ ਚ ਆਉਂਦਾ ਨਾ ਜੀ, ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਅੱਗੇ ਦੁੱਖ, ਤੇ ਨਾਮ ਸੰਤੋਖੀਆ, ਉਤਰੇ ਮਨ ਕੀ ਭੁੱਖ। ਹਾਂ, ਉਹਨੂੰ ਕਹੋ ਕਿ ਮੈਨੂੰ ਮਹਿੰਗੀ ਚੀਜ਼ ਦੋ ਭਾਈ, ਮੈਂ ਉਹ ਚੀਜ਼ ਮੰਗਣੀ ਜਿਹੜੀ ਵਸਤੂ ਤੇਰੇ ਕੋਲ ਪਈ ਹੈ ਤੇ ਉਹਦੇ ਕੋਲ ਤਾਂ ਸੱਚ ਹੈ। ਸੱਚ ਹੀ ਮੰਗਣਾ ਬਸ। ਫਿਰ ਬਾਣੀ ਕਹਿੰਦੀ ਜਦੋਂ ਸੱਚ ਮੰਗ ਲਿਆ ਤੇ ਗੱਲ ਖਤਮ ਹੋ ਗਈ। ਫਿਰ ਤੇ ਸੱਚ ਥੋੜੀ ਹੈਗਾ, ਉਹ ਪ੍ਰਮਾਤਮਾ ਵਾ ਨਿਚਰ ਸਾਹਿਬ। ਸੱਚ ਕੋਈ ਸੱਚ ਥੋੜੀ ਹੈਗਾ, ਉਹੀ ਤੇ ਪ੍ਰਮਾਤਮਾ ਹੈ। ਤੇ ਉਹ ਪ੍ਰਮਾਤਮਾ ਤੇ ਵੇਖਣ ਦਿਆ ਕਿ ਕੋਈ ਤੇ ਸੱਚ ਮੰਗਣ ਆਵੇ। ਬਿਲਕੁਲ। ਔਰ ਉਹਨੇ ਦੇਣਾ ਜਿਹੜਾ ਨਾ, ਇੱਕ ਨਿਮਕ ਮਾੜਾ ਜਿਹਾ ਦੇਣਾ ਹੈ, ਉਹਦੇ ਚ ਤੂੰ ਜਿਹੜਾ ਹੈਗਾ ਤੂੰ ਤਾਂ ਪੂਰੀ ਤਰ੍ਹਾਂ ਤ੍ਰਿਪਤ ਹੋ ਜਾਣਾ ਹੈ। ਨਿਜਰ ਸਾਹਿਬ ਤੁਹਾਡੇ ਕਹਿੰਦੇ ਜਨਮਾਂ ਦੀ ਪਿਆਸ ਮੁੱਕ ਜਾਣ, ਉਹਦੀ ਬੂੰਦ ਨੇ। ਸੱਚ ਕਿਤੇ ਐਵੇਂ ਸੱਚ ਨੂੰ ਕੀ ਮਜ਼ਾਕ ਬਣਾ ਛੱਡਿਆ? ਸੱਚ ਦੀ ਇੱਕ ਬੂੰਦ ਮਿਲ ਗਈ, ਕਹਿੰਦੇ ਤੇਰੀ ਅਨੰਤ ਜਨਮਾਂ ਦੀ ਜਿਹੜੀ ਭੁੱਖ ਆ ਨਾ, ਉਹ ਤੇਰੀ ਖਤਮ ਹੋ ਜੂਗੀ। ਕੱਲ ਵੀ ਆਇਆ ਸੀ ਬਾਣੀ ਚ, ਪਹਿਲਾਂ ਵੀ ਆਇਆ ਕਿ ਤੇਰੀ ਜਿਹੜੀ ਭੁੱਖ ਹੈ ਨਾ, ਉਹ ਤੇਰੇ ਮਨ ਕੀ ਭੁੱਖ, ਤੇਰੇ ਮਨ ਦੀ ਜਿਹੜੀ ਭੁੱਖ ਆ, ਭਾਵੇਂ ਧਰਤੀ ਦਾ ਪਦਾਰਥ ਮਿਲ ਜੇ ਫਿਰ ਵੀ ਨਹੀਂ ਭੁੱਖ ਖਤਮ ਹੋਣੀ। ਪਰ ਉਸ ਸੱਚ ਦੀ ਬੂੰਦ ਨੇ, ਜਿੱਦਾਂ ਅੰਮ੍ਰਿਤ ਵੇਲੇ ਬਬੀਹਾ ਕੂਕਿਆ ਨਾ, ਉਹਨੂੰ ਬੂੰਦ ਮਿਲਦੀ ਆ ਤੇ ਉਹਦੀ ਭੁੱਖ ਜਿਹੜੀ, ਉਹਦੀ ਪਿਆਸ ਹੈ, ਉਹ ਤ੍ਰਿਪਤ ਹੋ ਜਾਂਦਾ, ਸੰਤੁਸ਼ਟ ਹੋ ਜਾਂਦਾ। ਫਿਰ ਮੇਘੇ ਨੂੰ ਫਰਮਾਨ ਹੋਇਆ ਬਰਸੋ ਕਿਰਪਾ ਧਾਰ। ਫਿਰ ਮੇਘਾ ਕੀ ਕਰਦਾ ਹੈ, ਪਹਿਲਾਂ ਉਹਨੇ ਡਿਮਾਂਡ ਕੀਤੀ, ਫਿਰ ਸਪਲਾਈ ਹੋਈ, ਫਿਰ ਆਰਡਰ ਹੋਇਆ। ਮੇਘੇ ਨੂੰ ਆਰਡਰ ਹੋਇਆ ਕਿ ਬਈ ਉਹ ਉੱਥੇ ਕਿਸੇ ਨੇ ਤੇ ਆਵਾਜ਼ ਮਾਰੀ ਹੈ, ਡਿਮਾਂਡ ਐਂਡ ਸਪਲਾਈ। ਤੁਸੀਂ ਜੋ ਮੰਗੋਗੇ ਇਹ ਪ੍ਰਕਿਰਤੀ ਚ ਉਹੀ ਮਿਲ ਜਾਣਾ ਹੈ। ਬਿਲਕੁਲ। ਤੁਸੀਂ ਸੱਚ ਮੰਗ ਲਓ, ਸੱਚ ਮਿਲੂਗਾ। ਕਿਉਂ ਨਹੀਂ ਮਿਲੂਗਾ? ਕਿਉਂਕਿ ਇਹ ਆਪਾਂ
ਡਿਮਾਂਡ ਨਹੀਂ ਕਰਾਂਗੇ ਤੇ ਨਹੀਂ ਮਿਲਣਾ। ਪਰ ਇਹ ਡਿਮਾਂਡ ਜਿਹੜੀ ਆ ਬਾਣੀ ਤੇ ਉਹ ਕਹਿੰਦੀ ਆ ਭਾਵੇਂ ਤੂੰ 500 ਕੀ ਕਰੋੜਾਂ ਜਨਮ, ਕਿੰਨੇ ਬਹੁਤ ਜਨਮ, ਬਾਣੀ ਕਹਿੰਦੀ ਇਹ ਬਹੁਤ ਜਨਮ ਵਿਛੜੇ ਥੇ ਮਾਧੋ, ਬਹੁਤ ਮਤਲਬ ਕਾਊਂਟਲੈਸ ਟਾਈਮ ਤੋਂ ਮੈਂ ਗਲਤ ਚੀਜ਼ ਮੰਗ ਰਿਹਾ ਸੀ, ਇਹ ਜਨਮ तुम्हारे लेखे, तुम्हारे लेखे ਦਾ ਮਤਲਬ ਕਿ ਮੈਨੂੰ ਸੱਚ ਚਾਹੀਦਾ ਹੈ। ਬਸ ਮੈਨੂੰ ਸ਼ਬਦ ਚਾਹੀਦਾ ਹੈ। ਮੈਨੂੰ ਸ਼ਬਦ ਦਾ ਮਤਲਬ ਹੈ ਮੈਨੂੰ ਗਿਆਨ ਧਿਆਨ ਤੇ ਜਿਹੜਾ ਹੈਗਾ ਐਕਸ਼ਨ ਚਾਹੀਦੀ ਹੈ ਭਾਈ, ਆ ਚਾਹੀਦਾ। ਨਿੱਜੇ ਸਾਹਿਬ ਜੇ ਤੂੰ ਸੱਚ ਮੰਗ ਲਿਆ ਸਭ ਕੁਝ ਆ ਗਿਆ ਵਿੱਚੇ, ਸੱਚ ਤੋਂ ਇਲਾਵਾ ਤੇ ਕੁਝ ਵੀ ਨਹੀਂ ਹੈਗਾ। ਬਸ ਆਹੀ ਸੱਚ ਹੈਗਾ। ਬਿਲਕੁਲ ਸਹੀ ਗੱਲ ਹੈ ਗੁਰਕੀ ਸਾਹਿਬ, ਬਿਲਕੁਲ ਸਹੀ ਗੱਲ ਹੈ। ਮੈਂ ਕਹਿੰਦਾ ਕਿ ਉਹ ਬਾਣੀ ਤੇ ਕਹਿੰਦੀ ਤੇਰੀ ਪਾਤਰਤਾ ਵੀ ਨਹੀਂ ਹੈਗੀ। ਬਾਣੀ ਤੇ ਕਹਿੰਦੀ ਕਾਲੇ ਮੈਡੇ ਕੱਪੜੇ ਕਾਲਾ ਮੈਡਾ ਵੇਸ, ਗੁਨਾਹ ਹੀ ਭਰਿਆ ਮੈਂ ਫਿਰਾਂ ਤੇ ਲੋਕੀ ਕਹਿਣ ਦਰਵੇਸ਼। ਜੇ ਉਹ ਕਲੇਮ ਥੋੜੀ ਕਰਦੇ ਕਿ ਮੈਂ ਪਵਿੱਤਰ ਹੋ ਚੁੱਕਿਆ, ਉਹ ਤੇ ਕਬੀਰ ਸਾਹਿਬ ਕਲੇਮ ਕਰ ਰਿਹਾ ਕਿ ਨਿਰਮਲ ਹੋ ਗਿਆ ਮਨ। ਦੂਜੀ ਤਰਫ ਤੇ ਉਹ ਕਲੇਮ ਵੀ ਨਹੀਂ ਕਰਨ ਦੇ, ਅਗਲੇ ਕਹਿੰਦੇ ਨਹੀਂ। ਫਰੀਦ ਜੀ, ਬਾਬਾ ਕਬੀਰ ਸਾਹਿਬ, ਹਾਂ ਬਾਬਾ ਫਰੀਦ ਜੀ, ਕਬੀਰ ਸਾਹਿਬ ਦੇਖੋ ਕਿੱਥੇ ਬੈਠੇ ਨੇ, ਇੱਕ ਮੂੰਹ ਚ ਲਫ਼ਜ਼ ਬੋਲਦੇ ਨੇ। ਇੱਥੇ ਸਾਡੇ ਲਾਗੇ ਮਾੜਾ ਮੋਟਾ ਬੰਦਾ ਹੱਥ ਵੇਖਣ ਵਾਲਾ, ਉਹ ਸ਼ਾਮੀ ਚਾਹੇ ਤੇ ਜਿੰਨੇ ਮਰਜ਼ੀ ਪੈਸੇ ਇਕੱਠੇ ਕਰ ਸਕਦਾ। ਤੇ ਆਪ ਸਮਝਦੇ ਕਬੀਰ ਸਾਹਿਬ ਨਹੀਂ ਬੋਲ ਸਕਦੇ ਕਿ ਮੈਨੂੰ ਪੈਸਾ ਲਿਆ ਕੇ ਦੋ, ਨਹੀਂ ਲੈ ਆਉਂਦੇ ਅਗਲੇ। ਉਹ ਕਹਿੰਦੇ ਆ ਕਿ ਕੀ ਕਰਦੇ ਨੇ, ਉਹਨਾਂ ਦੀ ਮਾਂ ਰੌਲਾ ਪਾਉਂਦੀ ਆ ਬਈ ਤੇਰਾ ਦਿਮਾਗ ਖਰਾਬ ਹੈ, ਤੂੰ ਜਬ ਸੇ ਨਪੂਤੇ ਪਕੜੀ ਮਾਲਾ, ਪਤਨੀ ਬਾਣੀ ਕੀ ਕਹਿੰਦੇ ਤਬ ਸੇ ਸੁੱਖ ਨਾ ਪਿਓ। ਹਾਂ ਬਿਲਕੁਲ ਤਦੋਂ ਦਾ ਸੁੱਖ ਨਹੀਂ ਹੋਇਆ। ਉਹ ਕਹਿੰਦੇ ਪਤਾ ਨਹੀਂ ਕਿੱਦਾਂ ਦਾ ਜੰਮਿਆ ਬੱਚਾ ਮੈਂ। ਇਹ ਲੋਕਾਂ ਦੇ ਬੱਚੇ ਵੇਖ ਕਿੱਦਾਂ ਘਰ ਘੁਰ ਬਣਾ ਲਏ, ਨਿੱਕੇ ਨਿੱਕੇ ਜਿਹਾ ਪੰਡਤ ਹੀ ਵੇਖ ਕਿੱਡਾ ਵੱਡਾ ਮੰਦਰ ਬਣਾ ਲਏ, ਤੇ ਇਹ ਪਤਾ ਨਹੀਂ ਕਿਹੋ ਜਿਹਾ ਬੰਦਾ ਹੀ ਉਲਟਾ ਸਾਡਾ ਸਮਾਨ ਵੀ ਵੇਚ ਆਉਂਦਾ। ਵੈਰੀ ਲੈਸ ਫੈਸਿਲਿਟੀ। ਬਿਲਕੁਲ। ਪਰ ਕਬੀਰ ਸਾਹਿਬ ਜਿਹੜਾ ਬਿਜ਼ਨਸ ਕਰ ਰਹੇ, ਉਹ ਬਿਜ਼ਨਸ ਬਹੁਤ ਉੱਚ ਕੋਟੀ ਦਾ ਬਿਜ਼ਨਸ। ਉਹ ਕਹਿੰਦੇ ਉਹਨੂੰ ਪਤਾ, ਉਹਨਾਂ ਨੂੰ ਪਤਾ ਮੈਂ ਨਹੀਂ ਲੈ ਸਕਦਾ ਕਿਉਂਕਿ ਜਿਹੜੀ ਚੀਜ਼ ਮੇਰੀ ਨਹੀਂ ਹੈ ਨਿੱਜਰ ਸਾਹਿਬ, ਉਹ ਮੈਂ ਕਿੱਦਾਂ ਲੈ ਸਕਦਾ। ਹੁਣ ਲੋਕੀ ਕਹਿਣਗੇ ਕਿ ਤੈਨੂੰ ਕੋਈ ਨਹੀਂ ਵੇਖਦਾ, ਪਰ ਉਹਨਾਂ ਨੂੰ ਤਾਂ ਪਤਾ ਨਾ ਕਿ ਮੇਰੀ ਆਤਮਾ ਦੇਖਦੀ ਪਈ ਹੈ ਜਿਹੜੀ ਚੀਜ਼ ਮੇਰੀ ਨਹੀਂ ਹੈ। ਬਿਲਕੁਲ। ਹਾਂ ਪਲੀਜ਼ ਅੰਡਰਸਟੈਂਡ ਕਰੋ, ਬਾਣੀ ਵੈਰੀ ਡੀਪ ਹੈ, ਇਸੇ ਲਈ ਕੋਈ ਬਿਰਲਾ ਬੰਦਾ ਇਸ ਬਾਣੀ ਤੇ ਚੱਲਦਾ ਹੈ। ਔਰ ਮੈਂ ਇਹੋ ਕਹਿਣਾ ਚਾਹੁੰਦਾ, ਰਸਤਾ ਬੜਾ ਔਖਾ ਹੈ, ਪਰ ਔਖਾ ਦੇਖਣ ਚ ਲੱਗਦਾ ਹੈ। ਹਾਂ ਕਿ ਥੋੜਾ ਜਿਹਾ ਅੱਗੇ ਚੱਲੋਗੇ ਨਾ, ਇਸ ਨਾਲ ਦਾ ਰਸਤਾ ਧਰਤੀ ਚ ਹੈ ਨਹੀਂ। ਬਿਲਕੁਲ ਸਹੀ ਗੱਲ ਹੈ। ਚਿੱਤ ਸ਼ਾਂਤ ਨਹੀਂ ਹੋ ਸਕਦਾ ਤੁਹਾਡਾ, ਮਨ ਕਿੱਥੋਂ ਸ਼ਾਂਤ ਹੋਊਗਾ? ਤੁਸੀਂ ਝੂਠ ਬੋਲੀ ਜਾਓ, ਅੰਦਰ ਕੰਪਨ ਵੱਧਦੀ ਜਾਣੀ ਹੈ। ਜਿੱਦਣ ਤੁਸੀਂ ਸੱਚ ਬੋਲਣਾ ਸ਼ੁਰੂ ਕਰਤਾ, ਆਪਣੇ ਪਤੀ ਨੂੰ ਆਪਣੀ ਪਤਨੀ ਨੂੰ ਸੱਚ ਬੋਲੋ, ਕਹੋ ਭਈ ਆਹ ਹੀ ਸੱਚ। ਮੈਨੂੰ ਪਤਾ ਹੈ ਤੈਨੂੰ ਦੁੱਖ ਜ਼ਰੂਰ ਲੱਗਣਾ, ਪਰ ਸੱਚ ਮੈਂ ਦੱਸਦਾ। ਆਪਣੇ ਬੱਚਿਆਂ ਨੂੰ, ਹੁਣ ਛੋਟੇ ਬੱਚੇ, ਕੱਲ ਮੇਰਾ ਹਰਮਨ ਗੇਮ ਖੇਡਣ ਦਿਆ, ਮੈਂ ਇਹਨੂੰ ਇਹ ਕਿਹਾ ਪੁੱਤ ਵੇਖ ਮੇਰੇ ਕੋਲ, ਤੂੰ ਮੈਨੂੰ ਵੇਖ ਕੇ ਮੋਬਾਈਲ ਲੁਕਾ ਲਿਆ, ਤੈਨੂੰ ਲੁਕਾਉਣ ਦੀ ਲੋੜ ਨਹੀਂ ਆ, ਠੀਕ ਹੈ, ਪਰ ਪੁੱਤ ਤੂੰ ਏਦਾਂ ਕਰ ਕਿ ਇਹਦਾ ਟਾਈਮ ਜਦੋਂ ਤੂੰ ਗੇਮ ਖੇਡਣੀ ਉਦੋਂ ਗੇਮ ਖੇਡ, ਜਦੋਂ ਪੜ੍ਹਾਈ ਦਾ ਟਾਈਮ ਤੇ ਪੁੱਤ ਪੜ੍ਹਾਈ ਕਰ। ਇੰਨੀ ਗੱਲ ਕਹੀ ਉਹਨਾਂ ਮੈਂ। ਸੱਚ ਉਹਨੂੰ ਦੱਸੀਏ ਕੀ ਚਾਹੁੰਦੇ ਕੀ ਆ। ਇਹ ਥੋੜੀ ਕਿ ਮੇਰੇ ਸਾਹਮਣੇ ਤੂੰ ਮੇਰਾ ਬੱਚਾ ਬੜਾ ਵਧੀਆ ਬਣਿਆ ਹੋਵੇ, ਮੇਰੇ ਸਾਹਮਣੇ ਕਿਤਾਬ ਫੜਿਆ ਹੋਵੇ। ਮੈਂ ਕਿਤਾਬ ਦੀ ਤੇ ਗੱਲ ਹੀ ਨਹੀਂ ਪੁੱਤ, ਇਹ ਜੀਵਨ ਤੇਰਾ ਹੈ। ਹੁਣ ਅਸੀਂ ਕਈ ਵਾਰ ਘਰ ਚ ਬੈਠੇ ਆ, ਦੌਕਾ ਮਾਰ ਕੇ ਹੋ ਸਕਦਾ ਕਿ ਇਕਨੋਮਿਕਲੀ ਬੰਦਾ ਸਾਡੇ ਤੇ ਡਿਪੈਂਡੈਂਟ ਹੈ, ਸਾਡੇ ਕਹੇ ਅਨੁਸਾਰ ਜੀਵਨ ਬਤੀਤ ਕਰਦਾ। ਉਹਨੂੰ ਦੱਸੋ ਕਿ ਪੁੱਤ ਤੂੰ ਡਰਨ ਦੀ ਲੋੜ ਨਹੀਂ, ਪਤਨੀ ਨੂੰ ਵੀ ਦੱਸੋ ਕਿ ਤੂੰ ਡਰਨ ਦੀ ਲੋੜ ਨਹੀਂ। ਬਟ ਮੈਂ ਚਾਹੁੰਦਾ ਕਿ ਤੂੰ ਮੇਰੇ ਲਈ ਸੱਚ, ਤੂੰ ਇੱਕ ਜਿਹੜਾ ਮੇਰਾ ਟਰੂ ਸਾਈਡ ਮੈਨੂੰ ਦਿਖਾ, ਕੋਈ ਸਰਪ੍ਰਾਈਜ਼ ਸੱਚ ਦਾ ਮੇਰੇ ਸਾਹਮਣੇ ਪ੍ਰਗਟ ਹੋਵੇ। ਆਉਣ ਵਾਲੇ ਸਮੇਂ ਚ ਕੋਈ ਏਦਾਂ ਦੀ ਗੱਲ ਦਾ ਮੈਨੂੰ ਪਤਾ ਨਾ ਲੱਗੇ ਕਿ ਹੁਣ ਤੂੰ ਮੇਰੇ ਸਾਹਮਣੇ ਤੇ ਬੜਾ ਚੰਗਾ, ਪਰ ਮੈਨੂੰ ਸੱਚ ਦੱਸ, ਮੈਂ ਸੱਚ ਨੂੰ ਜਾਣਨਾ ਚਾਹੁੰਦਾ। ਉਹੀ ਜੀਵਨ ਹੈ। ਦੱਸੋ ਵੀ ਸੱਚ। ਝੂਠ ਸੁਣ ਕੇ ਤੇ ਨਿੱਜਰ ਸਾਹਿਬ ਚੰਗਾ ਤਾਂ ਬੜਾ ਲੱਗਦਾ, ਉਹਦਾ ਫਾਇਦਾ ਕੀ? ਮੈਨੂੰ ਪਤਾ ਹੀ ਨਹੀਂ ਸੱਚ ਕੀ ਹੈ। ਔਖਾ ਜ਼ਰੂਰ ਹੋਵਾਂਗਾ, ਮੈਨੂੰ ਦੁੱਖ ਵੀ ਲੱਗੂਗਾ, ਪਰ ਐਟਲੀਸਟ ਮੈਨੂੰ ਪਤਾ ਤਾਂ ਲੱਗੇ ਨਾ ਸੱਚ ਹੈ, ਮੈਨੂੰ ਪਤਾ ਹੈ ਸੱਚ ਦਾ। ਇਹੋ ਬਾਣੀ ਕਹਿੰਦੀ। ਔਰ ਇਹਦੀ ਸ਼ੁਰੂਆਤ ਕਿੱਥੋਂ ਕਰਨੀ ਹੈ? ਤੁਸੀਂ ਆਪਣੇ ਆਪ ਤੋਂ ਕਰਨੀ ਹੈ। ਸੱਚ ਦੱਸੋ ਭਾਈ। ਔਰ ਸੱਚ ਤੇ ਸੱਚ ਹੀ ਹੈ। ਫਿਰ ਤੇ ਸੱਚ ਦੇ ਅੱਗੇ ਕੋਈ ਦੁਨੀਆ ਦੀ ਚੀਜ਼ ਨਹੀਂ ਹੈ। ਸਾਧ ਸੰਗਤ ਜੀ, ਦੁਨੀਆ ਚ ਸਭ ਤੋਂ ਕੀਮਤੀ ਚੀਜ਼ ਸੱਚ ਆ। ਔਰ ਇਹ ਮੇਰੀ ਗੱਲ ਪੱਕੀ ਪੱਥਰ ਤੇ ਲਕੀਰ ਹੈ। ਤੁਸੀਂ 95 ਬੰਦੇ ਸੁਣਦੇ ਪਏ ਜੋ, ਚਲੋ ਨਰ ਤੇ ਨਾਰੀ ਚ ਕੋਈ ਫਰਕ ਨਹੀਂ ਹੈ, ਪ੍ਰਕਿਰਤੀ ਚ ਆਪਾਂ ਸਾਰੇ ਨਾਰੀ ਚ ਆਉਂਦੇ ਹਾਂ। ਜਿੱਦਣ ਤੁਸੀਂ ਸੱਚ ਨੂੰ ਘਰੇ ਲੈ ਆਂਦਾ ਨਾ, ਉਦਣ ਹੀ ਤੁਸੀਂ ਮੁਕਤ ਹੋ ਜਾਣਾ। ਕੋਈ ਭਗਤੀ ਵੀ ਕਰਨ ਦੀ ਲੋੜ ਨਹੀਂ ਨਿੱਜਰ ਸਾਹਿਬ, ਨੋ ਨੀਡ। ਤੁਹਾਡੇ ਮਨ ਚ ਮਾੜੀ ਚੀਜ਼ ਜਾਂ ਮਾੜੇ ਵਿਚਾਰ ਆ, ਉਹਨੂੰ ਕੋਈ ਜੋ ਮਰਜ਼ੀ ਚੱਲਦਾ ਹੈ, ਪਰ ਮੈਂ ਸੱਚ ਚ ਜੀਵਨ ਬਤੀਤ ਕਰਨਾ ਹੈ। ਤੁਸੀਂ ਵੇਖੋ ਤਮਾਸ਼ਾ, ਬਾਣੀ ਤੇ 9 ਦਿਨ ਕਹਿੰਦੀ ਹੈ, 7-8 ਦਿਨ ਕਹਿੰਦੀ। ਨਿੱਜਰ ਸਾਹਿਬ ਕਿੰਨੇ ਦਿਨ ਕਹਿੰਦੀ ਹੈ? 8 ਦਿਨ ਕਰਕੇ ਦੇਖ ਲਓ, 9ਵੇਂ ਦਿਨ ਕਹਿੰਦੀ ਤੁਹਾਨੂੰ ਪਰਿਵਰਤਨ ਸਾਹਮਣੇ ਆਉਣਾ ਚਾਹੀਦਾ ਹੈ।
ਸਟੈਂਪ ਹੈ ਸਟੈਂਪ 9 ਦਿਨ ਤੁਸੀਂ ਸੱਚ ਬੋਲ ਕੇ ਵੇਖ ਲਿਓ। ਤੁਸੀਂ ਮੈਨੂੰ ਕਹਿ ਦਿਓ ਕਿ ਚਰਨਜੀਤ 9 ਦਿਨ ਸੱਚ ਬੋਲਿਆ, ਇਹ ਬੜਾ ਦੁਖੀ ਹੋ ਗਿਆ। ਬਾਣੀ ਕਿਤੇ ਨਹੀਂ, ਇਹ ਤਾਂ ਪੋਸੀਬਲ ਹੀ ਨਹੀਂ ਹੈਗਾ, ਕੋਈ ਪ੍ਰਕਿਰਤੀ ਦਾ ਨਿਯਮ ਹੈ। 9 ਦਿਨ ਦੇ ਅੰਦਰ ਤੁਸੀਂ 9 ਦਿਨ ਪਲੀਜ਼ ਕੌਨਸਟੈਂਟ ਆਪਣੇ ਦੇਖੋ। ਪਤਾ ਕੀ ਹੈ, ਇਹ ਗੇਮ ਬੜੀ ਸੀਰੀਅਸ ਹੈ। ਉਹ ਜਦ ਤੱਕ ਉਹ ਕਹਿੰਦੇ ਨੇ, ਇੱਕ ਕਹਾਣੀ ਸੁਣੀ ਹੈ, ਪਤਾ ਨਹੀਂ ਸੱਚੀ ਕਿ ਝੂਠੀ, ਤੇ ਕਹਿੰਦੇ ਕਬੀਰ ਸਾਹਿਬ ਨੇ, ਪਤਾ ਨਹੀਂ ਫਰੀਦ ਸਾਹਿਬ ਨੇ, ਕਿਸੇ ਨੇ ਨਾ ਆਪਣੇ ਗਲ ਦੇ ਵਿੱਚ ਲੱਕ ਤੇ ਨਾਲ ਸੰਗਲ ਲਪੇਟਿਆ ਲੋਹੇ ਦਾ, ਤੇ ਉਹ ਸੰਗਲ ਲਪੇਟਿਆ ਤੇ ਉਹ ਖੂਹ ਚ ਲਮਕੇ। ਹੁਣ ਉੱਥੇ ਕੋਈ ਮੱਝਾਂ ਚਾਰਨ ਵਾਲਾ ਬੰਦਾ ਆ ਗਿਆ। ਉਹ ਕਹਿੰਦੇ ਮਹਾਰਾਜ ਕੀ ਕਰ ਰਹੇ ਜੋ? ਕਹਿੰਦਾ ਮੈਂ ਭਗਤੀ ਕਰ ਰਿਹਾ। ਤੇ ਕਹਿੰਦੇ ਕੀ ਪ੍ਰਾਪਤ ਹੋਊਗਾ? ਉਹ ਕਹਿੰਦੇ ਜੀ ਇੱਥੇ ਤੇ ਰੱਬ ਮਿਲ ਜਾਂਦਾ ਹੈ। ਠੀਕ ਹੈ। ਤੇ ਉਹਨੇ ਕੀ ਵੇਖਿਆ, ਹੁਣ ਸੰਗਲ ਤੇ ਉੱਥੇ ਅਵੇਲੇਬਲ ਨਹੀਂ ਸੀ। ਉਹਨਾਂ ਕੀ ਕੀਤਾ ਕਿ ਰੱਸੀ ਦਾ ਇੱਕ ਬੇੜ ਜਿਹਾ ਬਣਾਇਆ ਹਲਕਾ ਜਿਹਾ, ਉਹਦੇ ਨਾਲ ਹੀ ਆਪਣੇ ਆਪ ਲੱਕ ਨਾਲ ਲਪੇਟਿਆ ਤੇ ਉੱਥੇ ਲਮਕ ਗਏ। ਉਹਨੂੰ ਜਿਹੜਾ ਬੰਦਾ ਲਮਕਿਆ ਸੀ, ਕਹਿੰਦੇ ਉਹਨੂੰ ਪਹਿਲਾਂ ਗਿਆਨ ਪ੍ਰਾਪਤ ਹੋ ਗਿਆ। ਕਿਉਂ? ਉਹ ਕਹਿੰਦੇ ਕੁਦਰਤ ਕਹਿੰਦੀ ਬੰਦੇ ਨੇ ਸੰਗਲ ਲਪੇਟਿਆ, ਹਜੇ ਤੇ ਕੋਈ ਨਹੀਂ 10-20 ਸਾਲ ਹੋਰ ਲਮਕ ਸਕਦਾ ਹੈ। ਇਹ ਜਿਹੜਾ ਬੇੜ ਹੈ ਕੀਤਾ ਕਦੋਂ ਖੁੱਲ ਜਾਣਾ, ਥੱਲੇ ਤੇ ਪਾਣੀ ਹੈ। ਸੋ ਇਹ ਗੱਲਾਂ ਬਾਤਾਂ ਹੁੰਦੀਆਂ ਨੇ। ਤੁਸੀਂ ਡਿਮਾਂਡ ਕੀਤੀ ਤੇ ਚੀਜ਼ ਮਿਲ ਗਈ। ਹਾਂਜੀ ਮੇਰੇ ਸਾਹਿਬ ਅੱਗੇ ਚਲੀਏ ਪਲੀਜ਼। ਹਾਂ, ਅੱਗੇ ਮਹਾਰਾਜ ਕਹਿੰਦੇ ਆ ਕਿ ਬਈ ਡਿਮਾਂਡ ਕਰਨੀ ਸਿੱਖ ਲਾ ਪਹਿਲਾਂ। ਡਿਮਾਂਡ ਕਿਵੇਂ ਕਰਨੀ ਆ? ਮਹੱਲਾ ਪੰਜਵਾਂ, ਸਿੱਖੋ ਸ਼ਬਦ ਪਿਆਰੇ ਹੋ ਜਨਮ ਮਰਨ ਕੀ ਟੇਕ। ਆਹੀ ਡਿਮਾਂਡ ਹੀ ਜਨਮ ਮਰਨ ਦੀ ਟੇਕ ਆ। ਸੱਚ ਚਾਹੀਦਾ ਹੈ, ਉਹਨੂੰ ਕਿਵੇਂ ਮੰਗਣਾ ਹੈ ਸੱਚ ਨੂੰ, ਇਹਨੂੰ ਸਿੱਖ ਲਓ। ਕਿਵੇਂ ਮਾਲਕ ਪਰਮਾਤਮਾ ਤੋਂ ਜਿਹੜਾ ਹੈਗਾ ਜਾਚਕ ਨੇ ਜਾਚਨਾ ਕਰਨੀ ਹੈ। ਕਿਵੇਂ ਕਰਨੀ ਹੈ ਜਾਚਨਾ? ਸਿੱਖੋ ਸ਼ਬਦ ਪਿਆਰੇ ਹੋ ਜਨਮ ਮਰਨ ਕੀ ਟੇਕ। ਕਹਿੰਦੇ ਜਨਮ ਮਰਨ ਦੀ ਟੇਕ ਆ ਇਹੀ ਹੈਗਾ, ਇਹੀ ਭਗਤੀ ਹੈਗੀ ਭਾਈ। ਇਸੇ ਦੇ ਨਾਲ ਮਾਇਆ ਤੋਂ ਆਪਾਂ ਵੱਖ ਹੋ ਸਕਦੇ ਹਾਂ। ਇਸੇ ਦੇ ਨਾਲ ਮਨ ਨੂੰ ਜਿੱਤ ਸਕਦੇ ਹਾਂ। ਇਸੇ ਮਨ ਜੀਤੇ ਜਗ ਜੀਤੇ, ਇਸੇ ਨਾਲ ਜਗ ਨੂੰ ਜਿੱਤਿਆ ਜਾ ਸਕਦਾ ਹੈ। ਸਿੱਖੋ ਸ਼ਬਦ ਪਿਆਰੇ ਹੋ ਜਨਮ ਮਰਨ ਕੀ ਟੇਕ। ਮੁਖ ਉਜਲ ਸਦਾ ਸੁਖੀ ਨਾਨਕ ਸਿਮਰਤ ਏਕ। ਮੁਖ ਉਜਲ ਹੋ ਜਾਏਗਾ, ਹਮੇਸ਼ਾ ਵਾਸਤੇ ਸੁਖੀ ਹੋ ਜਾਵਾਂਗੇ। ਆਹੀ ਆਓ ਇਸ ਇੱਕ ਮਾਲਕ ਪਰਮਾਤਮਾ ਦਾ ਸਿਮਰਨ। ਹਾਂਜੀ ਵੀਰ ਜੀ, ਗੱਲ ਉੱਥੇ ਹੀ ਆਉਣੀ ਆ। ਉਹ ਕਹਿੰਦੇ ਸਿੱਖ ਲਓ। ਸਿੱਖਣ ਦਾ ਮਤਲਬ ਕਿ ਸੱਚ ਤੇ ਚੱਲੋ। ਹੋਰ ਕੀ ਸਿੱਖਣਾ ਹੈ? ਉੱਥੇ ਉਹ ਵੇਖਣ ਦਿਆ ਵਾ ਕਿਦੋਂ ਕੋਈ ਸੱਚ ਤੇ ਚੱਲ, ਕਿਤੇ ਭਵ ਸਾਗਰ ਤੋਂ ਬਾਹਰ ਆ ਜਾਓ। ਇੱਥੇ ਭਗਤੀ ਭੁਗਤੀ ਦੀ ਵੀ ਲੋੜ ਕੋਈ ਨਹੀਂ। ਤੁਸੀਂ ਛੱਡ ਦੋ ਖੜਾ ਭਗਤੀ ਭੁਗਤੀ। ਉਹਨੂੰ ਕਹੋ ਕਿ ਬਈ ਮੈਂ ਸੱਚ ਤੇ ਚੱਲਦਾ। ਤੁਸੀਂ ਭਗਤੀ ਤੋਂ ਉਹਨਾਂ ਵਾਸਤੇ ਆ ਜਿਹਨਾਂ ਦੇ ਪੱਲੇ ਨਹੀਂ ਕੁਛ। ਵਿਮਲ ਕੀਤੀ ਬਣ ਜਾਓ ਨਜਰ ਸਾਹਿਬ। ਬਿਲਕੁਲ ਠੀਕ ਹੈ। ਮਨ ਚ ਵਿਚਾਰ ਆਉਂਦੇ ਮਾੜਾ ਕੰਮ ਕਰਨ ਦੇ, ਤੁਸੀਂ ਨਾ ਕਰੋ, ਗੱਲ ਖਤਮ। ਵਿਮਲ ਕੀਤੀ ਤੇ ਉਹ ਕਹਿਣ ਦਿਆ। ਜਿੱਦਾਂ ਇੱਕ ਬੰਦਾ ਨਸ਼ਾ ਕਰਦਾ ਹੈ, ਉਹ ਸਾਰੀ ਜ਼ਿੰਦਗੀ ਉਹ ਨਸ਼ਾ ਛੱਡਣ ਦੀ ਕੋਸ਼ਿਸ਼ ਕਰਦਾ, ਨਹੀਂ ਛੁੱਟਦਾ। ਪਰ ਇੱਕ ਕਹਿੰਦਾ ਜੋ ਮਰਜ਼ੀ ਹੋ ਜੇ ਮੈਂ ਨਹੀਂ ਕਰਨਾ, ਦਫਾ ਹੋ ਜਾਏ। ਸਰੀਰ ਹੀ ਆ, 2-4 ਦਿਨ ਭੁੜਕੂਗਾ, 15-20 ਦਿਨ ਮੈਂ ਕੀ ਹੋਊਗਾ, ਬੁਖਾਰ ਚੜ ਜੂ ਮੈਨੂੰ, ਹੋਰ ਕੀ ਹੋ ਜਾਊਗਾ। ਵਿਮਲ ਕੀਤੀ ਬਣਨਾ ਪੈਣਾ ਤੁਹਾਨੂੰ। ਤੇ ਕਈ ਬੰਦੇ ਸਾਰੀ ਜ਼ਿੰਦਗੀ ਉੱਥੇ ਨਸ਼ਾ ਛਡਾਊ ਕੇਂਦਰ ਚ ਧੱਕੇ ਖਾਂਦੇ ਫਿਰਦੇ ਆ, ਦਵਾਈਆਂ ਖਾਂਦੇ, ਇਹ ਕਰਦੇ ਉਹ ਕਰਦੇ, ਨਸ਼ਾ ਛੱਡ ਨਹੀਂ ਸਕਦੇ। ਇੱਥੇ ਤੇ ਭਾਈ ਵਿਮਲ ਕੀਤੀ ਬਣ ਜਾਓ। ਕੀ ਹੋ ਜਾਊਗਾ? ਨਸ਼ਾ ਛੱਡਣ ਦੇ ਨਾਲ ਕੋਈ ਮਰਿਆ ਅਜੇ ਤੱਕ ਨਸ਼ਾ ਸਾਹਿਬ? ਨਾ। ਸੱਚ ਬੋਲਣ ਨਾਲ ਕੌਣ ਮਰਦਾ ਹੈ? ਕੋਈ ਮਰਦਾ ਹੈ ਸੱਚ ਬੋਲਣ ਦੇ ਨਾਲ? ਫਿਰ ਰੱਬ ਰੂਪ ਕਾਹਦਾ? ਫਿਰ ਇੱਥੇ ਕੋਈ ਗੱਲਬਾਤ ਹੀ ਨਹੀਂ ਹੋਈ। ਆਪ ਜਸਟ ਸੋਚੋ, ਤੁਸੀਂ ਸੱਚ ਨੂੰ ਅਪਣਾ ਲਿਆ, ਸੱਚ ਨੂੰ ਘਰ ਲੈਂਦਾ ਤੇ ਤੁਸੀਂ ਭੁੱਖੇ ਮਰੋਗੇ। ਫਿਰ ਤੁਹਾਡੀ ਹਾਰ ਥੋੜੀ ਹੈ, ਤੇ ਫਿਰ ਪਰਮਾਤਮਾ ਦੀ ਹਾਰ ਹੈ ਨਜਰ ਸਾਹਿਬ। ਬਿਲਕੁਲ ਸਹੀ ਗੱਲ ਹੈ ਜੀ। ਫਿਰ ਕੀ ਗੇਮ ਹੈ? ਫਿਰ ਤੇ ਕੋਈ ਗੱਲ ਹੀ ਖਤਮ ਹੋ ਗਈ। ਫਿਰ ਤੇ ਪਰਮਾਤਮਾ ਦਾ ਝੂਠ ਤਗੜਾ ਹੈ। ਬਿਲਕੁਲ ਠੀਕ ਹੈ। ਇਹ ਤੇ ਤੁਹਾਡੀ, ਮੈਂ ਤੇ ਕਹਿੰਦਾ ਕਿ ਤੁਹਾਨੂੰ ਇੰਨਾ ਮੈਂ ਸਟਰੋਂਗ ਕਰਨਾ ਚਾਹੁੰਦਾ ਕਿ ਤੁਸੀਂ ਕੰਧ ਪਾੜ ਕੇ ਲੰਘ ਜਾਓ। ਫਿਰ ਤੇ ਮਾਇਆ ਪਾਵਰਫੁਲ ਹੈ। ਸੱਚ ਨੂੰ ਕੀ ਕਰਨਾ? ਪਰ ਸੱਚ ਕਹਿੰਦਾ ਕਿ ਮਾਇਆ ਤੇ ਕੁਛ ਵੀ ਨਹੀਂ ਹੈਗੀ। ਮਾਇਆ ਤੇ ਸੱਚ ਨੇ ਰਚੀ ਹੈ। ਜੇ ਸਾਡੀ ਜ਼ਿੰਦਗੀ ਸੱਚ ਆ ਜੇ ਤੇ ਅਸੀਂ ਭੁੱਖੇ ਮਰ ਜਾਾਂਗੇ, ਸਾਡੇ ਬੱਚਿਆਂ ਦਾ ਕੁਛ ਨਾ ਬਣੂਗਾ। ਮਾਇਆ ਤਾਂ ਉੱਥੇ ਹੀ ਰੁਕ ਜੂਗੀ, ਉੱਥੇ ਹੀ ਦੇ ਉੱਥੇ ਪਾਸੇ ਹੋ ਜੂਗੀ, ਬਹਿ ਜੂਗੀ ਹੱਥ ਜੋੜ ਕੇ। ਨੀਚੇ ਸਾਹਿਬ ਮਾਇਆ ਤੇ ਹੈ ਹੀ ਨਹੀਂ ਹੈ।
ਮਾਇਆ ਤੇ ਇੱਕ ਬਣਾਈ ਹੈ, ਰਚੀ ਹੈ। ਮਾਇਆ ਜਿਹੜਾ ਸੱਚ ਹੈਗਾ, ਸੱਚ ਹੈਗਾ ਅਸਲੀ, ਮਾਇਆ ਤੇ ਉਹਨੇ ਬਣਾਈ ਆ, ਉਹ ਤੇ ਬਿਲਕੁਲ ਨਕਲੀ ਹੈ। ਬਿਲਕੁਲ, ਜਿੱਥੇ ਸੱਚ ਨਹੀਂ ਹੈਗਾ ਉੱਥੇ ਮਾਇਆ ਹੈਗੀ, ਬਸ ਇਹੀ ਗੱਲ ਹੈਗੀ। ਬਿਲਕੁਲ ਸਹੀ ਹੈ। ਹਾਂ, ਉਹ ਵਿਚਾਰੀ ਕੁਛ ਵੀ ਨਹੀਂ, ਉਹਨੇ ਕੀ ਕਹਿਣਾ ਦੇਣਾ, ਉਹ ਤੇ ਇੱਕ ਹੁਕਮ ਦੀ ਬੰਦੀ ਆ, ਜਿੱਦਾਂ ਉਹਨੂੰ ਵਿਚਾਰੀ ਨੂੰ ਹੁਕਮ ਹੈ ਉਹ ਵਿਚਾਰੀ ਚੱਲਣ ਦੀ ਹੈ। ਠੀਕ ਹੈ ਜੀ। ਆਪ ਪਲੀਜ਼ ਸਮਝੋ, ਮੁੱਖ ਉਜਲੇ ਉਹਨਾਂ ਹੀ ਇਨਸਾਨਾਂ ਦੇ ਹੋਣੇ ਆ ਜਿਹੜੇ ਸੱਚ ਨੂੰ ਮੰਨਦੇ ਆ। ਬਾਣੀ ਭਾਵੇਂ ਜਿੱਥੋਂ ਮਰਜ਼ੀ ਪੜ੍ਹ ਲਓ, ਕੋਈ ਵੀ ਗ੍ਰੰਥ ਪੜ੍ਹ ਲਓ, ਇੱਕੋ ਹੀ ਗੱਲ ਨਿਬੇੜੀ ਆ, ਕਹਿੰਦੇ ਸੱਚ ਤੋਂ ਅੱਗੇ ਕੀ ਆ, ਕਹਿੰਦੇ ਸੱਚ ਆਚਾਰ। ਤੇ ਜੇ ਨਹੀਂ ਪੈਦਾ ਹੋ ਰਹੇ, ਵਿਮਲ ਕੀਰਤੀ ਨੂੰ ਸ਼ਕਤੀ ਨਹੀਂ ਆਉਂਦੀ, ਨਹੀਂ ਔਗਣ ਛੁੱਟ ਰਹੇ, ਫਿਰ ਕਹਿੰਦੇ ਫਿਰ ਭਗਤੀ ਕਰੋ, ਬਸ ਇੱਕੋ ਮਾਰਗ ਹੈਗਾ। ਫਿਰ ਭਗਤੀ ਦੇ ਵਿੱਚ ਤੁਸੀਂ ਭੀਖ ਮੰਗਣੀ ਆ। ਕਦੋਂ ਮੰਗਣੀ ਆ? ਸਵੇਰੇ ਤੇ ਸ਼ਾਮ 2 ਟਾਈਮ। ਇੱਕ ਸਮਾਂ ਆਊਗਾ ਉਹ ਤੁਹਾਡੀ ਝੋਲੀ ਚ ਉਹ ਸੁੱਖ ਸੱਚ ਪਾ ਦੂਗਾ। ਤੇ ਫਿਰ ਸੱਚ ਪਾਲੂਗਾ, ਕਿੱਦਾਂ ਕੰਮ ਕਰੂਗਾ? ਜਿੱਦਾਂ ਆਪਾਂ ਦਵਾਈ ਖਾਂਦੇ ਆ, ਬੁਖਾਰ ਨਾਲ ਡਾਇਰੈਕਟ ਨਹੀਂ ਲੜਦੇ। ਦਵਾਈ ਦਾ ਕੰਮ ਆ ਬੁਖਾਰ ਨੂੰ ਕੱਢ ਦੇਣਾ। ਤੇ ਜਦੋਂ ਤੁਸੀਂ ਸੱਚ ਮੰਗ ਲਿਆ ਤੇ ਉਹਨੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਰੂਪੀ ਜਿਹੜੇ ਬੁਖਾਰ ਨੇ ਉਹਨਾਂ ਨੂੰ ਤੁਹਾਡੇ ਤੋਂ ਅਲੱਗ ਕਰ। ਕਿਉਂਕਿ ਸੂਖਮ ਹੈਗੇ, ਕੋਈ ਬੰਦੇ ਨਹੀਂ ਹੈਗੇ ਜਿਨ੍ਹਾਂ ਨਾਲ ਤੁਸੀਂ ਲੜਨਾ ਹੈ। ਉਹ ਤੁਹਾਡੇ ਕਾਰਨ ਸਰੀਰ ਦੇ ਅੰਦਰ ਆ। ਕਿਉਂਕਿ ਕਾਰਨ ਸਰੀਰ ਜਿਹੜਾ ਹੈ ਇਹ 5 ਤੱਤਾਂ ਦਾ ਬਣਿਆ ਹੈ। ਧਰਤੀ, ਪਾਣੀ, ਆਕਾਸ਼, ਅਗਨ। ਇਹ ਨੇ ਜੀ ਸਾਹਿਬ, ਬਿਲਕੁਲ ਸਹੀ ਗੱਲ ਹੈ। ਹਾਂ, ਐਟਲੀਸਟ ਗੱਲਾਂ ਬੜੀਆਂ ਗਹਿਰੀਆਂ ਨੇ, ਇਹ ਬੜੀ ਉੱਚ ਕੋਟੀ ਦੀ ਕਥਾ ਹੋ ਰਹੀ ਹੈ। ਹਜੇ ਵੀ ਨਾ ਮੌਕਾ ਜਾਣਦੇ ਹੋ। ਮੈਂ ਇਹ ਗੱਲ ਕਰਦਾ ਗਰੰਟੀ, ਤੁਸੀਂ ਆਪਣੇ ਜੀਵਨ ਤੋਂ ਜਾਣਾ ਹੈ, ਮੈਂ ਆਪਣੇ ਜੀਵਨ ਤੋਂ ਜਾਣਾ ਹੈ। ਇਹ ਜਿਹੜੀ ਗੇਮ ਹੈ, ਇੰਨਾ ਗਿਆਨ ਜੋ ਦੇ ਰਿਹਾ ਹੈ ਨਾ, ਆਹ ਬਾਣੀ ਦੇਖੋ ਕਿੰਨੇ ਉੱਚੇ ਲੈਵਲ ਤੇ ਖੁੱਲਣ ਦੀ ਹੈ। ਆਪਾਂ ਕਿਸੇ ਨੂੰ ਪੜਾਉਣ ਵਾਸਤੇ ਨਹੀਂ ਆਏ। ਆਪਾਂ ਜੇ 93 ਬੰਦੇ ਵੀ ਇੱਥੋਂ ਨਿਕਲ ਗਏ ਨਾ ਤੇ ਬਹੁਤ ਵੱਡੀ ਗੱਲ ਹੈ, ਬਹੁਤ ਵੱਡੀ ਗੱਲ। ਤੋ ਇਸ ਜੀਵਨ ਨੂੰ ਨਾ ਬੜਾ ਕੀਮਤੀ ਸਮਝੋ, ਇਹਨੂੰ ਛੱਡ ਦੋ ਖੜਾ। ਮੈਂ ਕਹਿੰਦਾ ਕਿ ਡੋਂਟ ਵਰੀ ਅਬਾਊਟ ਦਾ ਪ੍ਰੋਡਕਟ। ਇਹ ਸੰਸਾਰ ਤੇ ਘਰ-ਬਾਰ, ਇਹ ਬੱਚੇ ਬੁੱਚੇ, ਉਹ ਸਾਡੀ ਕੋਈ ਜ਼ਿੰਮੇਵਾਰੀ ਹੈ? ਬੱਚੇ, ਉਹ ਬੱਚੇ ਪ੍ਰਕਿਰਤੀ ਜਾਣੇ, ਉਹ ਜਿਹਦੀ ਜ਼ਿੰਮੇਵਾਰੀ ਹੈ, ਜਿਹਨੇ ਆਪਣਾ ਸੰਸਾਰ ਚਲਾਉਣਾ ਹੈ। ਅਸੀਂ ਕੀ ਲੈਣਾ ਦੇਣਾ ਨਿੱਜੇ ਸਾਹਿਬ? ਬਿਲਕੁਲ ਸਹੀ ਗੱਲ ਹੈ ਜੀ, ਬਿਲਕੁਲ ਸਹੀ ਗੱਲ ਹੈ। ਅਸੀਂ ਤੇ ਇੱਕ ਮੱਖੀ ਆ। ਹੁਣ ਮੇਰੇ ਵਰਗੀ ਮੱਖੀ ਚੱਕੀ ਦੇ ਟਾਂਗੇ ਦੇ ਚੱਕੇ ਤੇ ਬੈਠੀ ਹੋਵੇ ਤੇ ਕਹੀ ਜੋ ਕਿ ਮੈਂ ਚੱਕਾ ਘੁਮਾਇਆ, ਪਰ ਮੈਂ ਨਹੀਂ, ਚੱਕਾ ਤੇ ਧੂਰਾ ਘੁਮਾਉਂਦੇ। ਬਿਲਕੁਲ ਐਵੇਂ ਟੈਨਸ਼ਨ ਚੁੱਕੀ ਤੁਸੀਂ। ਠੀਕ ਹੈ ਨਿੱਜਾ ਸਾਹਿਬ, ਅੱਗੇ ਚੱਲੀਏ ਪਲੀਜ਼। ਪੌੜੀ ਤੇ ਆ ਜਾਓ। ਪੌੜੀ ਉਹੀ ਕਹਿ ਰਹੀ ਆ, ਕਹਿੰਦੇ ਜੇ ਸੱਚ ਤੇਰੇ ਕੋਲੋਂ ਨਹੀਂ ਆ ਰਿਹਾ ਨਾ ਪਿਆਰਿਆ, ਤੇ ਫਿਰ ਉੱਥੇ ਜਾ। ਪੌੜੀ, ਉੱਥੇ ਅੰਮ੍ਰਿਤ ਵੰਡੀਏ ਸੁਖੀਆ ਹਰ ਕਰਨੇ। ਉੱਥੇ ਜਾ ਸਾਧ ਸੰਗਤ ਦੇ ਵਿੱਚ, ਉੱਥੇ ਅੰਮ੍ਰਿਤ ਦੀ ਵੰਡ ਵੀ ਤੇਰੇ ਹੱਥ 'ਚ ਆ ਜਾਊਗੀ ਤੇ ਸੁਖੀ ਹੋ ਜਾਏਗਾ। ਉੱਥੇ ਜਾ ਕੇ ਸਿੱਖ ਲਾ ਕਿਵੇਂ ਸੱਚ ਨੂੰ ਲੈ ਕੇ ਆਉਣਾ ਹੈ। ਉਹਨਾਂ ਦੀ ਸੰਗਤ ਕਰ। ਜਮ ਕੇ ਪੰਥ ਨਾ ਪਾਈਏ ਫਿਰ ਨਾ ਹੀ ਮਰਨੇ। ਫਿਰ ਤੂੰ ਜਮ ਦੇ ਪੰਥ, ਝੂਠ ਦੇ ਪੰਥ ਦੇ ਨਹੀਂ ਰਸਤੇ ਤੇ ਜਾਏਗਾ, ਝੂਠ ਵਾਲੇ ਰਸਤੇ ਤੇ, ਫਿਰ ਜਨਮ ਮਰਨ ਦਾ ਗੇੜਾ ਨਹੀਂ ਹੋਏਗਾ ਤੇਰਾ। ਜਿਸਨੂੰ ਆਇਆ ਪ੍ਰੇਮ ਰਸ ਤਿਸ ਹੀ ਜਰਨੇ। ਆਇਆ ਪ੍ਰੇਮ ਰਸ, ਅੰਮ੍ਰਿਤ ਦਾ ਰਸ ਜਿਹਨੂੰ ਆ ਗਿਆ ਪਾਈ, ਉਹੀ ਇਹਨੂੰ ਜੜ ਸਕਦਾ ਹੈ। ਬਾਣੀ ਉਚਰੇ ਸਾਧ ਜਨ ਅਮਿਓ ਚੱਲੇ ਚਰਣੇ। ਔਰ ਸਾਧ ਜਨ ਕੀ ਕਰਦੇ ਆ? ਸਾਧ ਜਨ ਆਹੀ ਸੱਚ ਜਿਹੜਾ ਹੈਗਾ, ਆਹੀ ਧਿਆਨ ਸਿਮਰਨ, ਆਹੀ ਮਨ ਨੂੰ ਖੜਾ ਕਰਨਾ, ਆਹੀ ਸਿਖਾਉਂਦੇ ਆ ਪਾਏ। ਜਿਹਦੇ ਨਾਲ ਮਨ ਖੜਾ ਕਰਨਾ ਕੀ ਹੈਗਾ? ਵੀ ਮਨ ਜਿਹੜਾ ਹੈਗਾ ਉਹ ਮਾਇਆ ਛੱਡ ਦੇ, ਝੂਠ ਨੂੰ ਛੱਡ ਦੇ ਤੇ ਸੱਚ ਦੇ ਉੱਤੇ ਆ ਜਾਏ। ਬਾਣੀ ਉਚਰੇ ਸਾਧ ਜਨ ਅਮਿਓ ਚੱਲੇ ਝਰਨੇ। ਇਸ ਤਰ੍ਹਾਂ ਜਿਹੜਾ ਹੈ ਅੰਮ੍ਰਿਤ ਦਾ ਰਸ ਆ ਜਾਂਦਾ ਹੈ ਪਾਏ, ਅਮਰ ਹੋ ਜਾਂਦਾ ਹੈ ਇਨਸਾਨ। ਵੇਖ ਦਰਸ਼ਨ ਨਾਨਕ ਜੀਵਿਆ ਮਨ ਅੰਦਰ ਧਰਨੇ। ਔਰ ਐਸੀ ਸਾਧ ਸੰਗਤ ਆ ਪਾਏ ਜਿਹਦੇ ਦਰਸ਼ਨਾਂ ਦੇ ਨਾਲ ਹੀ, ਜਿਹਦੀ ਸੰਗਤ ਕਰਨ ਦੇ ਨਾਲ ਹੀ ਇਨਸਾਨ ਜਿਹੜਾ ਹੈਗਾ ਆਤਮਿਕ ਰੂਪ 'ਚ ਜਿਉਂਦਾ ਹੋ ਜਾਂਦਾ ਹੈ ਔਰ ਮਨ ਦੇ ਵਿੱਚ ਉਹਦੇ ਸੱਚ ਆ ਜਾਂਦਾ ਹੈ। ਹਾਂਜੀ ਵੀਰ। ਬਸ ਠੀਕ ਹੈ ਜੀ, ਉਹਨਾਂ ਨੇ ਲਾਸਟ ਤੇ ਕਲੋਜ਼ ਕਰਤਾ ਹੈ ਕਿ ਜਿੱਥੇ ਸੱਚ ਮਿਲਦਾ ਹੈ, ਜੇ ਨਹੀਂ ਹੈਗਾ ਕੋਈ ਚੀਜ਼ ਆਪਣੇ ਕੋਲ ਨਹੀਂ ਹੁੰਦੀ ਤੇ ਆਪਾਂ ਮੰਗਣ ਜਾਂਦੇ ਹਾਂ ਨਾ ਲੋਕਾਂ ਤੋਂ, ਭਈ ਮੈਨੂੰ ਦੇ ਦਿਓ। ਹਾਂ ਬਈ ਵਿਮਲ ਕੀਰਤੀ ਨਹੀਂ ਹੈਗਾ ਤੂੰ ਤੇ ਹੁਣ ਜਾ ਸਾਧ ਸੰਗਤ ਦੇ ਵਿੱਚ ਮੰਗ ਲਿਆ। ਉੱਥੇ ਉਹ ਕਹਿੰਦੇ ਕਿਤੋਂ ਮੰਗਣੀ, ਕਹਿੰਦੇ ਜਿੱਥੇ ਸੱਚ ਮਿਲਦਾ ਉੱਥੇ ਮੰਗ ਲਿਆ। ਉਹਨਾਂ ਕੋਲ ਨਹੀਂ ਹੈਗੀ ਬਈ ਸਾਡੇ ਕੋਲ। ਅਸੀਂ ਕਿਹੜੀ ਕਲੇਮ ਕਰਦੇ ਮੇਰੇ ਕੋਲ ਹੈਗੀ ਆ, ਪਰ ਤੂੰ ਕਲੇਮ ਕਰਨਾ ਮੇਰੇ ਕੋਲ ਹੈਗੀ, ਪਰ ਤੇਰੇ ਕੋਲ ਹੈ ਨਹੀਂ। ਕਿਉਂਕਿ ਜੇ ਹੋਵੇ ਤੇ ਤੇਰਾ ਮਨ ਤ੍ਰਿਪਤ ਨਾ ਹੋਵੇ, ਪਰ ਤੇਰਾ ਮਨ ਤ੍ਰਿਪਤ ਨਹੀਂ ਹੈ, ਇਹਦਾ ਮਤਲਬ ਤੇਰੇ ਕੋਲ ਚੀਜ਼ ਨਹੀਂ ਹੈ। ਫਿਰ ਮੰਗ ਲਓ। ਕਿੱਥੋਂ ਮੰਗਣੀ ਹੈ? ਕਹਿੰਦੇ ਸੰਗਤ ਜਾ ਕੇ ਮੰਗੋ, ਉਹਨੂੰ ਕੋਈ ਸਾਨੂੰ ਦੋ। ਉੱਥੇ ਕੋਈ ਬੰਦਾ ਥੋੜੀ ਬੋਲਦਾ ਹੈ, ਉੱਥੇ ਤੇ ਰੱਬ ਹੀ ਬੋਲਣ ਦੇ ਆ। ਦੇਖੋ ਆ 5ਵੀਂ ਪਾਤਸ਼ਾਹੀ ਬੋਲ ਰਹੀ ਹੈ, ਜਿਨ੍ਹਾਂ ਦੇ ਪੱਲੇ ਸੱਚ ਹੈਗਾ ਦੇ ਰਹੇ ਆ।
ਹਾਂ ਉੱਥੇ ਡਿਮਾਂਡ ਐਂਡ ਸਪਲਾਈ। ਕਬੀਰ ਸਾਹਿਬ ਤੇ ਕਹਿੰਦੇ ਨੇ ਕਿ ਮੰਗੋਗੇ ਤੇ ਮਿਲ ਜੂਗਾ, ਕੋਈ ਗੱਲ ਨਹੀਂ। ਕਬੀਰ ਸਾਹਿਬ ਤੇ ਇੱਕ ਜਗ੍ਹਾ ਤੇ ਲਿਖਿਆ, ਕਹਿੰਦੇ ਲਾਠੀ ਫੜ ਕੇ ਖਲੋ ਗਏ ਚੌਂਕ ਦੇ ਵਿੱਚ, ਕਹਿੰਦੇ ਜਿਹਨੂੰ ਚਾਹੀਦਾ ਸੱਚ ਇੱਧਰ ਆਓ। ਕਿਹੜਾ ਕਹਿੰਦਾ ਨਹੀਂ ਰੱਬ ਨਹੀਂ ਮਿਲਦਾ, ਕਹਿੰਦਾ ਮੈਂ ਦਿੰਦਾ। ਡਾਂਗ ਫੜੀ ਅਗਲਿਆਂ ਨੇ, ਕਲੇਮ ਕਰ ਰਹੇ ਨੇ ਲਿਆਓ ਇੱਧਰ ਬੰਦਾ। ਕੋਈ ਅਸੀਂ ਤੇ ਲੱਭਣ ਦੇ ਐਸੇ ਬੰਦੇ ਜਿਹੜੇ ਰੱਬ ਨੂੰ ਚਾਹੁੰਦੇ ਨੇ, ਸੱਚ ਨੂੰ ਚਾਹੁੰਦੇ ਨੇ, ਅਸੀਂ ਦਿੰਦੇ ਹਾਂ। ਗੱਲਾਂ ਠੀਕ ਏਦਾਂ ਦੀਆਂ ਹੀ ਹੈ, ਕੋਸ਼ਿਸ਼ ਕਰੋ ਜੀ। ਔਰ ਅਸੀਂ ਤੇ ਉਹ ਕਹਿੰਦੇ ਹਾਂ ਕਿ ਜੇ ਜੀਵਨ ਚ ਸੱਚ ਆ ਜਾਏ ਤੇ ਬਹੁਤ ਵੱਡੀ ਗੱਲ ਹੈ। ਚਲੋ ਪਦਾਰਥ ਵੀ ਜ਼ਰੂਰੀ ਹੈ, ਸਾਡੇ ਸਰੀਰ ਲਈ ਜ਼ਰੂਰੀ ਆ, ਪਰ ਇਹ ਨਾ ਹੋਵੇ ਕਿ ਅਸੀਂ ਇਕੱਲੇ ਜਿਹੜਾ 5-7% ਜਿਹੜਾ ਸਾਡੇ ਜੀਵਨ ਦਾ ਹਿੱਸਾ ਹੈ, ਅਸੀਂ ਉਹਦੇ ਬਦਲੇ ਸਾਰਾ ਜੀਵਨ ਹੀ ਨਸ਼ਟ ਕਰ ਦਈਏ। ਹਾਂ ਇਹੀ ਤਾਂ ਹੋ ਰਿਹਾ ਗੁਰਕੀ ਸਾਹਿਬ, ਇਹੀ ਤਾਂ ਹੋ ਰਿਹਾ। ਬਾਕੀ ਇੰਨੀ ਕੀ ਗੱਲ ਹੈ। ਅੱਜ ਦੀ ਵਿਚਾਰੇ ਨੇ ਜੋ ਸਭ ਇੱਥੇ ਸਮਾਂ। ਹਾਂਜੀ ਬਿਲਕੁਲ ਜੀ, ਬਹੁਤ ਵਧੀਆ। ਅੱਜ ਤਾਂ ਕਮਾਲ ਹੀ ਹੋ ਗਈ ਹੈ ਜੀ। ਹਾਂ ਚਲੋ ਸ਼ੁਕਰ ਹੈ ਤੁਹਾਡੇ ਮਨ ਚ ਗੱਲ ਕਿਸੇ ਦੇ ਪਹੁੰਚ ਜੇ। ਪਤਾ ਨਹੀਂ ਕਦੋਂ ਇੱਕ ਲਫ਼ਜ਼ਾਂ ਚ ਕਹਿੰਦੇ ਇੰਨੀ ਜਾਨ ਹੁੰਦੀ ਹੈ, ਬੰਦੇ ਨੂੰ ਨਾ ਕਨਵਿੰਸ ਕਰ ਸਕਦੇ ਨੇ ਲਫ਼ਜ਼, ਚੇਂਜ ਕਰ ਦਿੰਦੇ ਆ ਬੰਦੇ ਨੂੰ। ਚੰਗਾ ਬਿਲਕੁਲ। ਹਾਂ ਚੰਗਾ ਕਰਮ ਕਰਨ ਵਾਸਤੇ ਤੇ ਮਾੜਾ ਕਰਮ ਕਰਨ ਵਾਸਤੇ। ਤੁਹਾਨੂੰ ਕੋਈ ਚੁੱਕਣਾ ਦਿੰਦਾ, ਵੇਖਿਓ ਨਾ ਤੁਸੀਂ ਕਿੱਦਾਂ ਕੰਮ ਕਰ ਦਿੰਦੇ। ਇਸੇ ਤਰ੍ਹਾਂ ਹੀ ਕਈ ਵਾਰੀ ਲਫ਼ਜ਼ ਏਦਾਂ ਦੇ ਹੁੰਦੇ ਤੁਹਾਡੇ ਅੰਦਰ ਗਹਿਰੇ ਚਲ ਜਾਂਦੇ। ਕੰਨ ਬਹੁਤ ਗਹਿਰੇ ਨੇ, ਤੁਹਾਡੀ ਜਿਹੜੀ ਅੱਖਾਂ ਨਾ ਉਹ ਬਹੁਤ ਗਹਿਰਾ ਨਹੀਂ ਵੇਖਦੀ। ਤੁਸੀਂ ਬਾਜ਼ਾਰ ਗਏ ਨਾ, ਤੁਹਾਨੂੰ ਕੋਈ ਲੈਣਾ ਦੇਣਾ ਨਹੀਂ, ਤੁਸੀਂ ਪਹੁੰਚਣਾ ਹੈ, ਤੁਹਾਡਾ ਧਿਆਨ ਉੱਥੇ। ਰਾਹ ਚ ਕੀ ਹੋਇਆ, ਕੌਣ ਆਇਆ, ਕੌਣ ਗਿਆ, ਕਿਹੜੀ ਦੁਕਾਨ ਖੁੱਲੀ, ਕਿਹੜੀ ਬੰਦ, ਕਿਹੜੀ ਗੱਡੀ, ਕਿਹੜੀ ਕਾਰ, ਤੁਹਾਨੂੰ ਨਹੀਂ ਪਤਾ। ਤੁਹਾਡਾ ਧਿਆਨ ਸੀ ਕਿ ਮੈਂ ਦੁਕਾਨ ਤੇ ਪਹੁੰਚਣਾ। ਪਰ ਕੰਨ ਦੇ ਵਿੱਚ ਚੀਜ਼ ਵੜ ਜੇ ਨਾ ਨਿੱਜਰ ਸਾਹਿਬ, ਉਹ ਸਿੱਧੀ ਸੂਖਮ ਸਰੀਰ ਚ ਚੱਲ ਜਾਂਦੀ ਹੈ। ਬਹੁਤ ਭਾਗ। ਇਸੇ ਕਰਕੇ ਧਿਆਨ। ਠੀਕ ਹੈ ਵੀਰ ਜੀ, ਗੁਰਬਾਣੀ ਵੀ ਇਸੇ ਕਰਕੇ ਕਹਿੰਦੀ ਕਿ ਸੁਣੀ ਹੈ, ਪਹਿਲਾਂ ਸੁਣਨਾ ਹੀ ਪਹਿਲਾਂ ਜ਼ਰੂਰੀ ਹੈ। ਸੁਣੀਏ, ਮੰਨੀਏ, ਫਿਰ ਉਹਨੂੰ ਮੰਨਣ ਦੇ ਵਿੱਚ ਉਤਰਨਾ, ਉਹਦੇ ਅੰਦਰ ਉਹਨੂੰ ਐਕਸ਼ਨ ਦੇ ਵਿੱਚ ਉਹਦੇ ਐਕਸ਼ਨ ਕਰਨਾ। ਹਾਂਜੀ ਹਾਂਜੀ ਹਾਂਜੀ। ਤੇ ਉਹ ਸੁਣੀਏ, ਮੰਨੀਏ, ਮਨ ਰੱਖੀਏ, ਭਾਓ। ਬਸ ਉਹ ਸੁਣਨ ਦੇ ਤਾਂ ਇੰਨੀ ਮਾਨਤਾ ਵੀਰ ਜੀ, ਆ ਪਰਸਨਲ ਐਕਸਪੀਰੀਅੰਸ ਵੀ ਦੱਸ ਰਿਹਾ ਮੈਂ। ਉਸ ਸ਼ੁਰੂਆਤ ਜਦੋਂ ਸੁਣਨਾ ਹੀ ਸ਼ੁਰੂ ਕੀਤਾ ਨਾ ਤੁਹਾਨੂੰ, ਉੱਥੋਂ ਹੀ ਬਸ ਪਤਾ ਹੀ ਨਹੀਂ ਕੀ ਬਣਿਆ। ਬਸ ਉਹ ਮਾਲਕ ਜਾਣਦਾ। ਹਾਂ ਉਹ ਬਾਣੀ ਦੇ ਅੱਜ ਵਿਮਲ ਕੀਰਤੀ ਦਾ ਜ਼ਿਕਰ ਆਇਆ ਨਾ ਜੀ, ਬਿਲਕੁਲ ਉਹ ਸਹੀ ਗੱਲ ਹੈ। ਕਹਿੰਦੇ ਨੇ ਸੁਣੀਏ ਮੂਡ ਤੇ ਚਤਰਤਾ ਆਵੇ। ਸੁਣਨਾ ਹੀ ਤੇ ਬੜੀ ਵੱਡੀ ਗੱਲ ਹੈ, ਪਰ ਇਹ ਕੀ ਸੱਚ ਹੋਣਾ ਚਾਹੀਦਾ ਅਗਲੇ ਬੰਨੇ, ਫਿਰ ਤੇ ਗੱਲ ਖਤਮ। ਚੱਕਰ ਇਹ ਨਾ ਜੀ, ਸੁਣਨਾ ਉਹ ਸੁਣਨਾ ਕਿ ਜਿੱਥੇ ਆਪਣੀ ਬੁੱਧੀ ਦਾ ਫਿਰ ਨਾ ਉਹਦੇ ਨਾਲ ਕੰਪੈਰੀਜ਼ਨ ਨਾ ਹੋਵੇ, ਬਸ ਉਹ ਸਿੱਧਾ ਉਤਰ ਜੇ। ਬਸ ਜਦੋਂ ਅਸੀਂ ਤਰਕ, ਜਦੋਂ ਜਿਹੜੀ ਅਸੀਂ ਆਪਣੀ ਇਕੱਠਾ ਕੀਤਾ ਹੋਇਆ ਗਿਆਨ, ਉਧਾਰਾ ਗਿਆਨ, ਜਦੋਂ ਉਹਦੇ ਨਾਲ ਅਸੀਂ ਮੈਚ ਕਰਨ ਲੱਗ ਜਾਂਦੇ ਆ ਨਾ, ਉਦੋਂ ਬਸ ਵਿਗੜ ਜਾਂਦੀ ਹੈ ਗੱਲ। ਉੱਥੇ ਮੈਂ ਆ ਜਾਂਦਾ ਵਿੱਚ, ਉੱਥੇ ਤਾਂ ਫਿਲਟਰ ਆ ਗਿਆ, ਉੱਥੇ ਫਿਲਟਰ ਆ ਗਿਆ, ਬਸ ਫਿਲਟਰ ਲੱਗ ਜਾਂਦਾ। ਜਿੱਥੇ ਫਿਲਟਰ ਆਇਆ ਉੱਥੇ ਵਾਪਸ ਬਸ। ਉਹ ਕਿੱਥੋਂ ਚੱਲਣਾ, ਉਹ ਮਤਲਬ ਜਿੱਥੋਂ ਚੱਲਣਾ ਉਹਨੂੰ ਅਸੀਂ ਰੁਕਾਵਟ ਪਾਤੀ ਉੱਥੇ। ਉਹ ਸ਼ੇਕ ਤਾਂ ਤੁਸੀਂ ਬੰਦ ਕੀਤਾ ਹੀ ਨਾ, ਬਿਲਕੁਲ ਆਪਣੀ ਬੁੱਧੀ ਵਾਲਾ। ਜੀ ਵੀਰ, ਅੱਜ ਤੱਕ ਕਮਾਲ ਦਾ ਗਿਆਨ ਸੀ। ਔਰ ਇਹੀ ਗਿਆਨ ਸੀ ਜਿੱਥੋਂ ਮਤਲਬ ਇਹ ਸ਼ੁਰੂਆਤ ਜਦੋਂ ਹੋਈ ਸੀ ਨਾ, ਉਦੋਂ ਤੁਹਾਡੇ ਉਹ ਜਿਹੜੀਆਂ ਰਿਕਾਰਡਿੰਗ ਸੁਣੀਆਂ, ਉਹਨੇ ਸਾਰਾ ਕੰਮ ਕੀਤਾ ਵੀਰ ਜੀ, ਬਹੁਤ ਜ਼ਬਰਦਸਤ। ਹਾਂ ਉਹ ਕਹਿੰਦੇ ਨਾ ਕਿ ਜਿਹਦਾ ਐਕਵਾਗਾਰਡ ਚ ਤੁਸੀਂ ਚੀਜ਼ ਪਾਤੀ, ਉਹਨੇ ਮਿਨਰਲ ਤੇ ਬਾਹਰ ਕੱਢ ਦਿੱਤੇ। ਉਹ ਫੋਕਾ ਪਾਣੀ ਰਹਿ ਗਿਆ। ਜਿਹੜੀ ਸ਼ਕਤੀ ਸੀ ਪਾਣੀ ਦੀ, ਉਹ ਤੇ ਉਹ ਐਕਵਾਗਾਰਡ ਬਾਹਰ ਕੱਢ ਦਿੰਦਾ। ਤੇ ਇਹੋ ਹਿਸਾਬ ਬਾਣੀ ਆ। ਬਾਣੀ ਜਦੋਂ ਸਾਡੇ ਅੰਦਰ ਪ੍ਰਵੇਸ਼ ਕਰਦੀ ਹੈ, ਔਰ ਜਦੋਂ ਕੋਈ ਤੋੜ ਭੰਨ ਕਰਨ ਦੀ ਕੋਸ਼ਿਸ਼ ਕਰਦੀ, ਇਹਨੂੰ ਕਰਨ ਦੋ। ਕਿਉਂਕਿ ਜਦ ਤੱਕ ਉਹ ਤੋੜ ਭੰਨ ਨਹੀਂ ਕਰੂਗੀ, ਉਹ ਤੁਹਾਡੇ ਚ ਮੂਰਤੀ ਨਹੀਂ ਬਣ ਸਕਦੀ। ਕਿਉਂਕਿ ਪੱਥਰ ਜੁੜੇ ਨੇ। ਹੁਣ ਇੱਕ ਪੱਥਰ, ਅਣਘੜਿਆ ਪੱਥਰ ਚੱਲ ਜਾਂਦੇ ਤੇ ਧਰਮਰਾਜ ਨੇ ਕਿਹਾ ਕਿ ਆਜਾ ਪੁੱਤ, ਤੇਰਾ ਤੇ ਇੰਤਜ਼ਾਰ ਕਰਨੇ ਹਨ, ਇੱਧਰ ਆ, ਤੈਨੂੰ ਪੁੱਤ ਭੇਜਦੇ ਆ ਦੁਬਾਰਾ। ਜਿਹੜਾ ਪੱਥਰ ਇਹਨਾਂ ਇਕੱਠਾ ਕਰ ਲਿਆ, ਆਪਾਂ ਪੱਥਰ ਝਾੜਨਾ ਸੀ, ਆਪਾਂ ਹੋਰ ਪੱਥਰ ਜੋੜ ਲਿਆ। ਉਹ ਕਹਿੰਦੇ ਆਜਾ, ਕਿੱਡਾ ਵੱਡਾ ਪੱਥਰ ਆ ਗਏ। ਤੇ ਕਬੀਰ ਸਾਹਿਬ ਕਹਿੰਦੇ ਉਹ ਬੜਾ ਬਰੀਕ ਰਸਤਾ ਹੈ, ਉੱਥੇ ਪੱਥਰ ਤੇ ਵੜ ਨਹੀਂ ਸਕਦਾ ਨਾ। ਅੱਜ ਦੀ ਵਿਚਾਰ ਇੱਥੇ ਸਮਾਪਤ। ਪਰਮਾਤਮਾ ਤੁਹਾਡੇ ਜੀਵਨ ਚ ਉਹ ਚੀਜ਼ ਦਵੇ ਜਿਹੜੀ ਚੀਜ਼ ਨੂੰ ਤੁਸੀਂ ਮੰਗ ਰਹੇ। ਮੈਂ ਤੇ ਇਹੋ ਅਰਦਾਸ ਕਰਦਾ। ਔਰ ਇਹ ਟਾਈਮ ਬਹੁਤ ਬੈਸਟ ਹੈ। ਮੈਂ ਤੇ ਇਹ ਕਹਿ ਸਕਦਾ, ਉਹ ਜਿਹੜੀ ਚੀਜ਼ ਮੇਰੇ ਹੋਂਦ ਚ ਆਈ ਹੈ, ਜੋ ਮੇਰੀ ਸਮਝ ਚ ਆਈ ਹੈ, ਇਹ ਬੈਸਟ ਟਾਈਮ ਹੈ। ਅੱਗੇ ਕੀ ਹੋਇਆ, ਪਿੱਛੇ ਕੀ ਹੋਣਾ, ਇਹਦੇ ਬਾਰੇ ਤੇ ਆਪਾਂ ਨੂੰ ਪਤਾ ਨਹੀਂ, ਪਰ ਇਹ ਬੈਸਟ ਟਾਈਮ ਚ ਜੋ ਮਰਜ਼ੀ ਹੋ ਜਾਏ, ਪਿੱਛੇ ਨਹੀਂ ਜਾਣਾ। ਜੋ ਮਰਜ਼ੀ ਹੋ ਜਾਏ, ਕੀ ਹੋ ਗਿਆ, ਕੁਛ ਨਹੀਂ ਹੋਣਾ। ਸਿੰਪਲ ਜੀਵਨ ਚੱਲੂਗਾ। ਜੀਵਨ ਤੇ ਨਹੀਂ, ਕੋਈ ਰੋਟੀ ਪਾਣੀ ਤੋਂ ਨਹੀਂ ਨਾ ਆਪਾਂ ਜਾਂਦੇ, ਰੋਟੀ ਪਾਣੀ ਤੇ ਮਿਲਣਾ ਹੀ ਮਿਲਣਾ। ਠੀਕ ਹੈ ਜੀ, ਅੱਜ ਦੇ ਵਿਚਾਰ ਇੱਥੇ ਸੁਣੋ। ਹਾਂਜੀ ਬੇਟਾ।
ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਤੇ ਮੇਰੇ ਪਿਤਾ ਗਰੀਬ ਨਵਾਜ ਬਾਣੀ ਪੜ੍ਹਦਿਆਂ ਵਿਚਾਰ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਅਤੇ ਗਲਤੀਆਂ ਹੋ ਗਈਆਂ। ਨਿਦਾਨ ਬੱਚੇ ਸੰਤ ਕੇ ਮਾਫ ਕਰੋ। ਉਹਨਾਂ ਰਹੀ ਸੰਗਤ ਦੇ ਹਿਰਦੇ ਚ ਬਾਣੀ ਦਾ ਭਾਵ ਵਸਾਉਣਾ ਮੇਰੇ ਮਨ। ਦੇਹ ਨਿਰੋਗਤਾ ਬਖਸ਼ਣੀ, ਤੰਦਰੁਸਤੀ ਬਖਸ਼ਣੀ ਮੇਰੇ ਮਨ। ਮੇਰੇ ਪਿਤਾ ਜਿਹੜੀ ਅਰਦਾਸ ਕੀਤੀ ਸੀ ਉਸ ਬੱਚੇ ਦੇ ਲਈ, ਉਸ ਬੱਚੇ ਨੂੰ ਆਪ ਨੇ ਤੰਦਰੁਸਤੀ ਦਿੱਤੀ ਹੈ। ਅਸੀਂ ਆਪ ਜੀ ਦੇ ਬਹੁਤ ਬਹੁਤ ਧੰਨਵਾਦੀ ਹਾਂ। ਉਹਨਾਂ ਨੇ ਸ਼ੁਕਰਾਨੇ ਦੀ ਅਰਦਾਸ ਕਰਾਈ ਹੈ। ਮੇਰੇ ਪਿਤਾ ਮਿਹਰ ਕਰੋ, ਹੋਰ ਵੀ ਜੋ ਵੀ ਰੁਕਾਵਟ ਹੈ ਇਸ ਨੂੰ ਦੂਰ ਕਰੇ ਮੇਰੇ ਮਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ। 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 ਵਾਹਿਗੁਰੂ।
ਵਾਹਿਗੁਰੂ ਸੰਗਤ ਜੀ ਤੁਸੀਂ ਚੁੱਪ ਹੋ ਜਾਓ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ